ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤ ਆਨਲਾਈਨ ਕਲਾਸ ਦੇ ਵਿੱਚ ਆਪ ਸਾਰੇ ਵੀਰਾਂ ਭੈਣਾਂ ਨੂੰ, ਬੱਚਿਆਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਇਸ ਕਲਾਸ ਦੇ ਵਿੱਚ ਪਹਿਲਾਂ ਇਤਿਹਾਸ ਦੀ, ਉਸ ਤੋਂ ਬਾਅਦ ਗੁਰਬਾਣੀ ਦੀ ਵਿਚਾਰ ਹੁੰਦੀ ਰਹੀ ਹੈ। ਤਾਂ ਅੱਜ ਦਾ ਜੋ ਸਾਡਾ ਟੌਪਿਕ ਹੈ ਉਹ ਹੈ ਆਨੰਦਮਈ ਜੀਵਨ। ਕਿ ਸਾਡੀ ਜ਼ਿੰਦਗੀ ਦੇ ਅੰਦਰ ਆਨੰਦ ਕਿਵੇਂ ਰਹੇ, ਹਰ ਵਕਤ ਖੁਸ਼ੀਆਂ ਖੇੜੇ, ਆਨੰਦ ਪ੍ਰਸੰਨਤਾ ਵਾਲਾ ਸਾਡਾ ਜੀਵਨ ਹੋਵੇ। ਸਾਡੀ ਜਿਹੜੀ ਹੈ ਪਰਸਨਲ ਲਾਈਫ ਵੀ ਔਰ ਸਾਡੀ ਫੈਮਿਲੀ ਲਾਈਫ ਉਹ ਵੀ ਸਵਰਗ ਦੀ ਤਰ੍ਹਾਂ ਹੋਵੇ, ਔਰ ਜੋ ਸਾਡੀ ਸੋਸ਼ਲ ਲਾਈਫ ਹੈ ਉਹ ਵੀ ਸਵਰਗ ਦੀ ਤਰ੍ਹਾਂ ਹੋਵੇ। ਔਰ ਇਹ ਪੋਸੀਬਿਲਿਟੀ ਹਰ ਇਨਸਾਨ ਦੇ ਅੰਦਰ ਹੈ ਕਿ ਉਹ ਆਨੰਦਮਈ ਜ਼ਿੰਦਗੀ ਜੀ ਸਕਦਾ ਹੈ, ਆਪਣੇ ਪਰਸਨਲ ਤੌਰ ਤੇ ਵੀ, ਪਰਿਵਾਰਕ ਤੌਰ ਤੇ ਵੀ ਔਰ ਸਮਾਜਿਕ ਤੌਰ ਤੇ ਵੀ ਆਨੰਦਮਈ ਜ਼ਿੰਦਗੀ ਜੀ ਸਕਦਾ ਹੈ। ਇਹ ਪੋਸੀਬਿਲਿਟੀ ਹਰ ਇਨਸਾਨ ਦੇ ਅੰਦਰ ਮੌਜੂਦ ਹੈ। ਜਦੋਂ ਇਸ ਦੁਨੀਆ ਵੱਲ ਝਾਤ ਮਾਰੋਗੇ ਤਾਂ ਇਸ ਸੰਸਾਰ ਦੇ ਅੰਦਰ ਤੁਹਾਨੂੰ ਹਰ ਖੁਸ਼ੀ ਦਾ ਸਾਧਨ ਨਜ਼ਰ ਨਹੀਂ ਪਵੇਗਾ। ਇੱਥੇ ਕੁਝ ਵੀ ਪਰੇਸ਼ਾਨ ਕਰਨ ਵਾਲਾ ਨਹੀਂ, ਇੱਥੇ ਹਰ ਚੀਜ਼ ਖੁਸ਼ੀ ਦੇਣ ਵਾਲੀ ਹੈ। ਜਦੋਂ ਤੁਸੀਂ ਬਾਹਰ ਨਿਕਲੋਗੇ ਘਰ ਤੋਂ, ਕਿਸੇ ਜੰਗਲ ਵੱਲ ਵਧੋਗੇ, ਵਨਸਪਤੀ ਨੂੰ ਤੱਕੋਗੇ ਤਾਂ ਜਿੰਨੇ ਵੀ ਰੁੱਖ ਦਰਖਤ ਨੇ ਤੁਹਾਨੂੰ ਸ਼ਾਂਤ ਖੜੇ ਹੋਏ ਨਜ਼ਰ ਨਹੀਂ ਪੈਣਗੇ। ਕਦੇ ਉਹ ਹਵਾ ਦੇ ਅੰਦਰ ਝੂਮਦੇ ਹੋਏ, ਨੱਚਦੇ ਹੋਏ ਤੇ ਕਦੇ ਗਾਉਂਦੇ ਹੋਏ ਪ੍ਰਤੀਤ ਹੋਣਗੇ। ਆਕਾਸ਼ ਦੇ ਅੰਦਰ ਉਡਾਰੀਆਂ ਲਾ ਰਹੇ ਪੰਛੀ, ਉਹਨਾਂ ਦੀ ਚਹਿਚਹਾਹਟ, ਮੋਰਾਂ ਦੀ ਕੁਹੂ ਕੁਹੂ ਔਰ ਕੋਇਲਾਂ ਦੀ ਜਿਹੜੀ ਮਧੁਰ ਆਵਾਜ਼ ਹੈ, ਕਿਸ ਤਰ੍ਹਾਂ ਸਾਡੇ ਮਨ ਨੂੰ ਉਹ ਮੋਹ ਲੈਂਦੀ ਹੈ। ਤੁਸੀਂ ਪਹਾੜ ਵੇਖੋ, ਨਦੀਆਂ, ਨਾਲੇ, ਦਰਿਆ, ਕਲ ਕਲ ਕਰਦੇ ਝਰਨੇ ਔਰ ਆਕਾਸ਼ ਦੇ ਅੰਦਰ ਤਾਰਕਾ ਮੰਡਲ ਕਿਤਨੀ ਸੁੰਦਰਤਾ ਪੇਸ਼ ਕਰ ਰਿਹਾ ਹੈ। ਤੇ ਗੁਰੂ ਪਾਤਸ਼ਾਹ ਜੀ ਨੇ ਪਾਵਨ ਬਾਣੀ ਰਾਹੀਂ ਕਿੰਨਾ ਸੋਹਣਾ ਬਿਆਨ ਕਰਕੇ ਸਾਨੂੰ ਸਮਝਾਇਆ ਹੈ। ਗਗਨ ਮੈਂ ਠਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਮਾਨੋ ਆ ਸਾਰਾ ਸੰਸਾਰ ਰੱਬ ਦੀ ਇੱਕ ਆਰਤੀ ਕਰ ਰਿਹਾ ਹੋਵੇ ਔਰ ਪੂਰੀ ਦੀ ਪੂਰੀ ਦੁਨੀਆ ਇੱਕ ਸੰਗੀਤਮਈ ਅਵਸਥਾ ਦੇ ਵਿੱਚ ਵਿਚਰ ਰਹੀ ਹੋਵੇ ਔਰ ਸਾਰਾ ਸੰਸਾਰ ਜਿਹੜਾ ਹੈ ਗੀਤ ਗਾ ਰਿਹਾ ਹੋਵੇ। ਕਿਤਨਾ ਵੱਡਾ ਨਜ਼ਰੀਆ ਹੈ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦਾ। ਤਾਂ ਮੈਂ ਬੇਨਤੀ ਕਰਾਂ, ਇਸ ਦੁਨੀਆ ਦੇ ਅੰਦਰ ਹਰ ਇਨਸਾਨ ਦੇ ਚੌਗਿਰਦੇ ਚਾਰ ਚੁਫੇਰੇ, ਹਰ ਸਮੇਂ ਹਰ ਥਾਂ ਤੇ ਖੁਸ਼ੀਆਂ, ਪ੍ਰਸੰਨਤਾਵਾਂ ਔਰ ਸਫਲਤਾਵਾਂ ਮੌਜੂਦ ਨੇ। ਜ਼ਰੂਰਤ ਕੇਵਲ ਉਹਨਾਂ ਦਾ ਆਨੰਦ ਮਾਣਨ ਦੀ ਹੈ। ਆਪਣੇ ਅੰਦਰ ਜੋ ਨੈਗੇਟਿਵਿਟੀ ਦਾ ਖੋਲ ਹੈ ਨਾ, ਜੋ ਸਾਡੇ ਉੱਤੇ ਚੜਿਆ, ਉਸ ਨੈਗੇਟਿਵਿਟੀ ਦੇ ਖੋਲ ਨੂੰ ਤੋੜਨ ਦੀ ਜ਼ਰੂਰਤ ਹੈ। ਜਦੋਂ ਕੋਈ ਇਨਸਾਨ ਇਸ ਖੋਲ ਨੂੰ ਤੋੜਦਾ ਹੈ, ਉਸੇ ਵੇਲੇ ਹੀ ਉਹਦੀ ਜ਼ਿੰਦਗੀ ਦੇ ਅੰਦਰ ਖੁਸ਼ੀਆਂ ਔਰ ਮਹਾਨਤਾ ਪੈਦਾ ਹੋ ਜਾਂਦੀ ਹੈ। ਦੇਖੋ, ਇੱਕ ਨਿੱਕਾ ਜਿਹਾ ਬੋਹੜ ਦਾ ਬੀਜ ਜੋ ਬਿਲਕੁਲ ਨਿੱਕਾ ਹੈ, ਕਦੇ ਕੋਈ ਸੋਚ ਵੀ ਨਹੀਂ ਸਕਦਾ ਕਿ ਇਸ ਬੋਹੜ ਦੇ ਬੀਜ ਦੇ ਅੰਦਰ ਏਡਾ ਵੱਡਾ ਰੁੱਖ ਸਮਾਇਆ ਹੋਏਗਾ। ਲੇਕਿਨ ਜਦੋਂ ਉਹ ਬੀਜ ਆਪਣੇ ਖੋਲ ਨੂੰ ਤੋੜਦਾ ਹੈ, ਉਸ ਖੋਲ ਦੇ ਵਿੱਚੋਂ ਬਾਹਰ ਨਿਕਲਦਾ ਹੈ, ਫਿਰ ਉਹ ਰੁੱਖ ਦਾ ਰੂਪ ਧਾਰਨ ਕਰ ਜਾਂਦਾ ਹੈ ਤੇ ਵੈਸੇ ਹਜ਼ਾਰਾਂ ਨਹੀਂ ਲੱਖਾਂ ਕਰੋੜਾਂ ਬੀਜ ਪੈਦਾ ਕਰਨ ਦੀ क्षमता ਰੱਖਦਾ ਹੈ। ਇਸੇ ਤਰ੍ਹਾਂ ਅਸੀਂ ਵੀ ਨੈਗੇਟਿਵਿਟੀ ਦੇ ਇੱਕ ਖੋਲ ਦੇ ਅੰਦਰ ਬੰਦ ਹਾਂ। ਜਦੋਂ ਆਪਣੀ ਇਸ ਨੈਗੇਟਿਵਿਟੀ ਦੇ ਖੋਲ ਨੂੰ ਅਸੀਂ ਤੋੜਦੇ ਹਾਂ, ਆਪਣੀ ਸੋਚ ਨੂੰ ਵਿਸ਼ਾਲ ਕਰਦੇ ਹਾਂ, ਤਾਂ ਸਾਡੀ ਜ਼ਿੰਦਗੀ ਦੇ ਅੰਦਰ ਵੀ ਮਹਾਨਤਾਵਾਂ ਪੈਦਾ ਹੁੰਦੀਆਂ ਨੇ। ਅਸੀਂ ਇੱਕ ਮਹਾਨ ਇਨਸਾਨ ਹੋ ਨਿਬੜਦੇ ਹਾਂ ਔਰ ਖੁਸ਼ੀਆਂ ਖੇੜੇ, ਆਨੰਦ ਪ੍ਰਸੰਨਤਾਵਾਂ ਸਾਨੂੰ ਚਾਰ ਚੁਫੇਰੇ ਪਸਰੀਆਂ ਹੋਈਆਂ ਨਜ਼ਰੀ ਪੈਂਦੀਆਂ ਨੇ। ਤਾਂ ਆਨੰਦਮਈ ਜੀਵਨ ਦੇ ਅੰਦਰ ਸਭ ਤੋਂ ਪਹਿਲੀ ਗੱਲ ਹੈ ਕਿ ਆਨੰਦ ਕੀ ਹੈ। ਸਾਨੂੰ ਇਹ ਚੀਜ਼ ਸਮਝਣੀ ਪਵੇਗੀ। ਜੇ ਹੁਣ ਅਸੀਂ ਪੁੱਛੀਏ ਨਾ ਕਿਸੇ ਬੰਦੇ ਤੋਂ ਕਿ ਖੁਸ਼ੀ ਦੀ ਡੈਫੀਨੇਸ਼ਨ ਕੀ ਹੈ, ਖੁਸ਼ੀ ਦੀ ਡੈਫੀਨੇਸ਼ਨ, ਤਾਂ ਆਮ ਬੰਦੇ ਦੇ ਕੋਲ ਖੁਸ਼ੀ ਦੀ ਡੈਫੀਨੇਸ਼ਨ ਨਹੀਂ ਹੈ। ਉਹਨੂੰ ਇਹ ਨਹੀਂ ਪਤਾ ਕਿ ਖੁਸ਼ੀ ਕਿਹਨੂੰ ਕਹਿੰਦੇ ਨੇ। ਹੁਣ ਜੇ ਸਾਡੇ ਕੋਲ ਖੁਸ਼ੀ ਦੀ ਡੈਫੀਨੇਸ਼ਨ ਹੀ ਨਹੀਂ ਹੈ ਤਾਂ ਫਿਰ ਅਸੀਂ ਖੁਸ਼ ਕਿਵੇਂ ਰਹਿ ਸਕਦੇ ਹਾਂ। ਆਨੰਦ ਵਾਲੀ ਜ਼ਿੰਦਗੀ ਜੀਣੀ ਹੈ ਚਾਹੁੰਦੇ ਹਾਂ, ਪਰ ਜੇ ਸਾਡੇ ਕੋਲ ਆਨੰਦ ਦੀ ਪਰਿਭਾਸ਼ਾ ਹੀ ਨਹੀਂ ਤਾਂ ਫਿਰ ਅਸੀਂ ਆਨੰਦ ਕਿਵੇਂ ਮਾਣ ਸਕਾਂਗੇ। ਇਸ ਲਈ ਸਭ ਤੋਂ ਪਹਿਲੀ ਜ਼ਰੂਰਤ ਹੈ ਕਿ ਆਨੰਦ ਵਾਸਤਵ ਦੇ ਵਿੱਚ ਹੈ ਕੀ, ਖੁਸ਼ੀ ਹੈ ਕੀ।
ਜਦੋਂ ਅਸੀਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ, ਆਨੰਦ ਸਾਹਿਬ ਜੀ ਦੀ ਪਾਵਨ ਬਾਣੀ, ਤਾਂ ਆਨੰਦ ਦੇ ਅੰਦਰ ਗੁਰੂ ਜੀ ਨੇ ਬੜੇ ਪਿਆਰੇ ਬਚਨ ਕੀਤੇ ਨੇ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ। ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਯਾਨੀ ਆਨੰਦ ਜੋ ਹੈ ਇਹ ਸੰਵਰੇ ਹੋਏ ਜੀਵਨ ਦੇ ਵਿੱਚੋਂ ਪੈਦਾ ਹੁੰਦਾ ਹੈ। ਆਨੰਦ ਮਨੁੱਖੀ ਮਨ ਦੀ ਉਸ ਅਵਸਥਾ ਦਾ ਨਾਮ ਹੈ ਜਿਸ ਸਟੇਜ ਤੇ ਜਾ ਕੇ ਇਹਦੇ ਅੰਦਰ ਗਿਆਨ ਦਾ ਦੀਵਾ ਲਟ-ਲਟ ਕਰਕੇ ਬਲ ਪੈਂਦਾ ਹੈ, ਜਿੱਥੇ ਅਗਿਆਨਤਾ ਦੀ ਬਿਲਕੁਲ ਅਣਹੋਂਦ ਹੈ, ਜਿੱਥੇ ਇਹਦੇ ਅੰਦਰ ਵਿਵੇਕ ਬੁੱਧ ਪੈਦਾ ਹੋ ਜਾਂਦੀ ਹੈ, ਕਾਮਨ ਸੈਂਸ ਪੈਦਾ ਹੋ ਜਾਂਦੀ ਹੈ, ਇਹਨੂੰ ਸਮਝ ਆ ਜਾਂਦੀ ਹੈ ਠੀਕ ਕੀ ਹੈ, ਗਲਤ ਕੀ ਹੈ, ਪਾਪ ਕੀ ਹੈ, ਪੁੰਨ ਕੀ ਹੈ, ਧਰਮ ਕੀ ਹੈ, ਅਧਰਮ ਕੀ ਹੈ, ਸੁੱਖ ਕੀ ਹੈ, ਦੁੱਖ ਕੀ ਹੈ, ਇਹਨਾਂ ਦੀ ਸਮਝ ਪੈ ਜਾਂਦੀ ਹੈ। ਫਿਰ ਆਨੰਦ ਉਸ ਅਵਸਥਾ ਦਾ ਨਾਮ ਹੈ ਜਿੱਥੋਂ ਸੈਲਫਿਸ਼ਨੈਸ ਬਿਲਕੁਲ ਮੁੱਕ ਜਾਂਦੀ ਹੈ, ਮੋਹ ਔਰ ਸਵਾਰਥ ਖਤਮ ਹੋ ਜਾਂਦਾ ਹੈ, ਔਰ ਹਰ ਇਨਸਾਨ ਦੇ ਅੰਦਰ ਰੱਬੀ ਜੋਤ ਨਜ਼ਰੀ ਪੈਂਦੀ ਹੈ। ਸਭ ਦੇ ਨਾਲ ਇਹ ਪਿਆਰ ਔਰ ਵਿਹਾਰ ਵਾਲਾ ਬਤੀਤ ਕਰਦਾ ਹੈ, ਮਿਲ ਵਰਤਨ ਇਹਦਾ ਬਣਦਾ ਹੈ। ਜਦੋਂ ਐਸੀ ਜ਼ਿੰਦਗੀ ਜੀਂਦਾ ਹੈ, ਉਸ ਜੀਵਨ ਦੇ ਅੰਦਰੋਂ ਜੋ ਸੁੱਖ ਪੈਦਾ ਹੁੰਦਾ ਹੈ ਉਹਨੂੰ ਅਸੀਂ ਕਹਿ ਸਕਦੇ ਹਾਂ ਆਨੰਦ। ਤੇ ਇਹ ਆਨੰਦ ਹਰ ਇਨਸਾਨ ਮਾਣ ਸਕਦਾ ਹੈ। ਦੂਜੀ ਗੱਲ, ਮੈਂ ਖੁਸ਼ੀ ਬਾਰੇ ਨਿੱਕੀ ਜੀ ਗੱਲ ਕਰਦੇ ਹਾਂ। ਖੁਸ਼ੀ ਕੀ ਹੈ, ਪ੍ਰਸੰਨਤਾ ਕੀ ਹੈ? ਤਾਂ ਅਸੀਂ ਕਹਿ ਸਕਦੇ ਹਾਂ ਸਹਿਜ ਸੁਭਾਵਕ ਵਿਕਾਸ ਦਾ ਨਾਮ ਪ੍ਰਸੰਨਤਾ ਹੈ। ਸਹਿਜ ਸੁਭਾਵਕ ਵਿਕਾਸ ਦਾ ਨਾਮ ਪ੍ਰਸੰਨਤਾ ਹੈ। ਮੈਂ ਥੋੜੀਆਂ ਜਿਹੀਆਂ ਬੇਨਤੀਆਂ ਕਰਕੇ ਟੌਪਿਕ ਅੱਗੇ ਸ਼ੁਰੂ ਕਰਾਂ। ਜਿਵੇਂ ਅਸੀਂ ਦੇਖਦੇ ਹਾਂ ਨਿੱਕਾ ਜਿਹਾ ਬੱਚਾ ਜਿਸ ਨੇ ਜਨਮ ਲਿਆ ਹੈ, ਹਾਲੀ ਉਹ ਬੋਲਣਾ ਨਹੀਂ ਜਾਣਦਾ, ਬਹਿਣਾ ਨਹੀਂ ਜਾਣਦਾ, ਹੌਲੇ ਹੌਲੇ ਉਹਦਾ ਵਿਕਾਸ ਹੋ ਰਿਹਾ ਹੈ। ਉਹ ਕੋਈ ਸੋਚ ਸਮਝ ਕੇ ਵਿਕਾਸ ਨਹੀਂ ਕਰ ਰਿਹਾ, ਆਟੋਮੈਟਿਕਲੀ ਸਹਿਜ ਸੁਭਾਵਕ ਵਿਕਾਸ ਹੋ ਰਿਹਾ ਹੈ। ਉਹ ਸੁਣ ਰਿਹਾ ਹੈ, ਵੇਖ ਰਿਹਾ ਹੈ, ਸਿੱਖ ਰਿਹਾ ਹੈ, ਤੇ ਹੌਲੇ ਹੌਲੇ ਇੱਕ ਦਿਨ ਉਹਨੂੰ ਉਹਦੀ ਮਾਂ ਫੜ ਕੇ ਬਿਠਾਉਂਦੀ ਹੈ ਤੇ ਹੱਥ ਛੱਡ ਦਿੰਦੀ ਹੈ। ਤੇ ਜਦੋਂ ਬਿਨਾਂ ਹੱਥਾਂ ਤੋਂ ਉਹ ਬਹਿੰਦਾ ਹੈ ਨਾ, ਉਹਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਬੜਾ ਖੁਸ਼ ਹੁੰਦਾ ਹੈ। ਫਿਰ ਉਹ ਬਾਰ-ਬਾਰ ਬਹਿਣ ਦੀ ਟਰਾਈ ਕਰਦਾ ਹੈ। ਉਸ ਤੋਂ ਬਾਅਦ ਉਹ ਖੜਾ ਹੋਣਾ ਸ਼ੁਰੂ ਕਰਦਾ ਹੈ। ਜਿਸ ਦਿਨ ਬਿਨਾਂ ਸਹਾਰੇ ਤੋਂ ਉਹ ਖੜਾ ਹੁੰਦਾ ਹੈ ਤਾਂ ਉਹਨੂੰ ਕਿੰਨੀ ਖੁਸ਼ੀ ਹੁੰਦੀ ਹੈ। ਜਦੋਂ ਬੱਚਾ ਇੱਕ ਕਦਮ ਅਗਾਂਹ ਪੁੱਟਦਾ ਹੈ ਤਾਂ ਕਿੰਨੀ ਖੁਸ਼ੀ ਹੁੰਦੀ ਹੈ, ਉਹ ਤੁਰ ਤੁਰ ਕੇ ਖੁਸ਼ੀ ਮਾਣਦਾ ਹੈ। ਇਹ ਸਾਰਾ ਸਹਿਜ ਸੁਭਾਵਕ ਵਿਕਾਸ ਹੈ। ਫਿਰ ਉਹ ਇੱਕ ਦਿਨ ਬੋਲਣਾ ਸਿੱਖਦਾ ਹੈ, ਪਾਪਾ, ਮਾਮਾ। ਹਾਲਾਂਕਿ ਉਹਨੂੰ ਮਾਂ ਪਾਪਾ ਦਾ ਪਤਾ ਨਹੀਂ, ਪਰ ਜਦੋਂ ਉਹ ਲਫ਼ਜ਼ ਬੋਲਦਾ ਹੈ ਤਾਂ ਉਹਨੂੰ ਕਿੰਨੀ ਖੁਸ਼ੀ ਹੁੰਦੀ ਹੈ। ਇਹ ਸਾਰਾ ਸਹਿਜ ਸੁਭਾਵਕ ਹੋ ਰਿਹਾ ਹੈ। ਫਿਰ ਉਹ ਹੌਲੇ ਹੌਲੇ ਦੌੜਦਾ ਹੈ, ਉਹਨੂੰ ਖੁਸ਼ੀ ਹੁੰਦੀ ਹੈ। ਲੇਕਿਨ ਅੱਗੇ ਅਸੀਂ ਚੱਲੀਏ, ਜਦੋਂ ਉਹ ਸਕੂਲ ਦੇ ਅੰਦਰ ਪੜ੍ਹਨ ਜਾਂਦਾ ਹੈ ਤੇ ਫਿਰ ਉਹ ਦੌੜਦਾ ਹੈ, ਰੇਸ ਦੇ ਅੰਦਰ ਸ਼ਾਮਲ ਹੁੰਦਾ ਹੈ ਤੇ ਉਹ ਫਸਟ ਪ੍ਰਾਈਜ਼ ਜਿੱਤ ਕੇ ਆਉਂਦਾ ਹੈ। ਖੁਸ਼ੀ ਉਦੋਂ ਵੀ ਹੁੰਦੀ ਹੈ, ਲੇਕਿਨ ਉਹ ਖੁਸ਼ੀ ਖੁਸ਼ੀ ਨਹੀਂ ਹੈ, ਕਿਉਂਕਿ ਉਹ ਕਿਸੇ ਨੂੰ ਹਰਾ ਕੇ ਪੈਦਾ ਕੀਤੀ ਗਈ ਹੈ। ਉਹ ਕਿਸੇ ਦੀ ਹਾਰ ਵਿੱਚੋਂ ਪੈਦਾ ਹੋਈ ਹੈ। ਦੂਜੇ ਨੰਬਰ ਤੇ ਉਹ ਖੁਸ਼ੀ ਨਹੀਂ, ਉਹ ਜਿੱਤ ਹੈ। ਅੱਜ ਉਹ ਜਿੱਤ ਕੇ ਆਇਆ ਹੈ, ਕੱਲ ਨੂੰ ਹੋ ਸਕਦਾ ਹੈ ਅਗਲੀ ਰੇਸ ਦੇ ਅੰਦਰ ਕੋਈ ਹੋਰ ਜਿੱਤ ਜਾਏ ਤੇ ਉਹ ਖੁਸ਼ੀ ਗਮੀ ਦੇ ਅੰਦਰ ਬਦਲ ਜਾਏਗੀ, ਕਿਉਂਕਿ ਇਹ ਸਹਿਜ ਸੁਭਾਵਕ ਨਹੀਂ ਸੀ। ਤਾਂ ਜਿਹੜੀ ਪ੍ਰਸੰਨਤਾ ਜਾਂ ਖੁਸ਼ੀ ਕਿਸੇ ਦੀ ਹਾਰ ਦੇ ਵਿੱਚੋਂ ਪੈਦਾ ਹੁੰਦੀ ਹੈ, ਉਹਨੂੰ ਅਸੀਂ ਖੁਸ਼ੀ ਨਹੀਂ ਕਹਿ ਸਕਦੇ। ਤਾਂ ਸਹਿਜ ਸੁਭਾਵਕ ਵਿਕਾਸ ਦਾ ਨਾਮ ਖੁਸ਼ੀ ਹੈ। ਜੇ ਤੁਸੀਂ ਆਪਣੇ ਜੀਵਨ ਵੱਲ ਇਹ ਦੇਖੋ ਕਿ ਕਿੰਨਾ ਤੁਸੀਂ ਸਹਿਜ ਸੁਭਾਵਕ ਵਿਕਾਸ ਕੀਤਾ ਹੈ। ਕਦੀ ਅਸੀਂ ਵੀ ਬੱਚੇ ਸਾਂ, ਬਹਿਣਾ ਸਿੱਖਿਆ, ਤੁਰਨਾ ਸਿੱਖਿਆ, ਬੋਲਣਾ ਸਿੱਖਿਆ, ਫਿਰ ਅਸੀਂ ਪਹਿਲੀ ਚੋਂ ਦੂਜੀ ਵਿੱਚ ਪਾਸ ਹੋ ਗਏ, ਤੀਜੀ ਚੌਥੀ ਵਿੱਚ ਚਲੇ ਗਏ। ਸਹਿਜ ਸੁਭਾਵਕ ਵਿਕਾਸ ਹੁੰਦਾ ਗਿਆ ਨਾ। ਫਿਰ ਸਾਡਾ ਵਿਆਹ ਹੋ ਗਿਆ, ਬੱਚੇ ਹੋ ਗਏ, ਅਸੀਂ ਕਮਾਈ ਕਰਨੀ ਸਿੱਖ ਗਏ। ਇਹ ਸਾਰਾ ਕੁਝ ਸਹਿਜ ਸੁਭਾਵਕ ਵਿਕਾਸ ਹੋਇਆ। ਜੇ ਇਸ ਸਹਿਜ ਸੁਭਾਵਕ ਵਿਕਾਸ ਨੂੰ ਵੇਖੋਗੇ ਤਾਂ ਫਿਰ ਤੁਹਾਡੀ ਜ਼ਿੰਦਗੀ ਦੇ ਅੰਦਰ ਕੇਵਲ ਖੁਸ਼ੀ ਬਚੇਗੀ। ਤੇ ਜੇ ਦੂਜਿਆਂ ਦੇ ਨਾਲ ਕੰਪੇਅਰ ਕਰਨਾ ਸ਼ੁਰੂ ਕਰ ਦੋਗੇ, ਘਾਟਾਂ ਵੇਖੋਗੇ, ਫਿਰ ਜੀਵਨ ਅੰਦਰ ਦੁੱਖ ਸ਼ੁਰੂ ਹੋ ਜਾਣਗੇ। ਤਾਂ ਅਸੀਂ ਕਹਿ ਸਕਦੇ ਹਾਂ ਸਹਿਜ ਸੁਭਾਵਕ ਵਿਕਾਸ ਦਾ ਨਾਮ ਖੁਸ਼ੀ ਹੈ। ਤਾਂ ਖੁਸ਼ੀ ਵਾਸਤੇ, ਸਾਨੂੰ ਸੁਖੀ ਰਹਿਣ ਵਾਸਤੇ
ਚਾਰ ਚੀਜ਼ਾਂ ਦੀ ਜ਼ਰੂਰਤ ਹੈ ਜੇ ਅਸੀਂ ਆਨੰਦਮਈ ਜ਼ਿੰਦਗੀ ਜੀਣੀ ਚਾਹੁੰਦੇ ਹਾਂ। ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਪਹਿਲਾ ਸੁੱਖ ਹੈ ਸਰੀਰਕ ਸੁੱਖ। ਜੇ ਸਰੀਰਕ ਲੋੜਾਂ ਪੂਰੀਆਂ ਹੁੰਦੀਆਂ ਨੇ ਤਾਂ ਸਾਡੀ ਜ਼ਿੰਦਗੀ ਦੇ ਅੰਦਰ ਖੁਸ਼ੀ ਪੈਦਾ ਹੋਏਗੀ। ਤੇ ਜੇ ਸਾਡੇ ਕੋਲ ਰੋਟੀ ਰਜਵੀ ਨਹੀਂ, ਪਾਉਣ ਲਈ ਕੱਪੜੇ ਨਹੀਂ, ਰਹਿਣ ਵਾਸਤੇ ਮਕਾਨ ਨਹੀਂ, ਤਾਂ ਸਾਡੀ ਜ਼ਿੰਦਗੀ ਦੇ ਅੰਦਰ ਖੁਸ਼ੀ ਪੈਦਾ ਨਹੀਂ ਹੋਏਗੀ। ਪਹਿਲੀ ਗੱਲ, ਰੋਟੀ ਕੱਪੜਾ ਔਰ ਮਕਾਨ। ਤਾਂ ਸਾਨੂੰ ਰੋਟੀ ਕੱਪੜਾ ਔਰ ਮਕਾਨ ਵਾਸਤੇ ਕਿਰਤ ਕਰਨੀ ਚਾਹੀਦੀ ਹੈ, ਦਸਾਂ ਨਵਾਂ ਦੀ, ਧਰਮ ਦੀ ਕਿਰਤ। ਜੇ ਸਾਡੀ ਕਿਰਤ ਦੇ ਅੰਦਰ ਗੜਬੜ ਹੋਏਗੀ, 2 ਨੰਬਰ ਦੇ ਧੰਦੇ ਹੋਣਗੇ, ਬੇਗਾਨੀਆਂ ਅਸੀਂ ਪ੍ਰਾਪਰਟੀਆਂ ਹੜਪਾਂਗੇ, ਤਾਂ ਸਾਡੀ ਜ਼ਿੰਦਗੀ ਦੇ ਅੰਦਰ ਖੁਸ਼ੀ ਰਹੇਗੀ ਨਹੀਂ। ਸਾਡੇ ਕੋਲ ਪ੍ਰਾਪਰਟੀ ਤਾਂ ਆਈ ਜਾਏਗੀ ਪਰ ਖੁਸ਼ੀ ਨਹੀਂ ਰਹੇਗੀ। ਖੈਰ, ਜੋ ਤਨ ਦੀ ਖੁਸ਼ੀ ਵਾਸਤੇ, ਸੁੱਖ ਵਾਸਤੇ ਰੋਟੀ ਕੱਪੜਾ ਔਰ ਮਕਾਨ ਚਾਹੀਦਾ ਹੈ, ਉਹਦੇ ਵਾਸਤੇ ਸਾਨੂੰ ਕਿਰਤ ਕਰਨੀ ਚਾਹੀਦੀ ਹੈ। ਦੂਜੀ ਗੱਲ ਹੈ, ਸਰੀਰਕ ਤੌਰ ਤੇ ਸਾਡੀ ਸਿਹਤ ਠੀਕ ਹੋਣੀ ਚਾਹੀਦੀ ਹੈ। ਜੇ ਸਿਹਤ ਠੀਕ ਨਹੀਂ ਹੈ ਤਾਂ ਸਾਡੇ ਕੋਲ ਰੋਟੀ ਕੱਪੜਾ ਮਕਾਨ ਹੋਵੇ, ਧਨ ਦੌਲਤ ਦੀ ਬਹੁਲਤਾ ਵੀ ਹੋਵੇ, ਤਾਂ ਵੀ ਸਾਡੀ ਖੁਸ਼ੀ ਖਤਮ ਹੋ ਜਾਏਗੀ। ਦੇਖੋ ਹੁਣ ਕੋਰੋਨਾ ਦੀ ਮਹਾਮਾਰੀ ਦੇ ਨਾਲ ਪੂਰਾ ਸੰਸਾਰ ਪਰੇਸ਼ਾਨ ਹੈ। ਜਿਹੜੇ ਵਿਚਾਰੇ ਬਿਮਾਰ ਨੇ ਉਹ ਦੁਖੀ ਨੇ, ਜਿਹੜੇ ਉਹਦੇ ਨਾਲ ਨਹੀਂ ਲੜ ਸਕੇ ਉਹ ਉਹਨਾਂ ਮੌਤ ਦੇ ਮੂੰਹ ਵਿੱਚ ਚਲੇ ਗਏ। ਕਿਤਨੇ ਲੋਕ ਹੋਰ ਜਾਣਗੇ ਇਸ ਬਾਰੇ ਕੋਈ ਅੰਦਾਜ਼ਾ ਨਹੀਂ। ਪਰ ਜਿਹੜੇ ਅਸੀਂ ਹਾਲੇ ਬਚੇ ਹੋਏ ਹਾਂ, ਸਾਡੇ ਅੰਦਰ ਵੀ ਗਮ ਔਰ ਚਿੰਤਾ, ਡਰ ਹੈ, ਖੁਸ਼ੀ ਖਤਮ ਹੋਈ ਪਈ ਹੈ ਨਾ ਕਿ ਕਿਤੇ ਸਾਨੂੰ ਨਾ ਹੋ ਜਾਏ। ਤਾਂ ਖੁਸ਼ੀ ਸਾਡੀ ਜ਼ਿੰਦਗੀ ਵਿੱਚ ਸਰੀਰਕ ਵੀ ਤਾਂ ਬਚੇਗੀ ਜੇ ਸਾਡੀ ਸਿਹਤ ਠੀਕ ਹੈ। ਤਾਂ ਸਿਹਤ ਠੀਕ ਰੱਖਣ ਵਾਸਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਖੁਰਾਕ ਆਪਣੀ ਠੀਕ ਰੱਖੀਏ। ਫਾਰ ਐਗਜ਼ਾਮਪਲ, ਸਾਡੀ ਲਿਖਤੀ ਤੌਰ ਤੇ ਸਾਡਾ ਕੋਈ ਏਮ ਨਹੀਂ ਹੈ ਕਿ ਅਸੀਂ ਸਰੀਰਕ ਸਿਹਤ ਕੈਸੀ ਰੱਖਣੀ ਚਾਹੁੰਦੇ ਹਾਂ। ਫਾਰ ਐਗਜ਼ਾਮਪਲ, ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੀਆਂ ਅੱਖਾਂ ਬਿਨਾਂ ਚਸ਼ਮੇ ਤੋਂ ਕਿੰਨੀ ਉਮਰ ਤੱਕ ਵੇਖ ਸਕਣ? ਤਾਂ ਅਸੀਂ ਕਵਾਂਗੇ ਜੀ ਅਸੀਂ ਤੇ ਚਾਹੁੰਦੇ ਹਾਂ ਕਿ ਸਾਰੀ ਉਮਰ ਹੀ ਵੇਖਣ, ਚਸ਼ਮਾ ਲੱਗੇ ਹੀ ਨਾ। ਔਰ ਇਹ ਪੋਸੀਬਿਲਿਟੀ ਹੈ ਕਿ ਅਸੀਂ ਸਾਰੀ ਜ਼ਿੰਦਗੀ ਬਿਨਾਂ ਚਸ਼ਮੇ ਤੋਂ ਵੇਖ ਸਕਦੇ ਹਾਂ, ਪਰ ਸਾਡਾ ਲਿਖਤੀ ਗੋਲ ਕੋਈ ਨਹੀਂ ਕਿ ਅਸੀਂ ਸਾਰੀ ਜ਼ਿੰਦਗੀ ਵੇਖਣਾ ਹੈ। ਹੁਣ ਜੇ ਅਸੀਂ ਸਾਰੀ ਜ਼ਿੰਦਗੀ ਬਿਨਾਂ ਚਸ਼ਮੇ ਤੋਂ ਦੇਖਣਾ ਚਾਹੁੰਦੇ ਹਾਂ ਤਾਂ ਇਹਦੇ ਵਾਸਤੇ ਸਾਨੂੰ ਯਤਨ ਕਰਨਾ ਪਵੇਗਾ ਕਿ ਅਸੀਂ 2-4 ਵਾਰੀ ਦਿਨ ਦੇ ਵਿੱਚ ਅੱਖਾਂ ਦੇ ਵਿੱਚ ਪਾਣੀ ਦੇ ਠੰਡੇ ਦੇ ਛਿੱਟੇ ਮਾਰੀਏ, ਅਸੀਂ ਵਿਟਾਮਿਨ ਏ ਆਦਿਕ ਜਾਂ ਹੋਰ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਨੇ ਉਹ ਲਵੀਏ, ਅਸੀਂ ਅੱਖਾਂ ਦੀ ਕਸਰਤ ਕਰੀਏ ਔਰ ਟੀਵੀ ਜਾਂ ਐਸੀਆਂ ਚੀਜ਼ਾਂ ਦੇ ਅੱਗੇ ਬਹੁਤ ਜ਼ਿਆਦਾ ਇਹਨੂੰ ਯੂਜ਼ ਨਾ ਕਰੀਏ। ਜੇ ਅਸੀਂ ਇਹਨਾਂ ਚੀਜ਼ਾਂ ਦਾ ਇਹਤਿਆਤ ਰੱਖਾਂਗੇ ਤਾਂ ਹੀ ਸਾਨੂੰ ਇਹ ਖੁਸ਼ੀ ਮਿਲੇਗੀ ਨਾ। ਅਸੀਂ ਕੀ ਚਾਹੁੰਦੇ ਹਾਂ ਕਿ ਸਾਡੇ ਦੰਦ ਕਿੰਨੀ ਉਮਰ ਤੱਕ ਕੰਮ ਕਰਦੇ ਰਹਿਣ? ਤਾਂ ਅਸੀਂ ਕਵਾਂਗੇ ਸਾਰੀ ਜ਼ਿੰਦਗੀ। ਪਰ ਜੇ ਅਸੀਂ ਇਹ ਚਾਹੁੰਦੇ ਹਾਂ ਤੇ ਸਾਨੂੰ ਚਾਹੀਦਾ ਨਾ ਕਿ ਅਸੀਂ ਕੈਲਸ਼ੀਅਮ ਵਗੈਰਾ ਦਾ ਖਿਆਲ ਰੱਖੀਏ, ਆਪਣੇ ਦੰਦਾਂ ਦੀ ਸਫਾਈ ਰੱਖੀਏ ਔਰ ਇਸ ਪਾਸੇ ਧਿਆਨ ਦੇਈਏ। ਤਾਂ ਬੇਨਤੀ ਕਰਾਂ, ਸਰੀਰਕ ਸੁੱਖ ਵਿੱਚ ਸਾਨੂੰ ਚਾਹੀਦਾ ਹੈ ਤਾਂ ਹੋਏਗਾ ਜੇ ਸਾਡੀ ਸਿਹਤ ਠੀਕ ਹੋਏਗੀ। ਤੇ ਇਹ ਸੁੱਖ ਪਾਉਣ ਵਾਸਤੇ ਸਾਨੂੰ ਆਪਣੀ ਖੁਰਾਕ ਵੱਲ ਧਿਆਨ ਦੇਣਾ ਚਾਹੀਦਾ ਹੈ ਔਰ ਸਾਨੂੰ ਆਪਣੇ ਜਿਸ ਸਾਡੀ ਉਮਰ ਹੈ ਉਸ ਉਮਰ ਦੇ ਹਿਸਾਬ ਦੇ ਨਾਲ ਸਾਨੂੰ ਕਸਰਤ ਆਦਿ ਕਰਨੀ ਚਾਹੀਦੀ ਹੈ। ਦੂਜਾ ਸੁੱਖ ਦਾ ਸਾਧਨ ਹੈ ਸਾਡਾ ਬੌਧਿਕ ਸੁੱਖ, ਗਿਆਨ। ਮੈਂ ਪਿੱਛੇ ਵੀ ਬੇਨਤੀ ਕੀਤੀ ਸੀ, ਬਹੁਤ ਸਾਰੇ ਲੋਕਾਂ ਦੇ ਕੋਲ ਪ੍ਰਾਪਰਟੀ ਤਾਂ ਹੁੰਦੀ ਹੈ ਪਰ ਉਹਨਾਂ ਦੇ ਕੋਲ ਗਿਆਨ ਨਹੀਂ ਹੁੰਦਾ। ਤੇ ਯਾਦ ਰੱਖਣਾ, ਤਾਕਤ ਔਰ ਪੈਸੇ ਦੇ ਹੁੰਦਿਆਂ ਹੋਇਆਂ ਵੀ ਬਿਨਾਂ ਗਿਆਨ ਤੋਂ ਬੰਦਾ ਜੀਵਨ ਬਾਜੀ ਹਾਰ ਜਾਂਦਾ ਹੈ। ਸਾਰੀਆਂ ਖੁਸ਼ੀਆਂ ਚੌਗਿਰਦੇ ਹੁੰਦਿਆਂ ਹੋਇਆਂ ਵੀ ਗਿਆਨ ਤੋਂ ਬਿਨਾਂ ਬੰਦਾ ਚਿੰਤਾਵਾਂ ਔਰ ਪਰੇਸ਼ਾਨੀਆਂ ਦੇ ਵਿੱਚ ਘਿਰ ਜਾਂਦਾ ਹੈ। ਔਰ ਇੱਕ ਹਕੀਕਤ ਹੈ, ਦੇਖੋ ਇਸ ਦੁਨੀਆ ਦੇ ਵਿੱਚ ਕੋਈ ਕਮੀ ਨਹੀਂ ਕਿਸੇ ਵੀ ਤਰ੍ਹਾਂ ਦੀ। ਹਰ ਪਦਾਰਥ ਇਸ ਦੁਨੀਆ ਦੇ ਵਿੱਚ ਮੌਜੂਦ ਹੈ, ਹਰ ਤਾਕਤ ਸਾਡੇ ਸਰੀਰ ਦੇ ਵਿੱਚ ਹੈ, ਧੀਆਂ ਪੁੱਤਰ ਭੈਣ ਭਰਾ ਸਾਰੇ ਸਾਡੇ ਕੋਲ ਨੇ, ਪਰ ਸਾਨੂੰ ਜੀਵਨ ਦਾ ਢੰਗ ਨਹੀਂ। ਇਸ ਲਈ ਸਾਡੇ ਘਰਾਂ ਦੇ ਵਿੱਚ ਕਲੇਸ਼ ਹੈ। ਨੂੰਹ ਸੱਸ ਨੇ ਕਿਵੇਂ ਆਪਣੇ ਘਰ ਦੇ ਵਿੱਚ ਰਹਿਣਾ ਹੈ, ਉਹਨਾਂ ਨੂੰ ਨਹੀਂ ਗਿਆਨ, ਉਸ ਗਿਆਨ ਦੀ ਵਰਤੋਂ ਨਹੀਂ ਕਰ ਰਹੀਆਂ ਤੇ ਘਰ ਨੂੰ ਕੁਰੂਕਸ਼ੇਤਰ ਦਾ ਮੈਦਾਨ ਬਣਾਇਆ ਹੋਇਆ ਹੈ। ਪਤੀ ਪਤਨੀ ਨੇ, ਹੁਣ ਪਤੀ ਪਤਨੀ ਦਾ ਸੰਬੰਧ ਹੈ ਪਰ ਗਿਆਨ ਨਹੀਂ ਨਾ, ਗਿਆਨ ਦੀ ਵਰਤੋਂ ਨਹੀਂ ਕਰ ਰਹੇ।
ਤੇ ਪਤੀ ਪਤਨੀ ਇੱਕ ਦੂਜੇ ਦੇ ਨਾਲ ਜੂਝ ਰਹੇ ਨੇ, ਬੱਚੇ ਨੇ ਔਰ ਮਾਂ ਪਿਓ ਨੇ। ਹੁਣ ਬੱਚੇ ਔਰ ਮਾਂ ਪਿਓ ਦਾ ਕਿਤਨਾ ਪਿਆਰਾ ਸੰਬੰਧ ਹੈ, ਪਰ ਬੱਚੇ ਔਰ ਮਾਂ ਪਿਓ ਦੀ ਆਪਸ ਦੇ ਵਿੱਚ ਨਹੀਂ ਬਣਦੀ, ਕੋਈ ਰਿਸ਼ਤੇਦਾਰਾਂ ਦੇ ਨਾਲ ਨਹੀਂ ਬਣਦੀ। ਇਹਦਾ ਮਤਲਬ ਸਾਡੇ ਕੋਲ ਕਾਮਨ ਸੈਂਸ ਚਾਹੀਦੀ ਹੈ, ਸਾਡੇ ਕੋਲ ਗਿਆਨ ਚਾਹੀਦਾ ਖੁਸ਼ੀ ਵਾਸਤੇ। ਬੌਧਿਕ ਸੁੱਖ ਸਾਨੂੰ ਤਾਂ ਮਿਲੇਗਾ ਜੇ ਸਾਡੀ ਜ਼ਿੰਦਗੀ ਦੇ ਅੰਦਰ ਗਿਆਨ ਹੋਏਗਾ। ਤੇ ਗਿਆਨ ਅਸੀਂ ਲੈਣਾ ਹੈ ਵਿਦਿਆ ਰਾਹੀਂ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਕੇ, ਵਿਚਾਰ ਕੇ। ਅਸੀਂ ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ ਤੌਰ ਤੇ ਜਿੰਨਾ ਵੀ ਗਿਆਨ ਹੈ ਅਸੀਂ ਲੈ ਸਕਦੇ ਹਾਂ। ਏਡਾ ਵੱਡਾ ਸਾਡੇ ਕੋਲ ਗਿਆਨ ਦਾ ਭੰਡਾਰਾ ਹੈ। ਪਰ ਸ਼ਰਮ ਦੇ ਨਾਲ ਕਹਿਣਾ ਪੈਂਦਾ ਹੈ ਕਿ ਸਿੱਖ ਬਾਣੀ ਪੜ੍ਹਦਾ ਤੇ ਹੈ, ਪਰ ਉਹਦੇ ਅਰਥ ਭਾਵ ਨਹੀਂ ਵਿਚਾਰਦਾ। ਫਾਰ ਐਗਜ਼ਾਮਪਲ, ਸਵਸਤ ਆਥ ਬਾਣੀ ਬਰਮਾਓ, ਇਸ ਪੰਕਤੀ ਦਾ ਅਰਥ ਕਿੰਨੇ ਵੀਰਾਂ ਭੈਣਾਂ ਨੂੰ ਪਤਾ ਹੋਵੇਗਾ? ਮੈਨੂੰ ਨਹੀਂ ਪਤਾ। ਪਰ ਹੁਣ ਅਰਥ ਹੀ ਨਹੀਂ ਪੜ੍ਹ ਰਿਹਾ ਤਾਂ ਸਾਡੇ ਕੋਲ ਗਿਆਨ ਕਿਵੇਂ ਆਏਗਾ? ਦੇਖੋ, ਸਾਡੀ ਜੋ ਸਿੱਖ ਕਮਿਊਨਿਟੀ ਹੈ ਨਾ, ਇਹਦੇ ਵਿੱਚ ਪੜ੍ਹਨ ਦੀ ਬਹੁਤ ਵੱਡੀ ਘਾਟ ਹੈ। ਹਰ ਗੁਰਦੁਆਰਾ ਸਾਹਿਬ ਵਿੱਚ ਲਾਇਬ੍ਰੇਰੀਆਂ ਨੇ। ਜਿੰਨੇ ਵੀ ਤੁਸੀਂ ਵੀਰ ਭੈਣਾਂ ਕਲਾਸ ਵਿੱਚ ਬੈਠੇ ਹੋ, ਬਹੁਤ ਸੂਝਵਾਨ ਹੋ। ਕਿੰਨੇ ਕੁ ਲੋਕਾਂ ਨੂੰ ਤੁਸੀਂ ਦੇਖਦੇ ਹੋ ਕਿ ਗੁਰਦੁਆਰਾ ਸਾਹਿਬ ਦੇ ਵਿੱਚੋਂ, ਲਾਇਬ੍ਰੇਰੀ ਚੋਂ ਕਿਤਾਬ ਲੈ ਜਾਂਦੇ ਨੇ ਔਰ ਪੜ੍ਹ ਕੇ ਇੱਕ ਹਫ਼ਤੇ ਬਾਅਦ ਵਾਪਸ ਕਰ ਦਿੰਦੇ ਨੇ। ਕਦੇ ਕੋਈ ਆਇਆ ਲਾਇਬ੍ਰੇਰੀਆਂ ਖਾਲੀ ਪਈਆਂ ਨੇ? ਅਸੀਂ ਬਾਣੀ ਦੇ ਅਰਥ ਨਹੀਂ ਪੜ੍ਹਦੇ, ਅਸੀਂ ਜਨਰਲ ਨੌਲੇਜ ਦੀਆਂ ਪੁਸਤਕਾਂ ਨਹੀਂ ਪੜ੍ਹਦੇ, ਅਸੀਂ ਮੋਟੀਵੇਸ਼ਨ ਵਾਲੀਆਂ ਕਿਤਾਬਾਂ ਅਸੀਂ ਨਹੀਂ ਪੜ੍ਹਦੇ, ਤੇ ਫਿਰ ਸਾਡੀ ਜ਼ਿੰਦਗੀ ਵਿੱਚ ਗਿਆਨ ਕਿਵੇਂ ਆਏਗਾ? ਇਸ ਲਈ ਗਿਆਨ ਆਉਣਾ ਹੈ ਪੜ੍ਹਾਈ ਦੇ ਨਾਲ, ਔਰ ਫਿਰ ਗਿਆਨ ਦੀ ਸਹੀ ਵਰਤੋਂ ਕਰਨੀ ਹੈ, ਵਿਵੇਕ ਬੁੱਧ ਦੀ। ਇਸ ਲਈ ਬੌਧਿਕ ਸੁੱਖ ਵਾਸਤੇ ਸਾਨੂੰ ਚਾਹੀਦਾ ਹੈ ਗਿਆਨ। ਇਸ ਲਈ ਗਿਆਨ ਵਰਧਕ ਪੁਸਤਕਾਂ ਪੜ੍ਹੋ, ਇਤਿਹਾਸ ਦੀਆਂ ਪੁਸਤਕਾਂ ਪੜ੍ਹੋ, ਗੁਰਬਾਣੀ ਆਪ ਪੜ੍ਹੋ, ਗੁਰਬਾਣੀ ਦੇ ਅਰਥ ਭਾਵਾਂ ਨੂੰ ਵਿਚਾਰੋ, ਤਾਂ ਜ਼ਿੰਦਗੀ ਦੇ ਅੰਦਰ ਗਿਆਨ ਔਰ ਕਾਮਨ ਸੈਂਸ ਪੈਦਾ ਹੋਏਗੀ। ਉਸ ਕਾਮਨ ਸੈਂਸ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਆਏਗੀ, ਅਸੀਂ ਗਿਆਨ ਦੀ ਸਹੀ ਵਰਤੋਂ ਕਰ ਸਕਾਂਗੇ। ਤੀਜਾ ਹੈ ਮਾਨਸਿਕ ਸੁੱਖ। ਆਮ ਬੰਦੇ ਦੀ ਸ਼ਿਕਾਇਤ ਹੈ ਕਿ ਮੈਨੂੰ ਇਸ ਜੀਵਨ ਅੰਦਰ ਸੱਚਾ ਪਿਆਰ ਨਹੀਂ ਮਿਲਿਆ, ਸੱਚਾ ਪ੍ਰੇਮ ਨਹੀਂ ਮਿਲਿਆ, ਮਾਨ ਸਤਕਾਰ ਨਹੀਂ ਮਿਲਿਆ। ਲੋਕ ਅੱਜ ਕੱਲ੍ਹ ਕਿਸੇ ਦਾ ਮਾਣ ਨਹੀਂ ਕਰਦੇ, ਸਤਕਾਰ ਨਹੀਂ ਕਰਦੇ, ਅਦਬ ਨਹੀਂ ਕਰਦੇ, ਵੱਡੇ ਛੋਟੇ ਦਾ ਲਿਹਾਜ਼ ਨਹੀਂ ਰਿਹਾ। ਅਸੀਂ ਇਹ ਗੱਲਾਂ ਆਮ ਕਰਦੇ ਔਰ ਸੁਣਦੇ ਹਾਂ। ਸਾਨੂੰ ਸੱਚਾ ਪਿਆਰ ਨਹੀਂ ਮਿਲਿਆ, ਔਰ ਗੱਲ ਠੀਕ ਹੈ। ਵਾਸਤਵ ਦੇ ਅੰਦਰ ਹੀ ਸੱਚੇ ਪ੍ਰੇਮ ਦੀ ਘਾਟ ਇਸ ਦੁਨੀਆ ਦੇ ਅੰਦਰ ਹੈ। ਝੂਠਾ ਪਿਆਰ ਵੇਖਣ ਨੂੰ ਮਿਲਦਾ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਲੇਕਿਨ ਸਾਚੀ ਪ੍ਰੀਤ, ਸੱਚਾ ਪਿਆਰ ਇਸ ਦੁਨੀਆ ਵਿੱਚ ਮਿਲਿਆ ਨਹੀਂ। ਹੁਣ ਜਿਵੇਂ ਮੰਨ ਲਓ ਮੈਂ ਵੀ ਕਹਿ ਰਿਹਾ, ਤੁਸੀਂ ਵੀ ਕਹਿ ਰਹੇ ਹੋ ਕਿ ਸਾਨੂੰ ਸੱਚਾ ਪਿਆਰ ਨਹੀਂ ਮਿਲਿਆ, ਤੇ ਜੇ ਕੋਈ ਸਾਡੇ ਤੋਂ ਪੁੱਛੇ ਕਿ ਤੁਸੀਂ ਕਿਸੇ ਨਾਲ ਸੱਚਾ ਪਿਆਰ ਕੀਤਾ, ਇਹਦਾ ਉੱਤਰ ਕੀ ਦਿਆਂਗੇ? ਕੀਤਾ ਤੇ ਅਸੀਂ ਵੀ ਨਹੀਂ। ਪਹਿਲੀ ਗੱਲ ਤਾਂ ਆਮ ਬੰਦੇ ਨੂੰ ਪਿਆਰ ਦੀ ਡੈਫੀਨੇਸ਼ਨ ਦਾ ਹੀ ਨਹੀਂ ਪਤਾ ਹੈ। ਪਿਆਰ ਦੀ ਡੈਫੀਨੇਸ਼ਨ ਕੀ? ਤੇ ਜਿਹੜਾ ਬੰਦਾ ਪਿਆਰ ਦੀ ਡੈਫੀਨੇਸ਼ਨ ਬਾਰੇ ਹੀ ਸਪਸ਼ਟ ਨਹੀਂ, ਉਹ ਬੰਦਾ ਕਿਸੇ ਨਾਲ ਪਿਆਰ ਕੀ ਕਰੇਗਾ? ਤਾਂ ਪਿਆਰ ਦੀ ਡੈਫੀਨੇਸ਼ਨ ਆਪ ਜੇ ਕਾਗਜ਼ ਕਾਪੀ ਲੈ ਕੇ ਬਹਿੰਦੇ ਹੋ ਤਾਂ ਨੋਟ ਕਰ ਲਓ। ਪ੍ਰੇਮ ਦੀ ਡੈਫੀਨੇਸ਼ਨ ਇਹ ਹੋਏਗੀ ਕਿ ਸ਼ੁਭ ਔਰ ਨਿਸਵਾਰਥ ਭਾਵਨਾਵਾਂ ਦੇ ਨਾਲ ਕਿਸੇ ਅੱਗੇ ਕੀਤੇ ਗਏ ਸਮਰਪਣ ਦਾ ਨਾਮ ਪ੍ਰੇਮ ਹੈ। ਤੇ ਅਸੀਂ ਤੇ ਗੁਰੂ ਅੱਗੇ ਵੀ ਸਮਰਪਣ ਨਹੀਂ ਕੀਤਾ, ਘਰ ਦੇ ਬੱਚਿਆਂ ਪਰਿਵਾਰ ਅੱਗੇ ਸਮਰਪਣ ਨਹੀਂ ਕੀਤਾ। ਅਸੀਂ ਇੱਕ ਦਿਨ ਆਪਣੇ ਪਰਿਵਾਰ ਵਿੱਚ ਬੈਠ ਕੇ ਗੱਲ ਕਰ ਰਹੇ ਸਾਂ, ਤੇ ਗੱਲ ਚੱਲ ਰਹੀ ਸੀ ਕਿ ਪਰਿਵਾਰਾਂ ਦੇ ਅੰਦਰ ਸਾਨੂੰ ਕੰਪਰੋਮਾਈਜ਼ ਕਰਨਾ ਚਾਹੀਦਾ ਹੈ ਇੱਕ ਦੂਜੇ ਦੇ ਨਾਲ। ਜੇ ਅਸੀਂ ਪਰਿਵਾਰਾਂ ਨੂੰ ਸੁਖੀ ਰੱਖਣਾ ਚਾਹੁੰਦੇ ਹਾਂ, ਕੰਪਰੋਮਾਈਜ਼ ਕਰਨਾ ਚਾਹੀਦਾ ਹੈ। ਇਹ ਗੱਲ ਆਮ ਲੋਕ ਕਹਿੰਦੇ ਨੇ, ਗੱਲ ਬਹੁਤ ਚੰਗੀ ਹੈ, ਲੇਕਿਨ ਇੱਕ ਬੇਨਤੀ ਕਰਾਂ, ਕੰਪਰੋਮਾਈਜ਼ ਉਦੋਂ ਕੀਤਾ ਜਾਂਦਾ ਹੈ ਜਦੋਂ ਅਸੀਂ ਕਿਸੇ ਨਾਲ ਸਹਿਮਤ ਨਹੀਂ, ਪਰ ਅਸੀਂ ਸਹਿਮਤੀ ਪ੍ਰਗਟਾ ਦਿੰਦੇ ਹਾਂ ਵੀ ਕੁਛ ਤੂੰ ਥੱਲੇ ਆ, ਕੁਛ ਮੈਂ ਆਨਾ। ਕੰਪਰੋਮਾਈਜ਼ ਤੇ ਕੰਪਰੋਮਾਈਜ਼ ਟੁੱਟਦੇ ਨੇ। ਦੇਸ਼ਾਂ ਦੇ ਕੰਪਰੋਮਾਈਜ਼ ਟੁੱਟ ਜਾਂਦੇ ਨੇ, ਵਪਾਰੀਆਂ ਦੇ ਟੁੱਟ ਜਾਂਦੇ ਨੇ, ਮਿੱਤਰਾਂ ਦੇ ਟੁੱਟ ਜਾਂਦੇ ਨੇ, ਪਤੀ ਪਤਨੀ ਦੇ ਟੁੱਟ ਜਾਂਦੇ ਨੇ। ਕੰਪਰੋਮਾਈਜ਼ ਟੁੱਟੇਗਾ। ਇਸ ਲਈ ਕੰਪਰੋਮਾਈਜ਼ ਦੇ ਨਾਲ ਸदैवी ਸ਼ਾਂਤੀ ਨਹੀਂ ਆਏਗੀ।
ਜੇ ਪਰਿਵਾਰਕ ਸੁੱਖ ਚਾਹੁੰਦੇ ਹਾਂ ਤਾਂ ਸਾਨੂੰ ਸਮਰਪਣ ਕਰਨਾ ਚਾਹੀਦਾ ਹੈ, ਇੱਕ ਦੂਜੇ ਅੱਗੇ ਸਰੈਂਡਰ ਹੋ ਜਾਣਾ ਚਾਹੀਦਾ ਹੈ, ਪੂਰਨ ਤੌਰ ਤੇ ਸਰੈਂਡਰ। ਪਤੀ ਪਤਨੀ ਅੱਗੇ, ਪਤਨੀ ਪਤੀ ਅੱਗੇ, ਮਾਂ-ਬਾਪ ਬੱਚਿਆਂ ਅੱਗੇ, ਬੱਚੇ ਮਾਂ-ਬਾਪ ਅੱਗੇ ਇੱਕ ਸਾਂਝਾ ਗੋਲ ਬਣਾ ਕੇ ਸਾਰੇ ਪਰਿਵਾਰ ਨੂੰ ਉਹਦੇ ਅੱਗੇ ਸਰੈਂਡਰ ਹੋਣਾ ਚਾਹੀਦਾ ਹੈ। ਤੇ ਜਦੋਂ ਅਸੀਂ ਸਰੈਂਡਰ ਹੋਵਾਂਗੇ ਸ਼ੁਭ ਔਰ ਨਿਸਵਾਰਥ ਭਾਵਨਾਵਾਂ ਦੇ ਨਾਲ, ਉੱਥੋਂ ਪ੍ਰੇਮ ਆਰੰਭ ਹੋਏਗਾ। ਇਸ ਲਈ ਸਾਨੂੰ ਮਾਨਸਿਕ ਸੁੱਖ ਵਾਸਤੇ ਚਾਹੀਦਾ ਹੈ ਪ੍ਰੇਮ, ਤੇ ਪ੍ਰੇਮ ਦੀ ਦੂਜੀ ਸ਼ਰਤ ਹੈ ਤਿਆਗ। ਜੇ ਅਸੀਂ ਤਿਆਗ ਕਰਾਂਗੇ ਤਾਂ ਕਿਸੇ ਨਾਲ ਪ੍ਰੇਮ ਕਰਾਂਗੇ ਨਾ। ਜਿਨ੍ਹਾਂ ਨੇ ਸਿੱਖੀ ਨਾਲ ਪ੍ਰੇਮ ਕੀਤਾ ਹੈ, ਪ੍ਰੇਮ ਨੂੰ ਨਿਭਾਇਆ ਹੈ, ਉਹਨਾਂ ਨੇ ਤਿਆਗ ਵੇਖੋ ਕਿੱਡਾ ਵੱਡਾ ਕੀਤਾ ਹੈ ਕਿ 6-6 ਮਹੀਨਿਆਂ ਦੇ ਬੱਚਿਆਂ ਦੇ ਟੁਕੜੇ ਕਰਵਾ ਕੇ ਝੋਲੀਆਂ ਚ ਪਵਾਏ ਨੇ। ਏਡਾ ਵੱਡਾ ਤਿਆਗ। ਨੇਜੇ ਦੇ ਅੰਦਰ ਪਰੁੱਚਿਆ ਹੋਇਆ ਬੱਚਾ ਆਪਣੀ ਝੋਲੀ ਵਿੱਚ ਬਹਿ ਕੇ ਤੇ ਮਾਂ ਕਹਿ ਰਹੀ ਹੈ ਤੇਰਾ ਕੀ ਆ ਮਿੱਠਾ ਲੱਗ ਗਿਆ। ਬੱਚੇ ਦਾ ਕਲੇਜਾ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਸੁਣਿਆ ਜਾ ਰਿਹਾ ਤੇ ਉਹ ਕਹਿ ਰਿਹਾ ਤੇਰਾ ਕੀ ਆ ਮਿੱਠਾ ਲੱਗ ਗਿਆ। ਏਡਾ ਵੱਡਾ ਤਿਆਗ ਜਿਹੜਾ ਕਰ ਸਕਦਾ ਹੈ ਉਹ ਸੱਚਾ ਪਿਆਰ ਕਰਨ ਵਾਲਾ। ਤਾਂ ਦੂਜਾ ਸੁੱਖ ਸੀ ਸਾਡਾ, ਤੀਜਾ ਸੁੱਖ ਹੈ ਮਾਨਸਿਕ ਸੁੱਖ। ਤੇ ਮਾਨਸਿਕ ਸੁੱਖ ਮਿਲਦਾ ਹੈ ਸਾਨੂੰ ਜਦੋਂ ਕੋਈ ਪ੍ਰੇਮ ਕਰਨ ਵਾਲੇ ਮਿਲਦੇ ਨੇ। ਤੇ ਪ੍ਰੇਮ ਭਾਈ ਐਵੇਂ ਨਹੀਂ ਮਿਲਦਾ ਵੀ ਕਿਸੇ ਦੀ ਕੋਠੀ ਤੇ ਕਬਜ਼ਾ ਕਰ ਲਓ, ਜਾਂਦੇ ਕਿਸੇ ਦੀ ਕਾਰ ਦਾ ਸ਼ੀਸ਼ਾ ਭੰਨ ਜਾਓ, ਕਿਸੇ ਦਾ ਸਾਈਕਲ ਪੈਂਚਰ ਕਰ ਦਿਓ, ਕਿਸੇ ਦੇ ਘਰ ਅੱਗੇ ਕੂੜਾ ਸੁੱਟਾਓ, ਕਿਸੇ ਦੀ ਚੁਗਲੀ ਨਿੰਦਾ ਕਰੋ। ਐਵੇਂ ਪ੍ਰੇਮ ਥੋੜੀ ਮਿਲੇਗਾ। ਪ੍ਰੇਮ ਮਿਲੇਗਾ ਦੁਨੀਆ ਵਿੱਚ ਸਹਿਯੋਗ ਕਰਨ ਦੇ ਨਾਲ। ਇਸ ਲਈ ਗੁਰੂ ਜੀ ਕਹਿੰਦੇ ਨੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਨ ਪਾਈ ਹੈ। ਕਿਸੇ ਦਾ ਸਹਿਯੋਗ ਕਰੋ, ਡਿੱਗੇ ਹੋਏ ਨੂੰ ਉਠਾਓ, ਰੋਂਦੇ ਹੋਏ ਨੂੰ ਚੁੱਪ ਕਰਾਓ, ਬੇਸਹਾਰੇ ਨੂੰ ਸਹਾਰਾ ਦਿਓ। ਸਹਿਯੋਗ ਔਰ ਨਿਸ਼ਕਾਮ ਔਰ ਨਿਸਵਾਰਥ ਭਾਵਨਾਵਾਂ ਦੇ ਨਾਲ ਫਿਰ ਤੁਹਾਨੂੰ ਇਸ ਜ਼ਿੰਦਗੀ ਦੇ ਵਿੱਚ ਪ੍ਰੇਮ ਮਿਲੇਗਾ। ਤੇ ਚੌਥਾ ਹੈ ਆਤਮਿਕ ਸੁੱਖ, ਪ੍ਰਭੂ ਨਾਲ ਪਿਆਰ। ਸੱਚ ਨਾਲ ਜੁੜੋ, ਗੁਰਬਾਣੀ ਨਾਲ ਜੁੜੋ, ਸ਼ੁਭ ਗੁਣਾਂ ਦੀ ਧਾਰਨੀ ਹੋਵੋ, ਇੱਕ ਚੰਗੇ ਅਨੁਸ਼ਾਸਨ ਵਾਲੀ ਜ਼ਿੰਦਗੀ ਜੀਵੋ, ਤਾਂ ਫਿਰ ਤੁਸੀਂ ਆਪਣੇ ਆਪ ਤੋਂ ਸੰਤੁਸ਼ਟ ਹੋਵੋਗੇ। ਅਸੀਂ ਬਾਹਰੀ ਤੌਰ ਤੇ ਤਾਂ ਬਹੁਤ ਚੰਗੇ ਬਣੇ ਰਹਿੰਦੇ ਹਾਂ, ਪਰ ਜਦੋਂ ਅਸੀਂ ਆਪਣੇ ਅੰਤਰ ਆਤਮ ਵਿੱਚ ਝਾਤ ਮਾਰਦੇ ਹਾਂ ਤਾਂ ਅੰਦਰੋਂ ਬੜੀ ਬੁਰੀ ਆਵਾਜ਼ ਆਉਂਦੀ ਹੈ ਕਿ ਭਲੇ ਪੁਰਸ਼ਾ ਜੋ ਕੁਛ ਤੂੰ ਬਾਹਰੋਂ ਬਣਿਆ ਹੋਇਆ ਹੈ ਉਹ ਹੈ ਤੇ ਨਹੀਂ। ਆਤਮ ਗਿਲਾਨੀ ਪੈਦਾ ਹੁੰਦੀ ਹੈ। ਇਸ ਲਈ ਆਪਣਾ ਹਿਰਦਾ ਇੰਨਾ ਸਾਫ਼ ਰੱਖੋ ਕਿ ਜਦੋਂ ਆਪ ਅੰਦਰ ਝਾਤ ਮਾਰੋ ਤਾਂ ਤੁਹਾਨੂੰ ਸੰਤੁਸ਼ਟੀ ਮਿਲੇ, ਖੁਸ਼ੀ ਮਿਲੇ। ਇਸ ਲਈ ਸ਼ੁਭ ਗੁਣਾਂ ਦੇ ਨਾਲ ਜੁੜਨਾ, ਯੂਨੀਵਰਸਲ ਟਰੁੱਥ ਦੇ ਨਾਲ ਜੁੜਨਾ ਔਰ ਚੰਗਾ ਇੱਕ ਸੰਗੀਤਮਈ ਜ਼ਿੰਦਗੀ ਜੀਣੀ, ਆਪਣੇ ਅੰਦਰ ਇਖਲਾਕੀ ਜ਼ਰੂਰਤ ਪੈਦਾ ਕੀਤਿਆਂ ਆਤਮਿਕ ਸੁੱਖ ਦੀ ਦਾਤ ਸਾਡੀ ਝੋਲੀ ਦੇ ਅੰਦਰ ਪੈਂਦੀ ਹੈ। ਇਸ ਤੋਂ ਇਲਾਵਾ ਪਰਿਵਾਰਕ ਸੁੱਖ ਹੈ। ਹੁਣ ਜੇ ਸਾਰੇ ਹੁਣ ਸੁੱਖ, ਤੇ ਜੇਕਰ ਸਾਡੇ ਪਰਿਵਾਰ ਦੇ ਅੰਦਰ ਸੁੱਖ ਨਹੀਂ, ਪਰਿਵਾਰ ਦੇ ਅੰਦਰ ਇੱਕ ਜੀਵ ਜੇ ਗੜਬੜ ਕਰੇਗਾ ਨਾ ਤਾਂ ਸਾਰੇ ਪਰਿਵਾਰ ਦਾ ਬੇੜਾ ਗਰਕ ਕਰ ਦੇਵੇਗਾ। ਕਿਸੇ ਪਰਿਵਾਰ ਨੂੰ ਖਤਮ ਕਰਨ ਲਈ ਇੱਕ ਮੈਂਬਰ ਹੀ ਕਾਫੀ ਹੁੰਦਾ ਹੈ। ਇਸ ਲਈ ਪਰਿਵਾਰ ਦਾ ਸੁੱਖ ਸਾਨੂੰ ਤਾਂ ਮਿਲੇਗਾ, ਉਹਦੇ ਵਾਸਤੇ ਸਾਂਝਾ ਗੋਲ ਬਣਾਓ ਔਰ ਇੱਕ ਦੂਜੇ ਅੱਗੇ ਸਮਰਪਣ ਕਰੋ। ਕਿਉਂਕਿ ਤੁਹਾਡਾ ਪਰਿਵਾਰ ਇਕੱਠਾ ਤਾਂ ਰਹਿ ਸਕਦਾ ਹੈ ਜੇ ਤੁਸੀਂ ਸਮਰਪਣ ਕਰੋ। ਪਰਿਵਾਰ ਦੇ ਅੰਦਰ ਸਮਾਂ ਬਿਤਾਓ, ਪਰਿਵਾਰ ਦੇ ਅੰਦਰ ਸਮਾਂ ਬਿਤਾਓ, ਇੱਕ ਦੂਜੇ ਨਾਲ ਪਿਆਰ ਦਾ ਇਜ਼ਹਾਰ ਕਰੋ, ਇੱਕ ਦੂਜੇ ਦਾ ਸਹਿਯੋਗ ਕਰੋ, ਸਾਂਝਾ ਗੋਲ ਬਣਾਓ ਔਰ ਸਾਰਾ ਪਰਿਵਾਰ ਉਸ ਗੋਲ ਵਾਸਤੇ ਕੰਮ ਕਰੋ। ਫਿਰ ਪਰਿਵਾਰ ਦੇ ਅੰਦਰ ਸ਼ਾਂਤੀ ਪੈਦਾ ਹੋਏਗੀ। ਦੇਖੋ ਸਾਡੇ ਪਰਿਵਾਰਾਂ ਦਾ ਆਮ ਕਰਕੇ ਸਾਂਝਾ ਗੋਲ ਨਹੀਂ ਹੁੰਦਾ। ਆਰਥਿਕ, ਸਮਾਜਿਕ ਔਰ ਬੌਧਿਕ, ਧਾਰਮਿਕ ਇੱਕ ਸਾਂਝਾ ਗੋਲ ਬਣਾਓ ਕਿ ਧਾਰਮਿਕ ਤੌਰ ਤੇ ਅਸੀਂ ਕੈਸੀ ਜ਼ਿੰਦਗੀ ਜੀਣੀ ਹੈ। ਗੁਰਦੁਆਰਾ ਸਾਹਿਬ ਜਾਓ, ਸਵੇਰੇ ਉੱਠ ਕੇ ਬਾਣੀ ਦਾ ਪਠਨ ਪਾਠਨ ਕਰੋ, ਗੁਰਬਾਣੀ ਦੀ ਸ਼ਾਮ ਨੂੰ ਬੈਠ ਜਾਓ ਸਾਰਾ ਪਰਿਵਾਰ, 5 ਮਿੰਟ ਜ਼ਿੰਦਗੀ ਦੇ ਕੱਢੋ ਤੇ ਇੱਕ ਸ਼ਬਦ ਦਾ ਮੀਨਿੰਗ ਡੇਲੀ ਪੜ੍ਹ ਲਓ। ਸਮਝ ਆਵੇ ਜਾਂ ਨਾ ਆਵੇ, ਮਾਂ-ਬਾਪ ਬੈਠ ਜਾਓ, ਨੂੰਹ ਪੁੱਤਰ ਬਹਿ ਜਾਓ, ਬੱਚਿਆਂ ਨੂੰ ਕੋਲ ਬਿਠਾ ਲਓ, ਇੱਕ ਸ਼ਬਦ ਦਾ ਮੀਨਿੰਗ ਡੇਲੀ ਪੜ੍ਹੋ। ਤੇ ਮੈਂ ਗਾਰੰਟੀ ਦੇ ਨਾਲ ਕਹਿਣਾ, ਜਿਸ ਪਰਿਵਾਰ ਵਿੱਚ ਡੇਲੀ ਇੱਕ ਸ਼ਬਦ ਦਾ ਮੀਨਿੰਗ ਪੜਿਆ ਜਾਏਗਾ, ਠੀਕ 6 ਮਹੀਨਿਆਂ ਵਿੱਚ ਉਸ ਪਰਿਵਾਰ ਦੇ ਅੰਦਰ ਬਾਹਰਲੀ ਇਕਸਾਰਤਾ ਪੈਦਾ ਹੋ ਜਾਏਗੀ, ਅੰਦਰਲੀ ਇਕਸੁਰਤਾ ਪੈਦਾ ਹੋ ਜਾਏਗੀ। ਉਸ ਪਰਿਵਾਰ ਦੇ ਅੰਦਰ ਕਦੇ ਲੜਾਈ ਦੰਗਾ ਨਹੀਂ ਹੋਏਗਾ,
ਉੱਥੇ ਕਦੇ ਤਲਾਕ ਨਹੀਂ ਹੋਏਗੀ। ਉਸ ਪਰਿਵਾਰ ਦੇ ਬੱਚੇ ਕਦੇ ਕਲਚਰ ਤੋਂ ਦੂਰ ਨਹੀਂ ਜਾਣਗੇ ਔਰ ਦੂਰ ਹੋਏ ਗਏ ਹੋਏ ਬੱਚੇ ਵਾਪਸ ਆਉਣ ਦੀ ਸੰਭਾਵਨਾ ਬਣ ਜਾਏਗੀ। ਇਸ ਲਈ ਪਰਿਵਾਰ ਦੇ ਅੱਗੇ ਆਪਣਾ ਇੱਕ ਸਾਂਝਾ ਗੋਲ ਬਣਾਓ ਕਿ ਸਾਡੀ ਇਨਕਮ ਕਿੰਨੀ ਹੈ, ਸਾਡਾ ਬਜਟ ਕਿੰਨਾ ਹੈ, ਕਿੱਥੇ ਕਿੰਨਾ ਖਰਚ ਕਰਨਾ ਹੈ, ਕਿੱਥੇ ਕਿਸ ਹਿਸਾਬ ਦੇ ਨਾਲ ਮਿਲਣਾ ਵਰਤਣਾ ਹੈ। ਇੱਕ ਸਾਂਝਾ ਗੋਲ ਸਾਰਾ ਪਰਿਵਾਰ ਬਹਿ ਕੇ ਬਣਾ ਲਵੇ ਔਰ ਉਸ ਗੋਲ ਅੱਗੇ ਸਾਰੇ ਸਮਰਪਣ ਕਰ ਦਿਓ ਇੱਕ ਦੂਜੇ ਨੂੰ ਵੇਖ ਕੇ ਖੁਸ਼ ਹੋਵੋ। ਜਿਵੇਂ ਉਸ ਦਿਨ ਮੈਂ ਕਿਹਾ ਸੀ ਨਾ ਕਿ ਸਵੇਰੇ ਆਪਣੀ ਘਰਵਾਲੀ ਨੂੰ ਮਿਲੋ ਤੇ ਆਈ ਲਵ ਯੂ, ਘਰਵਾਲੀ ਪਤੀ ਨੂੰ ਮਿਲੇ ਤੇ ਆਈ ਲਵ ਯੂ। ਬੱਚਿਆਂ ਨੂੰ ਕਹੋ, ਮਾਂ-ਬਾਪ ਨੂੰ ਕਹੋ, ਅਹਿਸਾਸ ਕਰਾਓ, ਇੱਕ ਦੂਜੇ ਵਾਸਤੇ ਸਮਰਪਣ ਕਰੋ, ਪਰਿਵਾਰਕ ਸੁੱਖ ਪੈਦਾ ਹੋਏਗਾ। ਹੁਣ ਇਸ ਤੋਂ ਅੱਗੇ ਅਸੀਂ ਚੱਲਦੇ ਹਾਂ ਕਿ ਸदैਵੀਂ ਖੁਸ਼ੀ ਵਾਸਤੇ ਸਾਨੂੰ ਕੀ ਕੁਛ ਕਰਨ ਦੀ ਜ਼ਰੂਰਤ ਹੈ। ਉਹਦੇ ਵਾਸਤੇ ਪੁਆਇੰਟ ਨੋਟ ਕਰ ਲਓ ਕਿ ਸਦਾ ਵਿਕਾਸਸ਼ੀਲ ਬਣੇ ਰਹੋ। ਜੇ ਮਨੁੱਖੀ ਜ਼ਿੰਦਗੀ ਚੋਂ ਵਿਕਾਸ ਨੂੰ ਪਾਸੇ ਕਰ ਦਿੱਤਾ ਜਾਏ ਨਾ, ਵਿਕਾਸ ਨੂੰ, ਤਾਂ ਮਨੁੱਖ ਜੰਗਲੀ ਜਾਨਵਰਾਂ ਦੀ ਤਰ੍ਹਾਂ ਵਿਚਰਦਾ ਹੋਇਆ ਨਜ਼ਰੀ ਪਵੇਗਾ। ਜੇ ਮਨੁੱਖੀ ਜ਼ਿੰਦਗੀ ਚੋਂ ਵਿਕਾਸ ਨੂੰ ਇੱਕ ਪਾਸੇ ਕਰ ਦਿਓ ਤਾਂ ਬੰਦਾ ਜੰਗਲੀ ਜਾਨਵਰਾਂ ਦੀ ਤਰ੍ਹਾਂ ਵਿਚਰਦਾ ਹੋਇਆ ਨਜ਼ਰੀ ਪਵੇਗਾ। ਦੇਖੋ, ਆ ਸਾਡੇ ਕੱਪੜੇ ਨੇ, ਘਰ ਨੇ, ਮਕਾਨ ਨੇ, ਅੱਗ ਹੈ, ਇਹ ਕਦੇ ਖੋਜ ਹੋਈ ਸੀ? ਕਦੇ ਸਾਡੇ ਪੁਰਖੇ ਜੰਗਲਾਂ ਦੇ ਵਿੱਚ ਨੰਗੇ ਵਿਚਰਦੇ ਸਨ। ਜੇ ਵਿਕਾਸ ਨੂੰ ਪਾਸੇ ਕਰ ਦਿਓਗੇ ਜੰਗਲੀ ਜਾਨਵਰ ਵਰਗੇ ਬਣ ਜਾਵਾਂ। ਤੇ ਜੇ ਅਸੀਂ ਚਾਹੁੰਦੇ ਹਾਂ ਸਾਡੀ ਜ਼ਿੰਦਗੀ ਅੰਦਰ ਸदैਵੀਂ ਖੁਸ਼ੀ ਬਣੇ, ਨਵੀਂ ਤੋਂ ਨਵੀਂ ਖੁਸ਼ੀ ਬਣੇ, ਤਾਂ ਵਿਕਾਸਸ਼ੀਲ ਬਣੇ ਰਹੋ। ਆਰਥਿਕ ਤੌਰ ਤੇ ਵਿਕਾਸ ਕਰੋ, ਸਮਾਜਿਕ ਤੌਰ ਤੇ ਵਿਕਾਸ ਕਰੋ, ਧਾਰਮਿਕ ਤੌਰ ਤੇ ਆਪਣੀ ਜ਼ਿੰਦਗੀ ਅੰਦਰ ਸ਼ੁਭ ਗੁਣਾਂ ਦੇ ਧਾਰਨੀ ਹੋਵੋ, ਕਸਰਤ ਆਦਿ ਕਰੋ, ਯਾਨੀ ਵਿਕਾਸਸ਼ੀਲ ਬਣੇ ਰਹੋ, ਵਿਕਾਸ ਕਰੋ। ਨਦੀ ਦਾ ਚੱਲਦਾ ਹੋਇਆ ਪਾਣੀ ਉਦੋਂ ਤੱਕ ਸ਼ੁੱਧ ਔਰ ਸਾਫ਼ ਰਹਿੰਦਾ ਹੈ ਜਦੋਂ ਤੱਕ ਉਹ ਨਦੀ ਦੇ ਨਾਲ ਮਿਲ ਕੇ ਵਹਿੰਦਾ ਹੈ। ਤੇ ਜਦੋਂ ਨਦੀ ਚੋਂ ਬਾਹਰ ਆਣ ਕੇ ਪਾਣੀ ਵਿੱਚ ਖੜੋਤ ਆ ਜਾਏ ਨਾ, ਉਹ ਪਾਣੀ ਗੰਦਾ ਹੋ ਜਾਂਦਾ ਹੈ, ਉਹ ਪਾਣੀ ਰੋਗਾਂ ਦਾ ਕਾਰਨ ਬਣਦਾ ਹੈ। ਤੇ ਇਸੇ ਤਰ੍ਹਾਂ ਜਦੋਂ ਮਨੁੱਖੀ ਜ਼ਿੰਦਗੀ ਦੇ ਅੰਦਰ ਖੜੋਤ ਆ ਜਾਂਦੀ ਹੈ, ਅਸੀਂ ਨਵਾਂ ਪਿਆਰ, ਨਵੀਂ ਸ਼ਬਦਾਵਲੀ, ਨਵਾਂ ਵਿਹਾਰ, ਨਵਾਂ ਵਿਕਾਸ ਨਹੀਂ ਕਰਦੇ, ਤਾਂ ਸਾਡੀ ਜ਼ਿੰਦਗੀ ਵਿੱਚ ਵੀ ਸੜਾਂਧ ਪੈਦਾ ਹੋ ਜਾਂਦੀ ਹੈ, ਈਰਖਾ ਪੈਦਾ ਹੋ ਜਾਏਗੀ, ਦੁਆਸ਼ ਪੈਦਾ ਹੋ ਜਾਣਗੇ, ਜ਼ਮਾਨੇ ਤੋਂ ਪਿੱਛੇ ਰਹਿ ਜਾਓਗੇ। ਅਗਲੀ ਗੱਲ, ਸਵੈ ਨਿਰਭਰ ਬਣੋ। ਸਵੈ ਨਿਰਭਰ, ਆਪਣ ਹੱਥੀਂ ਆਪਣਾ, ਆਪੇ ਹੀ ਕਾਜ ਸਵਾਰੀ ਹੈ, ਦੂਜੇ ਉੱਤੇ ਡਿਪੈਂਡ ਨਾ ਹੋਵੋ। ਜੇ ਬੰਦਾ ਖੁਸ਼ੀ ਚਾਹੁੰਦਾ ਹੈ ਤਾਂ ਉਹਨੂੰ ਇੰਡੀਪੈਂਡ ਹੋਣਾ ਚਾਹੀਦਾ ਹੈ। ਦੂਜੇ ਤੇ ਜੋ ਬੰਦਾ ਡਿਪੈਂਡ ਹੈ, ਦੂਜੇ ਤੇ ਜੋ ਆਸ਼ਰਿਤ ਹੈ, ਉਹਦੀ ਜ਼ਿੰਦਗੀ ਦੇ ਅੰਦਰ ਖੁਸ਼ੀ ਨਹੀਂ ਆਏਗੀ। ਔਰ ਸਵੈ ਨਿਰਭਰ ਹੋਣ ਦੇ ਨਾਲ ਖੁਸ਼ੀ ਕਿਵੇਂ ਆਏਗੀ? ਜੇ ਆਪਾਂ ਸਿਰਫ ਪਰਿਵਾਰ ਦੀ ਗੱਲ ਕਰੀਏ ਤਾਂ ਇੱਕ ਬੰਦਾ ਬੈਠਾ ਹੈ, ਆਪਣੀ ਘਰਵਾਲੀ ਨੂੰ ਆਵਾਜ਼ ਮਾਰਦਾ ਹੈ, ਜਦੋਂ ਮੈਨੂੰ ਪਾਣੀ ਦਾ ਗਲਾਸ ਫੜਾ ਦੇ। ਘਰਵਾਲੀ ਪਾਣੀ ਲੈ ਕੇ ਆਉਂਦੀ ਹੈ, ਉਹ ਪਾਣੀ ਦੇ ਕੇ ਰਸੋਈ ਤੱਕ ਪਹੁੰਚਦੀ ਹੋ, ਯਾਰ ਸੌਰੀ ਮੈਨੂੰ ਯਾਦ ਨਹੀਂ ਰਿਹਾ ਨਾ, ਸਵਿਚ ਔਨ ਕਰ ਦੇ, ਬਲਬ ਜਗਾ ਦੇ। ਉਹ ਬਲਬ ਜਗਾ ਦਿੰਦੀ ਹੈ। ਉਹ ਹਾਲੇ ਬਾਹਰ ਜਾਂਦੀ, ਉਹ ਸੌਰੀ ਮੈਨੂੰ ਫਿਰ ਧਿਆਨ ਨਹੀਂ ਰਿਹਾ, ਪੱਖਾ ਵੀ ਚਲਾ ਦੀ, ਪੱਖਾ ਚਲਾ ਦਿੰਦੀ ਹੈ। ਏਦਾਂ ਕਰੀਆਂ, ਪਾਣੀ ਦਾ ਗਲਾਸ ਲੈ ਜਾ, ਖਾਲੀ ਗਲਾਸ ਲੈ ਜਾ ਚੁੱਕ ਕੇ, ਤੇ ਮੈਨੂੰ ਚਾਹ ਦਾ ਕੱਪ ਲਿਆ ਦੇ ਬਣਾ। ਉਹ ਚਾਹ ਦਾ ਕੱਪ ਲੈ ਕੇ ਆਉਂਦੀ ਹੈ। ਮੇਰਾ ਨਾ ਕੰਬਲ ਵੀ ਜਰਾ ਤੈਅ ਕਰਕੇ ਪਰਾਂ ਰੱਖਦੀ। ਹੁਣ ਜਿਹੜਾ ਬੰਦਾ ਆਪਣਾ ਕੰਬਲ ਨਹੀਂ ਆਪ ਤੈਅ ਕਰ ਸਕਦਾ, ਪਾਣੀ ਦਾ ਗਲਾਸ ਨਹੀਂ ਲਿਆ ਸਕਦਾ, ਸਵਿਚ ਆਪਣਾ ਔਨ ਆਪ ਨਹੀਂ ਕਰ ਸਕਦਾ, ਉਹ ਪਰਿਵਾਰ ਦੇ ਅੰਦਰ ਕੀ ਕਰੇਗਾ? ਉਹਦੀ ਜ਼ਿੰਦਗੀ ਵਿੱਚ ਖੁਸ਼ੀ ਕਿਵੇਂ ਆਏਗੀ? ਉਹ ਬਾਕੀ ਵੱਡੀਆਂ ਮੱਲਾਂ ਕਿੱਥੋਂ ਮਾਰੇਗਾ ਜਿਹੜਾ ਨਿੱਕੇ ਨਿੱਕੇ ਕੰਮ ਨਹੀਂ ਕਰ ਸਕਦਾ? ਇਸ ਲਈ ਸਵੈ ਨਿਰਭਰ ਬਣੋ, ਆਪਣ ਹੱਥੀਂ ਆਪਣਾ, ਆਪੇ ਹੀ ਕਾਜ ਸਵਾਰੀਐ। ਜਦੋਂ ਨਿੱਕੇ ਨਿੱਕੇ ਕਾਰਜ ਆਪ ਕਰੋਗੇ ਨਾ, ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀ ਹੋਏਗੀ। ਤੇ ਨਿੱਕੇ ਨਿੱਕੇ ਕੰਮ, ਨਿੱਕੀਆਂ ਨਿੱਕੀਆਂ ਪ੍ਰਾਪਤੀਆਂ ਤੁਹਾਡੇ ਜੀਵਨ ਵਿੱਚ ਨਿੱਕੀਆਂ ਨਿੱਕੀਆਂ ਖੁਸ਼ੀਆਂ ਪੈਦਾ ਕਰਨਗੀਆਂ, ਤੇ ਉਹ ਨਿੱਕੀਆਂ ਖੁਸ਼ੀਆਂ ਮਿਲ ਕੇ ਵੱਡੀਆਂ ਬਣ ਜਾਣਗੀਆਂ। ਅੱਜ ਨਿੱਕੇ ਨਿੱਕੇ ਕੰਮ ਕਰੋਗੇ, ਕੱਲ ਨੂੰ ਤੁਹਾਨੂੰ ਵੱਡੇ ਵੱਡੇ ਕੰਮ ਕਰਨ ਦੀ ਆਦਤ ਪੈ ਜਾਏਗੀ। ਅੱਜ ਨਿੱਕੀ ਸਮੱਸਿਆ ਨੂੰ ਹੱਲ ਕਰੋਗੇ, ਕੱਲ ਤੋਂ ਵੱਡਿਆਂ ਵੱਡਿਆਂ ਦੇਸ਼ਾਂ ਦੀਆਂ ਸਮੱਸਿਆਵਾਂ ਨੂੰ ਸੋਲਵ ਕਰਨ ਵਾਲੇ ਬਣ ਜਾਓਗੇ। ਇਸ ਲਈ ਸਵੈ ਨਿਰਭਰ ਬਣੋ, ਆਪਣਾ ਕੰਮ ਆਪ ਕਰੋ, ਦੂਜਿਆਂ ਦਾ ਸਹਿਯੋਗ ਕਰੋ। ਅਗਲੀ ਗੱਲ ਨੋਟ ਕਰ ਲਓ ਕਿ ਸੁਖਾਵੇਂ ਸੰਬੰਧ ਬਣਾਓ, ਧੀਆਂ ਨਾਲ, ਪੁੱਤਰਾਂ ਨਾਲ, ਭੈਣਾਂ ਨਾਲ, ਨੂੰਹਾਂ ਨਾਲ, ਸੱਸਾਂ ਨਾਲ, ਰਿਸ਼ਤੇਦਾਰਾਂ ਨਾਲ, ਸੱਜਣਾ ਮਿੱਤਰਾਂ ਨਾਲ।
ਜਾਂ ਜਿੱਥੇ ਤੁਸੀਂ ਜੌਬ ਕਰਦੇ ਹੋ ਆਪਣੇ ਸਾਥੀਆਂ ਦੇ ਨਾਲ, ਜੇ ਪੜ੍ਹਦੇ ਹੋ ਤਾਂ ਜਿਹੜੇ ਤੁਹਾਡੇ ਨਾਲ ਦੇ ਸਟੂਡੈਂਟ ਸਾਥੀ ਨੇ ਉਹਨਾਂ ਦੇ ਨਾਲ ਸੁਖਾਵੇਂ ਸੰਬੰਧ ਬਣਾਓ। ਸੰਬੰਧ ਬਣਾਉਣਾ ਔਖਾ ਨਹੀਂ ਹੈ, ਸੰਬੰਧ ਤੇ ਹੈ ਹੀ ਨੇ, ਹੁਣ ਇੱਕ ਦੇਸ਼ ਤੇ ਦੂਜੇ ਦੇਸ਼ ਨਾਲ ਵੀ ਸੰਬੰਧ ਨੇ, ਪਰ ਸੁਖਾਵੇਂ ਨਹੀਂ। ਜੇ ਸੁਖਾਵੇਂ ਸੰਬੰਧ ਹੁੰਦੇ ਤਾਂ ਐਟਮ ਬੰਬ ਬਣਾਉਣ ਦੀ ਲੋੜ ਨਹੀਂ ਸੀ, ਮਿਜ਼ਾਈਲਾਂ ਟੈਂਕ ਬਣਾਉਣ ਦੀ ਲੋੜ ਨਹੀਂ ਸੀ। ਸਾਡੇ ਰਿਸ਼ਤੇਦਾਰਾਂ ਦੇ ਨਾਲ ਸੰਬੰਧ ਤੇ ਹੈ ਨੇ, ਪਰ ਸੰਬੰਧ ਸੁਖਾਵੇਂ ਨਹੀਂ। ਜੇ ਸੁਖਾਵੇਂ ਹੁੰਦੇ ਤੇ ਰਿਸ਼ਤੇਦਾਰ ਇੱਕ ਦੂਜੇ ਨਾਲ ਨਾਰਾਜ਼ ਕਿਉਂ ਹੋਣ? ਪਰਿਵਾਰ ਵਿੱਚ ਸੰਬੰਧ ਤੇ ਹੈ ਨੇ, ਧੀਆਂ ਪੁੱਤਰਾਂ ਦੇ, ਮਾਂ-ਬਾਪ ਦੇ, ਭੈਣ ਭਰਾਵਾਂ ਦੇ, ਪਰ ਉਹ ਸੰਬੰਧ ਸੁਖਾਵੇਂ ਨਹੀਂ। ਕਲੇਸ਼ ਹਰ ਟਾਈਮ ਈਰਖਾ ਦੀ ਅੱਗ ਬਲਦੀ ਹੈ ਪਈ। ਇਸ ਲਈ ਆਪਣੇ ਸੁਖਾਵੇਂ ਸੰਬੰਧ ਬਣਾਓ। ਸੁਖਾਵੇਂ ਸੰਬੰਧਾਂ ਦੇ ਨਾਲ ਜ਼ਿੰਦਗੀ ਵਿੱਚ ਸੁੱਖ ਪੈਦਾ ਹੋਏਗਾ। ਤੇ ਯਾਦ ਰੱਖਣਾ, ਜੇ ਲੋਕਾਂ ਦੇ ਨਾਲ ਉਹ ਸੰਬੰਧ ਤੋੜਦੇ ਜਾਓਗੇ, ਇੱਕ ਦਿਨ ਇਕੱਲੇ ਰਹਿ ਜਾਓਗੇ। ਤੇ ਜੇ ਇਕੱਲੇ ਰਹਿ ਜਾਓਗੇ ਤੇ ਇਕੱਲਾਪਨ ਦੁਨੀਆ ਦੀ ਸਭ ਤੋਂ ਵੱਡੀ ਸਜ਼ਾ ਹੈ। ਜੇਲ੍ਹਾਂ ਦੇ ਅੰਦਰ ਸਭ ਤੋਂ ਸਖਤ ਸਜ਼ਾ ਇਕੱਲੇ ਰੱਖਣ ਦੀ ਹੈ। ਤੇ ਜੇਲ੍ਹਾਂ ਦੇ ਅੰਦਰ ਜੋ ਇਕੱਲੇ ਰਹਿੰਦੇ ਨੇ ਉਹ ਆਪਣਾ ਮਾਨਸਿਕ ਸੰਤੁਲਨ ਖੋ ਬੈਂਦੇ ਨੇ, ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ। ਇਸ ਲਈ ਆਪਣੇ ਸੰਬੰਧ ਭੈਣਾਂ ਭਰਾਵਾਂ ਦੇ ਨਾਲ ਸੁਖਾਵੇਂ ਬਣਾਓ, ਜੇ ਆਨੰਦਮਈ ਜੀਵਨ ਜੀਣਾ ਚਾਹੁੰਦੇ ਹੋ। ਅਗਲਾ ਪੁਆਇੰਟ ਨੋਟ ਕਰੋ, ਪਰਿਵਾਰ ਦੇ ਅੰਦਰ ਸਮਾਂ ਗੁਜ਼ਾਰੋ। ਪਰਿਵਾਰ ਵਿੱਚ ਸਮਾਂ ਗੁਜ਼ਾਰੋ। ਹੁਣ ਬੰਦਾ ਕੀ ਕਰਦਾ ਹੈ, 8 ਘੰਟੇ ਉਹ ਜੌਬ ਤੇ ਜਾਂਦਾ ਹੈ, ਤੇ ਫਿਰ ਉੱਥੋਂ ਜੌਬ ਤੋਂ ਆ ਕੇ ਰਾਸਤੇ ਵਿੱਚ ਯਾਰਾਂ ਦੋਸਤਾਂ ਕੋਲ ਰੁਕ ਗਿਆ, ਸ਼ਾਮ ਨੂੰ ਘਰ ਆਇਆ, ਚਾਹ ਪਾਣੀ ਪੀਤੀ ਜਾਂ ਲੰਗਰ ਛਕਿਆ ਤੇ ਫਿਰ ਨਿਕਲ ਗਿਆ, ਤੇ ਰਾਤ ਨੂੰ 12 ਵਜੇ ਘਰ ਆ ਵੜਿਆ। ਸਵੇਰੇ 10 ਵਜੇ ਤੱਕ ਸੁੱਤਾ ਰਿਹਾ ਤੇ ਫਿਰ ਨਿਕਲਿਆ, ਤੇ ਫਿਰ ਰਾਤ ਨੂੰ ਘਰ 12 ਵਜੇ ਆ ਵੜਿਆ। ਤਾਂ ਐਵੇਂ ਪਰਿਵਾਰ ਦੇ ਅੰਦਰ ਸ਼ਾਂਤੀ ਪੈਦਾ ਨਹੀਂ ਹੋਏਗੀ। ਪਰਿਵਾਰ ਦੇ ਅੰਦਰ ਟਾਈਮ ਗੁਜ਼ਾਰੋ, ਪਤਨੀ ਨਾਲ, ਬੱਚੇ ਨਾਲ, ਮਾਂ ਨਾਲ, ਪਿਓ ਨਾਲ, ਇੱਕ ਦੂਜੇ ਦੇ ਕੋਲ ਬੈਠੋ। ਹੁਣ ਦੇਖੋ, ਪਹਿਲਾਂ ਲੋਕ ਕਹਿੰਦੇ ਸਨ ਸਮਾਂ ਨਹੀਂ ਮਿਲਦਾ ਯਾਰ ਸਾਨੂੰ ਪਰਿਵਾਰ ਵਿੱਚ ਰਹਿਣ ਦਾ ਸਮਾਂ। ਹੁਣ ਸਮਾਂ ਦਿੱਤਾ ਹੈ ਨਾ ਕਰੋਨਾ ਨੇ, ਤੇ ਹੁਣ ਅਸੀਂ ਕਹਿੰਦੇ ਆ ਤੇ ਅਸੀਂ ਬਾਹਰ ਕਿਵੇਂ ਨਿਕਲੀਏ, ਸਿਆਪਾ ਹੀ ਪੈ ਗਿਆ। ਯਾਨੀ ਪਰਿਵਾਰ ਦੇ ਅੰਦਰ ਸਮਾਂ ਗੁਜ਼ਾਰੋ, ਪਰਿਵਾਰ ਦੀਆਂ ਸਮੱਸਿਆਵਾਂ ਬਾਰੇ ਸੋਚੋ। ਪਹਿਲੀ ਗੱਲ, ਸਮੱਸਿਆਵਾਂ ਪੈਦਾ ਹੀ ਨਹੀਂ ਹੋਣਗੀਆਂ। ਪਰਿਵਾਰ ਦੇ ਵਿੱਚ ਖੁਸ਼ੀਆਂ ਮਾਣੋ, ਇੱਕ ਦੂਜੇ ਦਾ ਸਹਿਯੋਗ ਕਰੋ। ਹੋਟਲਾਂ ਦੇ ਉੱਤੇ ਜਾਣ ਦੀ ਬਜਾਏ ਪਰਿਵਾਰ ਦੇ ਵਿੱਚ ਇੱਕ ਦੂਜੇ ਦਾ ਸਹਿਯੋਗ ਕਰੋ ਤੇ ਚੰਗੀ ਡਿਸ਼ ਬਣਾ ਕੇ ਖਾਓ। ਪਰ ਕਰੋਨਾ ਦੇ ਸਮੇਂ ਨਾ ਖਾਓ ਮਤੇ ਸਾਰਾ ਵੇਸਣ ਮੁਕਾ ਲਓ ਤੇ ਮੁੜ ਕੇ ਲੱਭੇ ਨਾ। ਯਾਨੀ ਪਰਿਵਾਰ ਦੇ ਅੰਦਰ ਸਮਾਂ ਗੁਜ਼ਾਰੋ, ਖੁਸ਼ੀ ਮਿਲੇਗੀ ਪਰਿਵਾਰ ਵਿੱਚ ਸਮਾਂ ਗੁਜ਼ਾਰਿਆ। ਪਤੀ ਪਤਨੀ ਇਕੱਠੇ ਹੋਣ, ਕਿਤੇ ਘੁੰਮਣ ਨਿਕਲ ਜਾਓ, ਮਾਂ-ਬਾਪ ਦੇ ਕੋਲ ਬੈਠੋ, ਬਜ਼ੁਰਗਾਂ ਦੇ ਕੋਲ ਬੈਠੋ। ਖਾਸ ਕਰਕੇ ਮੈਂ ਨੌਜਵਾਨਾਂ ਨੂੰ ਇਹ ਬੇਨਤੀ ਕਰਨਾ ਹੁੰਦਾ ਕਿ ਬਜ਼ੁਰਗਾਂ ਦਾ ਸਤਿਕਾਰ ਕਰੋ। ਹਰ ਚੀਜ਼ ਗੂਗਲ ਤੋਂ ਨਹੀਂ ਮਿਲਦੀ, ਬਜ਼ੁਰਗਾਂ ਦੇ ਕੋਲ ਜ਼ਿੰਦਗੀ ਦੇ ਤਜਰਬੇ ਨੇ। ਇਸ ਲਈ ਬਜ਼ੁਰਗਾਂ ਦਾ ਸਤਿਕਾਰ ਕਰੋ। ਜਿਨ੍ਹਾਂ ਘਰਾਂ ਦੇ ਵਿੱਚ ਬਜ਼ੁਰਗ ਹੱਸਦੇ ਨੇ ਨਾ, ਸਮਝ ਲਓ ਉਹ ਘਰ ਅਮੀਰਾਂ ਦਾ ਹੈ। ਤੇ ਜਦੋਂ ਬੱਚੇ ਇਹ ਕਹਿ ਦੇਣ ਨਾ ਘਰ ਵਿੱਚ ਵੀ ਸਾਡੇ ਤੋਂ ਨਹੀਂ ਇਹਨਾਂ ਦਾ ਸਿਆਪਾ ਹੁੰਦਾ, ਉਦੋਂ ਬਜ਼ੁਰਗਾਂ ਦੇ ਸਵਾਸ ਤਾਂ ਚੱਲਦੇ ਰਹਿੰਦੇ ਨੇ ਪਰ ਜ਼ਿੰਦਗੀ ਖਤਮ ਹੋ ਜਾਂਦੀ। ਭਾਈ ਗੁਰਦਾਸ ਜੀ ਨੇ ਵੀ ਕਿਹਾ ਨਾ ਵੀ ਉਹ ਬੱਚੇ ਬੇਈਮਾਨ ਨੇ ਜਿਹੜੇ ਬੱਚੇ ਮਾਂ-ਬਾਪ ਦਾ ਕਦਰ ਨਹੀਂ ਕਰਦੇ। ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਬਾਰ ਬਾਬਿਆਂ ਨੂੰ ਦਾਨ ਨਾ ਕਰਦੇ ਫਿਰੋ, ਬੇਈਮਾਨ ਨਾ ਬਣੋ। ਘਰ ਤੁਹਾਡੇ ਰੱਬ ਬੈਠੇ ਨੇ, ਬਜ਼ੁਰਗ ਮਾਂ-ਬਾਪ ਤੁਹਾਡੇ ਬਜ਼ੁਰਗ ਨੇ, ਰੱਬ ਦਾ ਰੂਪ ਨੇ। ਉਹਨਾਂ ਦੀ ਸੇਵਾ ਕਰੋ, ਉਹਨਾਂ ਕੋਲ 5-10 ਮਿੰਟ ਬੈਠੋ। ਕਿਉਂਕਿ ਬਜ਼ੁਰਗ ਅਵਸਥਾ ਦੀ ਬਹੁਤ ਵੱਡੀ ਪ੍ਰੋਬਲਮ ਹੈ, ਉਹ ਪੈਸਾ ਨਹੀਂ ਚਾਹੁੰਦਾ, ਉਹ ਤੁਹਾਡਾ ਟਾਈਮ ਚਾਹੁੰਦਾ ਹੈ। 10-20 ਮਿੰਟ ਜਿੰਨਾ ਵੀ ਵੱਧ ਟਾਈਮ ਦੇ ਸਕਦੇ ਹੋ, ਮਾਂ-ਬਾਪ ਦੇ ਕੋਲ ਬੈਠੋ, ਪਰਿਵਾਰ ਵਿੱਚ ਸਮਾਂ ਗੁਜ਼ਾਰੋ। ਤਾਂ ਤੁਹਾਡੇ ਪਰਿਵਾਰ ਦੇ ਅੰਦਰ ਖੁਸ਼ੀ ਹੋਏਗੀ, ਤਾਂ ਆਤਮਿਕ ਆਨੰਦ ਬਣੇਗਾ। ਅਗਲੀ ਗੱਲ ਹੈ ਕਿ ਸ਼ੁਕਰਾਨਾ ਕਰੋ। ਇਹ ਪੁਆਇੰਟ ਨੋਟ ਕਰ ਲਓ, ਸ਼ੁਕਰਾਨਾ ਕਰੋ। ਜੇ ਜ਼ਿੰਦਗੀ ਵਿੱਚ ਖੁਸ਼ੀ ਚਾਹੁੰਦੇ ਹੋ, ਆਨੰਦਮਈ, ਤਾਂ ਸ਼ੁਕਰਾਨੇ ਦੇ ਨਾਲ ਹਮੇਸ਼ਾ ਭਰੇ ਰਹੋ। ਇਹ ਗੱਲ ਨੂੰ ਥੋੜਾ ਸਮਝਿਓ। ਮੰਨ ਲਓ ਮੈਂ ਕੱਪੜੇ ਪਾਏ ਨੇ, ਹੁਣ ਮੇਰੇ ਕੱਪੜੇ ਸਸਤੇ ਨੇ, ਤੁਹਾਡੇ ਕੱਪੜੇ ਮਹਿੰਗੇ ਨੇ, ਤੁਸੀਂ ਨਾਈਕੀ ਦੇ ਸੂਟ ਪਾ ਕੇ ਬੈਠੇ ਹੋ, ਮੇਰੇ ਪਾਸ ਕੱਪੜੇ ਨੇ ਸਸਤੇ, ਤੇ ਮੈਂ ਤੁਹਾਡੇ ਕੱਪੜੇ ਵੇਖ ਕੇ ਆਪਣੇ ਕੱਪੜਿਆਂ ਤੋਂ ਪਰੇਸ਼ਾਨ ਹਾਂ ਤੇ ਸੋਚਦਾ ਕਾਸ਼ ਮੇਰੇ ਕੋਲ ਵੀ ਇਸ ਟਾਈਪ ਦੇ ਕੱਪੜੇ ਹੁੰਦੇ, ਮੇਰੇ ਕੋਲ ਵੀ ਇਸ ਟਾਈਪ ਦੇ ਕੱਪੜੇ ਹੁੰਦੇ। ਹੁਣ ਹੈ ਨਹੀਂ, ਕੱਪੜੇ ਹੈ ਨਹੀਂ, ਤੁਹਾਡੇ ਵਰਗੇ ਹਾਲੇ ਮੈਂ ਲੈ ਨਹੀਂ ਸਕਦਾ।
ਤਾਂ ਫਿਰ ਪਰੇਸ਼ਾਨੀ ਹੋਏਗੀ ਨਾ। ਕੱਪੜੇ ਮੈਂ ਪਾਏ ਹੋਏ ਨੇ ਤੇ ਮੈਂ ਪਰੇਸ਼ਾਨ ਹਾਂ। ਤੇ ਜੇ ਮੈਂ ਇਹਨਾਂ ਕੱਪੜਿਆਂ ਦਾ ਸ਼ੁਕਰਾਨਾ ਕਰਨਾ ਸਿੱਖ ਜਾਵਾਂ ਨਾ ਕਿ ਹੇ ਪ੍ਰਭੂ ਤੇਰਾ ਸ਼ੁਕਰ, ਤੂੰ ਮੈਨੂੰ ਤਨ ਢੱਕਣ ਵਾਸਤੇ ਕੱਪੜੇ ਦਿੱਤੇ ਨੇ, ਤਾਂ ਇਹ ਕੱਪੜੇ ਸੁਹੰਡਣੇ ਹੋ ਜਾਣਗੇ, ਇਹ ਖੁਸ਼ੀ ਦੇਣ ਵਾਲੇ ਹੋ ਜਾਣਗੇ ਕਿ ਰੱਬਾ ਤੇਰਾ ਸ਼ੁਕਰ, ਤੂੰ ਮੈਨੂੰ ਕੱਪੜੇ ਪਾਉਣ ਵਾਸਤੇ ਦਿੱਤੇ ਨੇ, ਮੇਰਾ ਤਨ ਢੱਕਿਆ। ਨਹੀਂ ਤੇ ਇਸ ਦੁਨੀਆ ਵਿੱਚ ਤੇ ਲੋਕ ਨੰਗੇ ਫਿਰਦੇ ਨੇ ਵਿਚਾਰੇ। ਜਦੋਂ ਘਰ ਨੂੰ ਚਾਬੀ ਲਾ ਕੇ ਘਰ ਵੜਨ ਲੱਗੋ ਨਾ, ਘਰ ਬੇਸ਼ੱਕ ਨਿੱਕਾ ਜਿਹਾ ਹੀ ਹੋਵੇ, 2 ਕਮਰਿਆਂ ਦਾ ਹੋਵੇ, ਸ਼ੁਕਰ ਕਰੋ ਰੱਬ ਦਾ, ਜਿਹੇ ਪ੍ਰਸਾਦ ਬਸੈ ਸੁਖ ਮੰਦਰ, ਕਿਸੇ ਧਿਆਏ ਸਦਾ ਮਨ ਅੰਦਰ। ਕਿ ਹੇ ਪ੍ਰਭੂ ਤੇਰਾ ਸ਼ੁਕਰ ਕਿ ਮੈਨੂੰ ਤੂੰ ਆ ਰਹਿਣ ਬਸੇਰਾ ਦਿੱਤਾ ਹੈ। ਨਹੀਂ ਤੇ ਕਿਤਨੇ ਲੋਕ ਨੇ ਜੋ ਫੁੱਟਪਾਥਾਂ ਤੇ ਬੈਠੇ ਹੋਏ ਨੇ। ਮੈਂ ਕਹਿੰਦਾ ਜੇ ਚਟਨੀ ਨਾਲ ਵੀ ਰੋਟੀ ਮਿਲ ਜਾਏ ਨਾ, ਚਟਨੀ ਨਾਲ ਵੀ, ਅਚਾਰ ਨਾਲ ਮਿਲ ਜਾਏ, ਰੁੱਖੀ ਮਿਲ ਜਾਏ, ਤਾਂ ਰੋਟੀ ਖਾਣ ਲੱਗੇ ਸ਼ੁਕਰਾਨਾ ਕਰੋ ਕਿ ਹੇ ਪ੍ਰਭੂ ਤੇਰਾ ਸ਼ੁਕਰ, ਤੂੰ ਮੈਨੂੰ ਪੇਟ ਭਰਨ ਵਾਸਤੇ ਰੋਟੀ ਦਿੱਤੀ। ਨਹੀਂ ਤੇ ਇੱਥੇ ਤੇ ਫੁੱਟਪਾਥਾਂ ਤੇ ਭੁੱਖੇ ਬੈਠੇ ਹੋਏ ਨੇ। ਜਦੋਂ ਸ਼ੁਕਰਾਨਾ ਕਰੋਗੇ ਜ਼ਿੰਦਗੀ ਵਿੱਚ ਖੁਸ਼ੀ ਪੈਦਾ ਹੋਏਗੀ, ਸੰਤੁਸ਼ਟੀ ਪੈਦਾ ਹੋਏਗੀ। ਜੋ ਕੁਝ ਕੋਲ ਹੈ ਉਹਦਾ ਆਨੰਦ ਮਾਣੋ, ਉਹਦਾ ਸ਼ੁਕਰਾਨਾ ਕਰੋ, ਤੇ ਜਿਹੜੀਆਂ ਵੱਡੀਆਂ ਪ੍ਰਾਪਤੀਆਂ ਨੇ ਉਹਨਾਂ ਵਾਸਤੇ ਯਤਨ ਕਰੋ। ਜੋ ਕੁਝ ਵੀ ਕੋਲ ਹੈ ਉਹਦੇ ਵਾਸਤੇ ਰੱਬ ਦਾ ਸ਼ੁਕਰਗੁਜ਼ਾਰ ਕਰੋ। ਅਗਲਾ ਪੁਆਇੰਟ ਆਪ ਨੋਟ ਕਰੋ ਕਿ ਬਿਨਾਂ ਪਛਤਾਵੇ ਤੋਂ ਜ਼ਿੰਦਗੀ ਜੀਣਾ ਸ਼ੁਰੂ ਕਰੋ। ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਜੀਵਨ ਦੇ ਅੰਦਰ ਆਨੰਦ ਪੈਦਾ ਹੋਵੇ ਤਾਂ ਬਿਨਾਂ ਪਛਤਾਵੇ ਤੋਂ ਜ਼ਿੰਦਗੀ ਜੀਣੀ ਸ਼ੁਰੂ ਕਰੋ। ਅਸੀਂ ਭੂਤਕਾਲ ਦੇ ਪਛਤਾਵੇ ਵਿੱਚ ਜੀ ਰਹੇ ਹਾਂ, ਬੈਠੇ ਹੋਏ ਹਾਂ ਕਾਰ ਵਿੱਚ, ਤੇ ਅਸੀਂ ਪਛਤਾਵਾ ਕਰ ਰਹੇ ਹਾਂ, ਕਾਸ਼ ਜੋ ਮੈਂ ਕੰਮ ਕਰ ਲੈਂਦਾ, ਸਾਡੇ ਗੁਆਂਢੀਆਂ ਦੀ ਲਾਟਰੀ ਨਿਕਲ ਆਈ, ਮੈਂ ਖਰੀਦਣ ਨਹੀਂ ਲੱਗਾ ਸਾਂ 10 ਰੁਪਈਆਂ ਦੀ, ਕਾਸ਼ ਮੈਂ ਉਹ ਖਰੀਦ ਲੈਂਦਾ। ਤਾਂ ਅਸੀਂ ਪਛਤਾਵੇ ਦੇ ਅੰਦਰ ਜ਼ਿੰਦਗੀ ਜੀ ਰਹੇ ਹਾਂ। ਇਸ ਪਛਤਾਵੇ ਨੂੰ ਛੱਡੋ, ਭੂਤਕਾਲ ਦਾ ਪਛਤਾਵਾ ਛੱਡੋ, ਉਹਦੇ ਤੋਂ ਸਿੱਖਿਆ ਲਓ, ਪਲੈਨਿੰਗ ਕਰੋ ਔਰ ਸ਼ੁਕਰਗੁਜ਼ਾਰ ਵਾਲੀ ਜ਼ਿੰਦਗੀ ਜੀਓ। ਪਛਤਾਵਾ ਨਾ ਕਰੋ, ਮੁਆਫ ਕਰ ਦਿਓ। ਜੇ ਤੁਹਾਡੇ ਨਾਲ ਕਿਸੇ ਨੇ ਕੁਝ ਗਲਤ ਕੀਤਾ ਨਾ, ਉਹਨੂੰ ਮੁਆਫ ਕਰ ਦਿਓ। ਤੇ ਜੇ ਤੁਸੀਂ ਕਿਸੇ ਨਾਲ ਗਲਤ ਕੀਤਾ ਹੈ, ਉਹਦੇ ਤੋਂ ਜਾ ਕੇ ਮੁਆਫੀ ਮੰਗ ਲਓ। ਪਛਤਾਵੇ ਤੋਂ ਬਿਨਾਂ ਜ਼ਿੰਦਗੀ ਜੀਓ। ਇਕਬਾਲ ਦਾ ਮੇਰੇ ਖਿਆਲ 'ਚ ਇੱਕ ਸ਼ੇਰ ਹੈ, ਉਹ ਕਹਿੰਦਾ ਹੈ ਗਾਲਿਬ ਦਾ, ਉਹ ਕਹਿੰਦਾ गालिब ने जिंदगी को कुछ ऐसे आसान कर लिया, किसी से मुआफी मांग ली और किसी को मुआफ कर दिया, जिंदगी सौखी हो जाएगी। जे किसी नूह ने गलती की है, सस सहुरे तो मुआफी मांग लो, ਤੇ ਜੇ ਕਿਤੇ ਸੱਸ ਸਹੁਰੇ ਨੇ ਗਲਤੀ ਕੀਤੀ, ਨੂੰਹ ਤੋਂ ਮੁਆਫੀ ਮੰਗ ਲਓ, ਬੱਚਿਆਂ ਤੋਂ ਮੁਆਫੀ ਮੰਗ ਲਓ, ਰਿਸ਼ਤੇਦਾਰਾਂ ਤੋਂ ਮੁਆਫੀ ਮੰਗ ਲਓ। ਪਹਿਲ ਕਰੋ, ਪਛਤਾਵਿਆਂ ਨੂੰ ਖਤਮ ਕਰੋ, ਜ਼ਿੰਦਗੀ ਖੁਸ਼ਹਾਲ ਹੋ ਜਾਏਗੀ, ਜ਼ਿੰਦਗੀ ਸ਼ਾਂਤ ਹੋ ਜਾਏਗੀ। ਇਸ ਲਈ ਜੇ ਜੀਵਨ ਵਿੱਚ ਖੁਸ਼ੀ ਪਾਣਾ ਚਾਹੁੰਦੇ ਹਾਂ ਤਾਂ ਸਾਨੂੰ ਬਿਨਾਂ ਪਛਤਾਵੇ ਤੋਂ ਜ਼ਿੰਦਗੀ ਜੀਣੀ ਚਾਹੀਦੀ ਹੈ। ਔਰ ਕਰਮ ਕਰਨ ਲੱਗਿਆਂ ਇਹ ਸੋਚ ਲੈਣਾ ਚਾਹੀਦਾ ਕਿ ਮੈਨੂੰ ਬਾਅਦ ਵਿੱਚ ਪਛਤਾਵਾ ਤੇ ਨਹੀਂ ਕਰਨਾ ਪਵੇਗਾ। ਅਗਲਾ ਪੁਆਇੰਟ ਨੋਟ ਕਰੋ ਖੁਸ਼ ਰਹਿਣ ਲਈ, ਕੁਝ ਸਮਾਂ ਕੁਦਰਤ ਦੇ ਵਿੱਚ ਬਿਤਾਓ। ਕੁਦਰਤ ਵਿੱਚ ਘਰ ਤੋਂ ਬਾਹਰ ਕਿਤੇ ਨਦੀ ਦੇ ਕਿਨਾਰੇ ਚਲੇ ਜਾਓ, ਜਿੱਥੇ ਬਿਲਕੁਲ ਇਕਾਂਤ ਹੋਵੇ ਔਰ ਨਦੀ ਕਲ 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 ਕਰ ਕਰਕੇ ਬਹਿ ਰਹੀ ਹੋਵੇ। ਘਰ ਤੋਂ ਬਾਹਰ ਨਿਕਲੋ, ਕਿਤੇ ਜੰਗਲ ਅੰਦਰ ਚਲੇ ਜਾਓ, ਕਿਸੇ ਖੁੱਲੇ ਪਾਰਕ ਦੇ ਅੰਦਰ ਜੰਗਲ ਵਿੱਚ ਚਲੇ ਜਾਓ, ਜਿੱਥੇ ਸ਼ਾਂਤ ਹੈ, ਜਿੱਥੇ ਵਰਕਸ਼ ਸ਼ਾਂਤ ਖੜੇ ਨੇ, ਜਿੱਥੇ ਪੰਛੀ ਚਹਿਚਹਾ ਰਹੇ ਨੇ, ਉਹਨਾਂ ਦੀਆਂ ਆਵਾਜ਼ਾਂ ਸੁਣੋ। ਕੁਦਰਤ ਵੱਲ ਝਾਤ ਮਾਰੋਗੇ, ਚਾਰ ਚਫੇਰੇ ਪ੍ਰਸੰਨਤਾ ਨਜ਼ਰੀ ਆਏਗੀ, ਹਰਿਆਵਲ ਨਜ਼ਰੀ ਆਏਗੀ, ਫਲ ਨਜ਼ਰੀ ਆਉਣਗੇ, ਫੁੱਲ ਨਜ਼ਰੀ ਆਉਣਗੇ, ਔਰ ਇਹ ਬ੍ਰਹਿਮੰਡ ਤੁਹਾਨੂੰ ਰੱਬ ਦੀ ਆਰਤੀ ਕਰਦਾ ਹੋਇਆ ਦਿਖਾਈ ਦੇਵੇਗਾ। ਮੈਨ ਮੇਡ ਚੀਜ਼ਾਂ ਤੋਂ ਕੁਝ ਸਮੇਂ ਲਈ ਬਾਹਰ ਜਾਓ, ਕੁਦਰਤ ਦੀ ਵਿਸ਼ਾਲਤਾ ਤੱਕੋ, ਕੁਦਰਤ ਬਾਰੇ ਸੋਚੋ ਕਿ ਇੱਥੇ ਕਿਤਨੇ ਆਨੰਦ ਭੰਡਾਰ ਭਰੇ ਪਏ ਨੇ। ਇੱਥੇ ਸੋਨੇ ਦੀਆਂ ਖਾਨਾਂ, ਚਾਂਦੀ ਦੀਆਂ ਖਾਨਾਂ, ਲਵਣੀਏ ਪਦਾਰਥ, ਛਾਰੀਏ ਪਦਾਰਥ, ਅਬਰਕ ਆਦਿ ਤੈਲੀਏ ਪਦਾਰਥ, ਪੈਟਰੋਲੀਅਮ ਪਦਾਰਥ, ਹਜ਼ਾਰਾਂ ਕਿਸਮ ਦਾ ਅੰਨ, ਹਜ਼ਾਰਾਂ ਕਿਸਮ ਦੇ ਫੁੱਲ ਔਰ ਫਲ, ਅਨੰਤ ਆਕਾਸ਼ ਗੰਗਾਵਾਂ, ਖੰਡ ਮੰਡਲ, ਬ੍ਰਹਿਮੰਡ, ਤਾਰਕਾ ਮੰਡਲ, ਕਿਤਨਾ ਕੁਛ ਇਸ ਸੰਸਾਰ ਦੇ ਅੰਦਰ ਹੈ। ਖੁਸ਼ੀ ਦੇ ਨਾਲ ਭਰ ਜਾਓਗੇ। ਜਦੋਂ ਕੁਦਰਤ ਵੱਲ ਵੇਖੋਗੇ, ਹਿਰਦੇ ਦੇ ਅੰਦਰ ਵਿਸ਼ਾਲਤਾ ਆਏਗੀ। ਖੁੱਲੇ ਆਕਾਸ਼ ਨੂੰ ਵੇਖੋਗੇ, ਹਿਰਦੇ ਵਿੱਚ ਵਿਸ਼ਾਲਤਾ ਆਏਗੀ। ਤਾਂ ਕੁਝ ਸਮਾਂ ਕੁਦਰਤ ਦੇ ਅੰਦਰ ਗੁਜ਼ਾਰੋ। ਅਗਲਾ ਪੁਆਇੰਟ ਨੋਟ ਕਰੋ ਖੁਸ਼ੀ ਵਾਸਤੇ, ਆਪਣੇ ਆਪ ਨੂੰ ਵੇਖਣਾ ਸ਼ੁਰੂ ਕਰੋ। ਸੈਲਫ ਐਨਾਲਿਸਿਸ, ਆਪਣੇ ਆਪ ਨੂੰ ਵੇਖੋ, ਆਪਣੇ ਆਪ ਨੂੰ ਵੇਖੋ।
मैं मानसिक तौर पे कित्थे खड़ा हां और मेरी मानसिकता कैसी होनी चाहिए है। बौद्धिक तौर पे कित्थे खड़ा हां ते मेरी बौद्धिकता कैसी होनी चाहिए है। ਸਰੀਰਕ ਤੌਰ ਤੇ ਮੈਂ ਕਿੱਥੇ ਹਾਂ ਤੇ ਮੈਨੂੰ ਸਰੀਰਕ ਵਿਕਾਸ ਵਾਸਤੇ ਕਿੰਨਾ ਚੀਜ਼ਾਂ ਦੀ ਲੋੜ ਹੈ। ਮੇਰੇ ਵਿੱਚ ਕਿਹੜੀਆਂ-ਕਿਹੜੀਆਂ ਕਮੀਆਂ ਨੇ ਜੋ ਕਮੀਆਂ ਮੇਰੇ ਵਿਕਾਸ ਔਰ ਖੁਸ਼ੀ ਦੇ ਅੰਦਰ ਬੰਧਨ ਨੇ, ਰੋੜਾ ਬਣੀਆਂ ਪਈਆਂ ਨੇ। ਉਹਨਾਂ ਕਮੀਆਂ ਦੀ ਪਹਿਚਾਨ ਕਰੋ, ਉਹਨਾਂ ਕਮੀਆਂ ਨੂੰ ਖਤਮ ਕਰੋ, ਪਾਸੇ ਕਰੋ, ਸਪੀਡ ਬ੍ਰੇਕਰ ਹਟਾਓ। ਤੁਹਾਡੇ ਅੰਦਰ ਬਹੁਤ ਵੱਡੀਆਂ-ਵੱਡੀਆਂ ਕੁਆਲਿਟੀਆਂ ਨੇ, ਗੁਣ ਨੇ। ਉਹਨਾਂ ਆਪਣੇ ਗੁਣਾਂ ਨੂੰ ਵੇਖੋ ਕਿ ਤੁਹਾਡੇ ਅੰਦਰ ਕਿਹੜਾ ਗੁਣ ਹੈ ਜਿਹਨੂੰ ਤੁਸੀਂ ਪਸੰਦ ਕਰਦੇ ਹੋ। ਉਸ ਗੁਣ ਦੇ ਅੰਦਰ ਵਿਸ਼ਾਲਤਾ ਲਿਆਓ। ਜੇ ਤੁਸੀਂ ਚੰਗਾ ਗਾ ਸਕਦੇ ਹੋ ਤਾਂ ਇਸ ਗੁਣ ਨੂੰ ਵਧਾਓ। ਜੇ ਤੁਸੀਂ ਚੰਗੀ ਸਬਜ਼ੀ ਭਾਜੀ ਬਣਾ ਸਕਦੇ ਹੋ, ਇਹਨੂੰ ਵਧਾਓ। ਜੇ ਤੁਹਾਡੇ ਅੰਦਰ ਮਨੋਵਿਗਿਆਨ ਜਾਂ ਹੋਰ ਕੋਈ ਚੀਜ਼ ਕਰਨ ਦੀ ਚਾਹਤ ਹੈ, ਉਸ ਗੁਣ ਨੂੰ ਪਹਿਚਾਣੋ ਤੇ ਉਹਦੇ ਮਾਸਟਰ ਬਣ ਜਾਓ। ਆਪਣੇ ਆਪ ਨੂੰ ਵੇਖੋ, ਦੂਜਿਆਂ ਦੇ ਨਾਲ ਤੁਲਨਾ ਨਾ ਕਰੋ। ਤੁਸੀਂ ਇਸ ਯੂਨੀਵਰਸ ਦੇ ਅੰਦਰ ਰੱਬ ਦੀ ਸਪੈਸ਼ਲ ਕ੍ਰੀਏਸ਼ਨ ਹੋ। ਹਰ ਇਨਸਾਨ ਰੱਬ ਦੀ ਸਪੈਸ਼ਲ ਕ੍ਰੀਏਸ਼ਨ ਹੈ। ਕਿਸੇ ਦੀ ਅਕਲ, ਕਿਸੇ ਦੀ ਸ਼ਕਲ, ਕਿਸੇ ਦਾ ਫਿੰਗਰਪ੍ਰਿੰਟ ਆਦਿਕ, ਬੋਲੀ, ਆਵਾਜ਼, ਸੋਚਣਾ ਕਿਸੇ ਦੇ ਨਾਲ ਨਹੀਂ ਮਿਲਦਾ। ਕੋਈ ਨਾ ਕਿਸੇ ਜਿਹਾ ਉਪਾਇਆ। ਇਸ ਲਈ ਕਿਸੇ ਦੇ ਦੂਜੇ ਵਰਗਾ ਬਣਨ ਦਾ ਯਤਨ ਨਾ ਕਰੋ, ਆਪਣੇ ਆਪ ਵਰਗੇ ਬਣੋ, ਕਿਉਂਕਿ ਤੁਹਾਡੇ ਵਰਗਾ ਇਸ ਦੁਨੀਆ ਵਿੱਚ ਹੋਰ ਕੋਈ ਨਹੀਂ ਹੈ। ਇਹ ਸੋਚੋ ਕਿ ਮੈਂ ਇਸ ਦੁਨੀਆ ਦੇ ਅੰਦਰ ਰੱਬ ਦੀ ਸਪੈਸ਼ਲ ਕ੍ਰੀਏਸ਼ਨ ਹਾਂ। ਰੱਬ ਦੇ ਇਸ ਸਾਰੇ ਯੂਨੀਵਰਸ ਦੇ ਅੰਦਰ ਸਭ ਕੁਝ ਪਰਿਪੂਰਨ ਹੈ। ਇੱਥੇ ਕਿਸੇ ਚੀਜ਼ ਦਾ ਘਾਟਾ ਨਹੀਂ। ਇੱਥੇ ਵਿਕਾਸ ਤੇ ਅਨੰਤ ਸਾਧਨ ਨੇ। ਮੇਰੇ ਅੰਦਰ ਅਨੰਤ ਪੋਸੀਬਿਲਿਟੀਜ਼ ਨੇ, ਮੇਰੇ ਅੰਦਰ ਅਨੰਤ ਸੰਭਾਵਨਾਵਾਂ ਨੇ। ਉਹਨਾਂ ਸੰਭਾਵਨਾਵਾਂ ਨੂੰ ਉਜਾਗਰ ਕਰੋ। ਅਗਲਾ ਪੁਆਇੰਟ ਨੋਟ ਕਰੋ, ਆਪਣੇ ਵਿਕਾਸ ਲਈ ਖਰਚ ਸ਼ੁਰੂ ਕਰੋ। ਆਪਣੇ ਵਿਕਾਸ ਵਾਸਤੇ, ਚਾਹੇ ਪੈਸਾ ਜਾਂ ਸਮਾਂ, ਆਪਣੇ ਵਿਕਾਸ ਲਈ ਖਰਚੋ। ਅਸੀਂ ਖਰਚ ਕਿੱਥੇ ਕਰਦੇ ਹਾਂ? ਅਸੀਂ ਕੱਪੜਿਆਂ ਤੇ ਖਰਚ ਕਰ ਲੈਂਦੇ ਹਾਂ, ਕਾਰਾਂ ਤੇ ਖਰਚ ਕਰ ਲੈਂਦੇ ਹਾਂ, ਹੋਟਲਾਂ ਤੇ ਜਾ ਕੇ ਗੰਦ-ਮੰਦ ਖਾ ਆਉਂਦੇ ਹਾਂ, ਵਿਆਹਾਂ ਤੇ ਖਰਚ ਕਰ ਦਿੰਦੇ ਹਾਂ, ਮਰਨਿਆਂ ਤੇ ਖਰਚ ਕਰ ਦਿੰਦੇ ਹਾਂ, ਫੋਕੀ ਸ਼ਾਨੋ ਸ਼ੌਕਤ ਤੇ ਖਰਚ ਕਰਕੇ ਕਰਜ਼ਾਈ ਹੋ ਜਾਂਦੇ ਆ। ਪੈਸਾ ਤੇ ਖਰਚ ਹੋਇਆ, ਪਰ ਇਹਦੇ ਨਾਲ ਵਿਕਾਸ ਤਾਂ ਕੁਛ ਨਹੀਂ ਨਾ ਹੋਇਆ। ਜਿਹਦੇ ਨਾਲ ਤੁਹਾਡਾ ਆਰਥਿਕ ਵਿਕਾਸ ਹੋਏ ਉਸ ਪਾਸੇ ਖਰਚ ਕਰੋ। ਇੱਕ ਨਾ ਕਿਤਾਬ ਹੈ ਰਿਚ ਡੈਡ ਪੂਅਰ ਡੈਡ, ਬਹੁਤ ਵਧੀਆ ਪੁਸਤਕ ਹੈ। ਉਹਦੇ ਵਿੱਚ ਮੈਂ ਛੋਟੀ ਜੀ ਗੱਲ ਕਹਿਣੀ ਚਾਹਾਂਗਾ। ਉਹ ਕਹਿੰਦਾ ਹੈ ਕਿ ਕੁਝ ਲੋਕ ਨੇ ਜੋ ਪ੍ਰਾਪਰਟੀ ਖਰੀਦਦੇ ਨੇ ਔਰ ਕੁਝ ਲੋਕ ਨੇ ਜੋ ਜ਼ਿੰਮੇਵਾਰੀਆਂ ਖਰੀਦਦੇ ਨੇ। ਤੇ ਉਹਨੇ ਐਗਜ਼ਾਮਪਲ ਦਿੱਤਾ ਹੈ, ਫਾਰ ਐਗਜ਼ਾਮਪਲ ਤੁਸੀਂ ਘਰ ਖਰੀਦਿਆ, ਕੁਝ ਪੈਸੇ ਡਾਊਨ ਪੇਮੈਂਟ ਦੇ ਦਿੱਤੇ, ਬਾਕੀ ਲੋਨ ਲੈ ਲਿਆ ਤੇ ਤੁਸੀਂ ਕਹਿੰਦੇ ਹੋ ਚਲੋ ਸਾਡੀ ਪ੍ਰਾਪਰਟੀ ਬਣ ਗਈ। ਉਹ ਇਹਨੂੰ ਪ੍ਰਾਪਰਟੀ ਨਹੀਂ ਮੰਨਦਾ। ਉਹ ਕਹਿੰਦਾ ਇਹ ਤੁਸੀਂ ਜ਼ਿੰਮੇਵਾਰੀ ਖਰੀਦੀ ਹੈ। ਹੁਣ ਇੱਕ ਤਾਂ ਘਰ ਖਰੀਦਿਆ, ਇਹਦੀ ਤੁਹਾਨੂੰ ਕਿਸ਼ਤ ਪੇ ਕਰਨੀ ਪੈਣੀ ਹੈ, ਜ਼ਿੰਮੇਵਾਰੀ ਬਣ ਗਈ ਨਾ। ਹੁਣ ਇਸ ਘਰ ਦੇ ਅੰਦਰ ਆਏ ਗਏ ਮਹਿਮਾਨ ਵੀ ਆਉਣਗੇ, ਉਹਨਾਂ ਨੂੰ ਸੰਭਾਲਣਾ ਪੈਣਾ ਹੈ। ਇਸ ਘਰ ਨੂੰ ਮੇਨਟੇਨ ਕਰਨਾ ਪੈਣਾ ਹੈ। ਇੱਥੇ ਬਿਜਲੀ ਦਾ ਬਿੱਲ, ਦੂਜਾ ਤੀਜਾ, ਇੱਥੇ ਖਾਣ ਪੀਣ ਦੇ ਸਾਰੇ ਖਰਚ, ਇਹ ਤੁਹਾਡੀ ਜ਼ਿੰਮੇਵਾਰੀ ਹੈ, ਇਹ ਪ੍ਰਾਪਰਟੀ ਨਹੀਂ ਹੈ। ਉਹ ਕਹਿੰਦਾ ਦੂਜੇ ਬੰਦੇ ਨੇ ਦੁਕਾਨ ਖਰੀਦੀ, ਉਹਨੇ ਪ੍ਰਾਪਰਟੀ ਖਰੀਦੀ ਕਿਉਂਕਿ ਉਸ ਦੁਕਾਨ ਤੋਂ ਇਨਕਮ ਆਏਗੀ ਔਰ ਫਿਰ ਉਸ ਇਨਕਮ ਦੇ ਨਾਲ ਉਹ ਬੰਦਾ ਫਿਰ ਘਰ ਵੀ ਖਰੀਦ ਲੇਗਾ, ਸਾਰਾ ਕੁਝ। ਜਦੋਂ ਤੁਹਾਡੇ ਕੋਲ ਇੰਨਾ ਕੁਝ ਆ ਜਾਏ ਕਿ ਤੁਹਾਡੇ ਕੋਲ ਵਾਧੂ ਪਿਆ ਹੈ, ਫਿਰ ਤੁਸੀਂ ਜ਼ਿੰਮੇਵਾਰੀਆਂ ਖਰੀਦੋ। ਯਾਨੀ ਆਪਣੇ ਵਿਕਾਸ ਵਾਸਤੇ ਖਰਚ ਕਰੋ ਪੈਸਾ, ਜਿਹਦੇ ਨਾਲ ਤੁਹਾਡਾ ਵਿਕਾਸ ਹੋਵੇ। ਤੇ ਜਿਸ ਚੀਜ਼ ਨਾਲ ਵਿਕਾਸ ਹੀ ਨਹੀਂ ਹੋ ਰਿਹਾ, ਬਰਬਾਦ ਕਰ ਰਹੇ ਹੋ, ਤਾਂ ਫਿਰ ਕਿਵੇਂ ਖੁਸ਼ੀ ਹੋਏਗੀ? ਪਹਿਲੀ ਗੱਲ ਪੈਸਾ, ਦੂਜੀ ਗੱਲ ਸਮਾਂ, ਟਾਈਮ। ਆਪਣੇ ਵਿਕਾਸ ਵਾਸਤੇ ਖਰਚ ਕਰੋ ਟਾਈਮ। ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੱਪਾਂ ਮਾਰਦੇ ਹਾਂ। ਫਲਾਣੇ ਦੇ ਵਿਆਹ ਤੇ ਗਏ ਸਾਂ, ਉੱਥੇ ਪਨੀਰ ਦੇ ਵਿੱਚ ਲੂਣ ਘੱਟ ਸੀ, ਉਹਨਾਂ ਨੇ ਜਿਹੜਾ ਗਾਇਕ ਸੱਦਿਆ ਸੀ ਬੜਾ ਨਿਕੰਮਾ ਸੀ, ਇਹੋ ਜਿਹਾ ਕੋਈ ਥੋੜਾ ਸੱਦਦਾ। ਹੁਣ ਇਹਨਾਂ ਚੀਜ਼ਾਂ ਦਾ ਤੁਹਾਡੇ ਵਿਕਾਸ ਨਾਲ ਕੀ ਸੰਬੰਧ ਹੈ? ਨੈਗੇਟਿਵਿਟੀ ਪੈਦਾ ਹੋ ਰਹੀ ਹੈ, ਦੂਜਿਆਂ ਦੇ ਨਾਲ ਈਰਖਾ ਪੈਦਾ ਹੋ ਰਹੀ ਹੈ, ਘਰ ਬੈਠੇ ਲੜ ਰਹੇ ਹੋ ਇੱਕ ਦੂਜੇ ਦੇ ਨਾਲ, ਭਾਂਡੇ ਤੋੜ ਰਹੇ ਹੋ, ਟੈਲੀਵਿਜ਼ਨ ਭੰਨ ਰਹੇ ਹੋ, ਇੱਕ ਦੂਜੇ ਦੀਆਂ ਲੱਤਾਂ ਤੋੜਦੇ ਹੋ। ਤਾਂ ਆਪਣੇ ਵਿਕਾਸ ਵਾਸਤੇ ਸਮਾਂ ਗੁਜ਼ਾਰੋ, ਕਿਤਾਬ ਪੜ੍ਹੋ, ਕਸਰਤ ਕਰੋ, ਪਿਆਰ ਦੇ ਨਾਲ ਰਹੋ, ਗਿਆਨ ਵਿੱਚ ਵਾਧਾ ਕਰੋ।
ਵਿਕਾਸ ਤੁਹਾਡਾ ਹੋਵੇ, ਫਾਈਨੈਂਸ਼ਲੀ ਵਿਕਾਸ ਬਾਰੇ ਸੋਚੋ, ਆਤਮਿਕ ਵਿਕਾਸ ਬਾਰੇ ਸੋਚੋ, ਪਰਿਵਾਰ ਦੇ ਵਿਕਾਸ ਬਾਰੇ ਸੋਚੋ, ਬੱਚਿਆਂ ਦੀ ਪੜ੍ਹਾਈ ਬਾਰੇ ਸੋਚੋ, ਆਪਣੇ ਵਿਕਾਸ ਵਾਸਤੇ ਟਾਈਮ ਖਰਚ ਕਰੋ। ਅੱਜ ਤੁਸੀਂ ਅੰਦਾਜ਼ਾ ਲਗਾਓ ਕਿ ਸਵੇਰ ਤੋਂ ਸ਼ਾਮ ਤੱਕ ਜਿਹੜਾ ਸਮਾਂ ਗੁਜ਼ਾਰਿਆ ਉਹਦੇ ਵਿੱਚ ਤੁਹਾਡਾ ਵਿਕਾਸ ਹੋਇਆ। ਸਵੇਰੇ ਕਿੰਨੇ ਵਜੇ ਉੱਠੇ, ਨਿਤਨੇਮ ਕੀਤਾ ਜਾਂ ਨਹੀਂ ਕੀਤਾ, ਇਸ਼ਨਾਨ ਕੀਤਾ ਕਿ ਨਹੀਂ ਕੀਤਾ, ਝੂਠ ਕਿੰਨਾ ਬੋਲਿਆ, ਈਰਖਾ ਕਿੰਨੀ ਬੋਲੀ, ਸਮਾਂ ਕਿੰਨਾ ਬਰਬਾਦ ਕੀਤਾ, ਧਰਮ ਪ੍ਰਚਾਰ ਕਿੰਨਾ ਕੀਤਾ, ਖੁਸ਼ ਕਿੰਨੇ ਰਹੇ, ਈਰਖਾ ਕਿੰਨੀ ਕੀਤੀ, ਸਾਡੀ ਵਿਕਾਰੀ ਦ੍ਰਿਸ਼ਟੀ ਕਿੰਨੀ ਰਹੀ। ਇਹਨਾਂ ਚੀਜ਼ਾਂ ਨੂੰ ਕਾਊਂਟ ਕਰੋ ਔਰ ਪੈਸਾ ਔਰ ਸਮਾਂ ਆਪਣੇ ਵਿਕਾਸ ਲਈ ਖਰਚ ਕਰੋ। ਜਦੋਂ ਆਪਣੇ ਵਿਕਾਸ ਵਾਸਤੇ ਪੈਸਾ ਔਰ ਸਮਾਂ ਖਰਚ ਕਰੋਗੇ, ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀ ਪੈਦਾ ਹੋਏਗੀ, ਆਨੰਦਮਈ ਜੀਵਨ ਬਣੇਗਾ। ਉਹਦੇ ਵਿੱਚੋਂ ਫਿਰ ਤੁਸੀਂ ਕਿਸੇ ਦਾ ਸਹਿਯੋਗ ਵੀ ਕਰ ਸਕੋਗੇ, ਭੈਣਾਂ ਭਰਾਵਾਂ ਦਾ ਵੀ, ਲੋੜਵੰਦਾਂ ਦਾ ਵੀ। ਅਗਲਾ ਪੁਆਇੰਟ ਨੋਟ ਕਰੋ, ਖੁਸ਼ ਰਹਿਣ ਲਈ ਇੰਤਜ਼ਾਰ ਕਰਨਾ ਬੰਦ ਕਰੋ। ਖੁਸ਼ ਰਹਿਣ ਲਈ ਇੰਤਜ਼ਾਰ ਕਰਨਾ ਬੰਦ ਕਰੋ, ਹੁਣੇ ਹੀ ਖੁਸ਼ ਹੋਵੋ, ਕਿਉਂਕਿ ਹੁਣੇ ਹੀ ਖੁਸ਼ੀਆਂ ਮੌਜੂਦ ਨੇ। ਤੁਹਾਡੀਆਂ ਧੀਆਂ ਨੇ, ਤੁਹਾਡੇ ਪੁੱਤਰ ਨੇ, ਮਾਂ-ਬਾਪ ਨੇ, ਪਤੀ ਪਤਨੀ ਨੇ। ਇਹਨਾਂ ਚੀਜ਼ਾਂ ਨੂੰ ਫੀਲ ਕਰੋ ਕਿ ਉਹ ਮੇਰੇ ਆਪਣੇ ਨੇ, ਖੁਸ਼ ਹੋਵੋ। ਹੁਣ ਤੁਸੀਂ ਮੁਸਕਰਾਓ, ਥੋੜਾ ਥੋੜਾ, ਸਾਰੇ ਮੁਸਕਰਾਓ। ਮੈਂ ਤੁਹਾਨੂੰ ਕਹਿ ਰਿਹਾ, ਕਲਾਸ ਵਾਲਿਆਂ ਨੂੰ ਮੁਸਕਰਾਓ ਥੋੜਾ। ਕਿਉਂ ਇੰਤਜ਼ਾਰ ਕਰਦੇ ਹੋ ਖੁਸ਼ ਰਹਿਣ ਦੀ? ਖੁਸ਼ ਰਹੋ। ਅਸੀਂ ਪੜ੍ਹ ਰਹੇ ਹਾਂ ਤੇ ਸਾਡਾ ਮੱਥਾ ਆਕੜਿਆ ਹੋਇਆ ਹੈ, ਕਾਰ ਡਰਾਈਵ ਕਰ ਰਹੇ ਹਾਂ, ਮੱਥਾ ਆਕੜਿਆ ਹੋਇਆ ਹੈ, ਗੱਲਾਂ ਕਰ ਰਹੇ ਹਾਂ, ਅੱਖਾਂ ਖਿੱਚੀਆਂ ਹੋਈਆਂ ਨੇ। ਯਾਰ ਇਹਨੂੰ ਰਿਲੈਕਸ ਕਰੋ, ਥੋੜਾ ਹੱਸ ਲਓ, ਮੁਸਕਰਾ ਕੇ ਗੱਲ ਕਰੋ। ਜਦੋਂ ਤੁਸੀਂ ਸ਼ੀਸ਼ੇ ਅੱਗੇ ਖਲੋਵੋਗੇ ਨਾ, ਮੁਸਕਰਾਓਗੇ ਤੇ ਅਗਲਾ ਚਿਹਰਾ ਵੀ ਮੁਸਕਰਾਏਗਾ, ਰੋਵੋਗੇ ਤੇ ਅਗਲਾ ਚਿਹਰਾ ਵੀ ਰੋਏਗਾ। ਇਸ ਲਈ ਇਸ ਦੁਨੀਆ ਵੱਲ ਵੇਖ ਕੇ ਮੁਸਕਰਾਓਗੇ, ਜ਼ਿੰਦਗੀ ਮੁਸਕਰਾਏਗੀ, ਤੁਹਾਡੀ ਜ਼ਿੰਦਗੀ ਮੁਸਕਰਾ ਉੱਠੇਗੀ, ਤੁਹਾਡੀ ਜ਼ਿੰਦਗੀ ਅੰਦਰ ਖੁਸ਼ੀਆਂ ਪੈਦਾ ਹੋ ਜਾਣਗੀਆਂ। ਮੁਸਕਰਾਓ, ਹੱਸੋ, ਖੁਸ਼ ਹੋਵੋ। ਖੁਸ਼ ਰਹਿਣ ਦੀ ਇੰਤਜ਼ਾਰ ਨਾ ਕਰੋ। ਜੋ ਕੁਝ ਤੁਹਾਡੇ ਕੋਲ ਹੈ ਉਹਦੇ ਨਾਲ ਹੀ ਖੁਸ਼ ਹੋਵੋ। ਜੇ ਚਿੜੀ ਛੱਕਾ ਹੈ ਤੇ ਜੇ ਬੈਟ ਟੁੱਟਿਆ ਤੇ ਉਹਦੇ ਨਾਲ ਡੰਡੀ ਬੰਨ ਕੇ ਉਹਦੇ ਨਾਲ ਹੀ ਖੇਡੋ, ਉਹਦੇ ਨਾਲ ਹੀ ਖੁਸ਼ ਹੋਵੋ। ਕੱਪੜੇ ਪਾਟੇ ਨੇ, ਪਾਟਿਆਂ ਕੱਪੜਿਆਂ ਦੇ ਨਾਲ ਹੀ ਖੁਸ਼ ਹੋਵੋ। ਰੋਟੀ ਰੁੱਖੀ ਰੁੱਖੀ ਨਾਲ ਹੀ ਖੁਸ਼ ਹੋਵੋ। ਖੁਸ਼ੀਆਂ ਦੀ ਇੰਤਜ਼ਾਰ ਨਾ ਕਰੋ, ਖੁਸ਼ ਰਹੋ। ਅਗਲਾ ਪੁਆਇੰਟ ਇਹ ਕਰੋ ਕਿ ਆਪਣੀ ਦੇਖਭਾਲ ਨੂੰ ਨਿਤਨੇਮ ਦੇ ਅੰਦਰ ਸ਼ਾਮਲ ਕਰੋ। ਆਪਣੀ ਦੇਖਭਾਲ ਨੂੰ ਨਿਤਨੇਮ ਵਿੱਚ ਸ਼ਾਮਲ ਕਰੋ। ਆਪਣੇ ਸਰੀਰ ਦੀ ਸਾਫ਼ ਸਫਾਈ ਰੱਖੋ। ਸਵੇਰੇ ਉੱਠ ਕੇ ਟਾਈਮ ਦੇ ਨਾਲ ਇਸ਼ਨਾਨ ਕਰੋ। ਰਾਤ ਨੂੰ 10 ਵਜੇ ਸੌਂ ਜਾਓ। ਸਵੇਰੇ ਜ਼ਿਆਦਾ ਨਹੀਂ ਤਾਂ 4-5 ਵਜੇ, ਨਹੀਂ ਤਾਂ ਘੱਟ ਤੋਂ ਘੱਟ 6 ਵਜੇ ਤੇ ਜਾਗ ਜਾਓ। 8-10 ਘੰਟੇ ਦੀ ਨੀਂਦ ਲਓ, 6-7 ਘੰਟੇ ਦੀ ਜਾਗ ਜਾਓ। ਸਵੇਰੇ ਟਾਈਮ ਨਾਲ ਨਹਾ ਲਓ, ਟਾਈਮ ਨਾਲ ਕਸਰਤ ਕਰ ਲਓ, ਸੈਰ ਕਰ ਲਓ, ਨਾਸ਼ਤਾ ਕਰ ਲਓ, ਉਸ ਤੋਂ ਬਾਅਦ ਕੁਝ ਪੜ੍ਹ ਲਓ। ਜੇ ਟਾਈਮ ਨਾਲ ਉੱਠ ਜਾਓਗੇ ਤੇ ਸਾਰੇ ਕੰਮ ਟਾਈਮ ਨਾਲ ਸ਼ੁਰੂ ਹੋ ਜਾਣਗੇ, ਟਾਈਮ ਦੇ ਨਾਲ ਨਿਬੜ ਜਾਣਗੇ। ਤੇ ਜੇ 10 ਵਜੇ ਜਾਣਾ ਹੈ ਦਫ਼ਤਰ ਤੇ 9:30 ਵਜੇ ਉੱਠ ਜਾਓ ਤੇ ਸਾਰੇ ਘਰ ਨੂੰ ਕਲੇਸ਼ ਪਾ ਦਿਓ, ਮੇਰਾ ਤੌਲੀਆ ਕਿੱਧਰ ਗਿਆ ਹੈ, ਪਾਣੀ ਗਰਮ ਨਹੀਂ ਹੋਇਆ, ਨਾਸ਼ਤਾ ਤਿਆਰ ਨਹੀਂ ਹੋਇਆ। ਇਸ ਟਾਈਪ ਦੇ ਨਾਲ ਜਦੋਂ ਦਫ਼ਤਰ ਜਾਓਗੇ ਤੇ ਕੀ ਕਰੋਗੇ? ਰਾਹ ਵਿੱਚ ਲਾਲ ਬੱਤੀਆਂ ਤੇ ਹੌਰਨ ਮਾਰਦੇ ਜਾਓਗੇ। ਇਸ ਲਈ ਆਪਣੇ ਸੰਭਾਲ ਨੂੰ ਨਿਤਨੇਮ ਦੇ ਅੰਦਰ ਸ਼ਾਮਲ ਕਰੋ। ਆਪਣੀ ਦੇਖਭਾਲ ਕਰੋ, ਸਰੀਰ ਦੀ, ਅੱਖਾਂ ਦੀ ਕਸਰਤ ਕਰੋ ਔਰ ਆਪਣੀ ਦੇਖਭਾਲ ਕਰੋ। ਆਪਣੇ ਜੀਵਨ ਨੂੰ ਪੜਚੋਲੋ। ਅਗਲਾ ਪੁਆਇੰਟ ਨੋਟ ਕਰੋ, ਖੁਸ਼ ਰਹਿਣ ਵਾਸਤੇ ਚਿੰਤਾ ਕਰਨੀ ਬੰਦ ਕਰੋ। ਚਿੰਤਾ ਕਰਨੀ ਬੰਦ ਕਰ ਦਿਓ। ਚਿੰਤਨ ਕਰੋ, ਉਦਮ ਕਰੋ। ਕੋਈ ਵੀ ਕੰਮ ਚਿੰਤਾ ਕਰਨ ਦੇ ਨਾਲ ਹੱਲ ਨਹੀਂ ਹੁੰਦਾ, ਉਹਦਾ ਸੋਲੂਸ਼ਨ ਕਰਨ ਦੇ ਨਾਲ ਹੱਲ ਹੁੰਦਾ ਹੈ। ਚਿੰਤਾ ਨਾ ਕਰੋ, ਹਰ ਪਰੇਸ਼ਾਨੀ ਦੀ ਸੋਲੂਸ਼ਨ ਲੱਭੋ। ਦੁਨੀਆ ਦੇ ਅੰਦਰ ਕੋਈ ਤਾਲਾ ਮਨੁੱਖ ਨੇ ਐਸਾ ਨਹੀਂ ਬਣਾਇਆ ਜਿਹਦੀ ਚਾਬੀ ਨਾ ਬਣਾਈ ਹੋਈ, ਤੇ ਦੁਨੀਆ ਦੇ ਅੰਦਰ ਕੋਈ ਐਸੀ ਸਮੱਸਿਆ ਨਹੀਂ ਹੈ ਜਿਹਦਾ ਹੱਲ ਨਾ ਹੋਵੇ। ਹਰ ਸਮੱਸਿਆ ਦਾ ਹੱਲ ਹੈ, ਉਹਦਾ ਹੱਲ ਲੱਭੋ, ਚਿੰਤਾ ਨਾ ਕਰੋ। ਸਮੱਸਿਆਵਾਂ ਨਾ ਗਿਣਦੇ ਰਹੋ। ਜਿਹੜੇ ਲੋਕ ਸਮੱਸਿਆਵਾਂ ਗਿਣਦੇ ਰਹਿੰਦੇ ਨੇ ਉਹ ਪ੍ਰੋਬਲਮ ਕ੍ਰੀਏਟਰ ਬਣ ਜਾਂਦੇ ਨੇ, ਪ੍ਰੋਬਲਮ ਮੇਕਰ ਹੋ ਜਾਂਦੇ ਨੇ, ਉਹ ਪ੍ਰੋਬਲਮਸ ਪੈਦਾ ਕਰਦੇ ਨੇ। ਇਸ ਲਈ ਚਿੰਤਾ ਕਰਨੀ ਬੰਦ ਕਰੋ। ਔਰ ਅਗਲਾ ਪੁਆਇੰਟ ਨੋਟ ਕਰੋ ਕਿ ਛੋਟੀਆਂ ਛੋਟੀਆਂ ਪ੍ਰਾਪਤੀਆਂ ਦੀ ਸਿਫਤ ਕਰੋ। ਛੋਟੀ ਜੀ ਪ੍ਰਾਪਤੀ ਹੈ ਉਹਦੀ ਵੀ ਸਿਫਤ ਕਰੋ, ਖੁਸ਼ੀ ਮਾਣੋ। ਤੁਸੀਂ ਇੱਕ ਪੈਨ ਲਿਆਂਦਾ ਨਾ 10 ਰੁਪਏ ਦਾ, ਉਸ ਪੈਨ ਨੂੰ ਵੇਖ ਕੇ ਖੁਸ਼ ਹੋਵੋ। ਉਹ ਤੁਹਾਡੀ ਪ੍ਰਾਪਤੀ ਹੈ ਕਿ ਮੇਰਾ ਕਿਤਨਾ ਸੁੰਦਰ ਪੈਨ ਹੈ, ਮੈਂ ਇਹਦੇ ਨਾਲ ਚੰਗਾ ਲਿਟਰੇਚਰ ਲਿਖਾਂਗਾ, ਮੈਂ ਇਸ ਪੈਨ ਦੇ ਨਾਲ ਚੰਗੀ ਕਵਿਤਾ ਲਿਖਾਂਗਾ, ਮੈਂ ਇਸ ਪੈਨ ਦੇ ਨਾਲ ਕੁਝ ਚੰਗਾ ਕੋਟ ਲਿਖਾਂਗਾ,
मैं इस पेन दे नाल चंगा आर्टिकल लिखांगा, ये पेन मेरी जिंद जान है, ये पेन दे नाल मैं लोकां तक बहुत चंगी सुंदर विचारधारा पहुंचावांगा। तां तुहाडा एक पेन भी खुशी दा साधन बन जाएगा। तुसीं जुत्ती खरीद के लिआए हो तां खुश हो, निक्की जी प्राप्ति है, खुश हो, सिफत करो कि किन्नी चंगी जुत्ती है, मैनूं बड़ी सोहनी जचदी है, ये जुत्ती पा के हुण डेली सैर करन वास्ते जावांगा, अपनी सेहत नूं ठीक करांगा, क्या बात, मैं अपना वेट घटा लांगा। वो जुत्ती भी तुहाडी खुशी दा साधन बन जाएगी। निक्कियां निक्कियां प्राप्तियां मिल के ही वड्डियां प्राप्तियां बनदियां ने। इसलिए आनंदमई जिंदगी जीण वास्ते छोटियां प्राप्तियां दी सिफत करो। अगला पॉइंट नोट करो कि सकारात्मक लोकां विच रहो, जिन्हां दी पॉजिटिव थिंकिंग है उन्हां दा साथ करो, उन्हां दे कोल जरूर बैठो, उन्हां नूं अपने सज्जन मित्र बनाओ, उन्हां दे नाल अपनी फ्रेंडशिप पाओ जिन्हां दी पॉजिटिव थिंकिंग है। जे नैगेटिव थिंकिंग वालियां दे नाल रहोगे, नैगेटिव कर देंगे, तुहाडे अंदर नकारात्मकता आ जाएगी। और याद रखना, जेड़ा इंसान अपने दिमाग दे अंदर निक्की जी चिंता ਜਾਂ ਨਿੱਕੇ ਜੇ ਨੈਗੇਟਿਵ ਵਿਚਾਰ ਵਾਸਤੇ ਜਾਣ ਲਈ ਜਗ੍ਹਾ ਛੱਡ ਦਿੰਦਾ ਨਾ, ਰਾਹ ਛੱਡ ਦਿੰਦਾ ਹੈ, ਫਿਰ ਉਸ ਰਾਸਤੇ ਰਾਹੀਂ ਵੱਡੀਆਂ ਵੱਡੀਆਂ ਚਿੰਤਾਵਾਂ ਔਰ ਵੱਡੀ ਸਾਰੀ ਨਕਾਰਾਤਮਕਤਾ ਅੰਦਰ ਵੜ ਜਾਂਦੀ ਹੈ। ਇਸ ਲਈ ਨੈਗੇਟਿਵ ਥਿੰਕਿੰਗ ਦੇ ਰਾਸਤੇ ਬਿਲਕੁਲ ਬੰਦ ਕਰ ਦਿਓ। ਕੋਈ ਵੀ ਨੈਗੇਟਿਵ ਗੱਲ ਨਾ ਸੁਣੋ। ਬਾਬਾ ਫਰੀਦ ਜੀ ਕਹਿੰਦੇ ਨੇ, ਕੰਨੀ ਬੁੱਝੇ ਦੇ ਰਹਾ ਕਿੱਤੀ ਵੱਗੇ ਪੌਣ। ਨੈਗੇਟਿਵਿਟੀ ਦੀ ਕਿਤਨੀ ਪਾਉਣ ਵਗਦੀ ਰਹੇ, ਹਨੇਰੀਆਂ ਝੁਲਦੀਆਂ ਰਹਿਣ, ਪਾਪਾਂ ਵਿਕਾਰਾਂ ਦੀਆਂ ਗੱਲਾਂ ਲੋਕ ਕਰਦੇ ਰਹਿਣ, ਤੇ ਮੈਂ ਕੰਨਾਂ 'ਚ ਬੁੱਝੇ ਦਿੱਤੇ ਨੇ, ਸੁਣਨਾ ਹੀ ਨਹੀਂ। ਜੇ ਤੁਹਾਨੂੰ ਕੋਈ ਕੰਮ ਕਹਿਣਾ ਇਹ ਕੰਮ ਤੇਰੇ ਤੋਂ ਨਹੀਂ ਹੋ ਸਕਦਾ, ਇਹ ਗੱਲ ਨਾ ਸੁਣੋ, ਇਹ ਬਹੁਤ ਵੱਡਾ ਅਪਰਾਧ ਹੈ, ਬਹੁਤ ਵੱਡਾ ਪਾਪ ਹੈ। ਹੋ ਕਿਉਂ ਨਹੀਂ ਸਕਦਾ? ਹੋ ਸਕਦਾ ਹੈ। ਮੈਂ ਸਭ ਕੁਝ ਕਰ ਸਕਦਾ ਹਾਂ, ਮੇਰੇ ਅੰਦਰ ਸਮਰੱਥਾ ਹੈ। ਤੂੰ ਯਾਰ ਦੁਕਾਨ ਖੋਲੀ, ਦੁਕਾਨ ਚੱਲਣੀ ਨਹੀਂ, ਉਹਦੇ ਤੋਂ ਪੁੱਛੋ ਵੀ ਕਿਉਂ ਨਹੀਂ ਚੱਲਣੀ। ਉਹ ਕਹਿੰਦਾ ਮੇਰੇ ਛੋਟੇ ਭਰਾ ਨੇ ਖੋਲੀ ਸੀ, ਉਹਦੀ ਨਹੀਂ ਚੱਲੀ। ਬੰਦਾ ਪੁੱਛੇ ਵੀ ਤੇਰਾ ਭਰਾ ਨਲਾਇਕ ਹੋਏਗਾ ਤਾਂ ਨਹੀਂ ਚੱਲੀ। ਜੇ ਤੇਰੇ ਭਰਾ ਦੀ ਨਹੀਂ ਚੱਲੀ ਤੇ ਇਹਦਾ ਮਤਲਬ ਇਹ ਥੋੜੀ ਕਿ ਦੁਨੀਆ ਦੀਆਂ ਦੁਕਾਨਾਂ ਨਹੀਂ ਚੱਲਣੀਆਂ। ਮੇਰੀ ਚੱਲੇਗੀ, ਮੈਂ ਦੁਕਾਨ ਚਲਾਵਾਂਗਾ, ਮੈਂ ਵਪਾਰ ਦੇ ਅੰਦਰ ਸਫਲ ਹੋਵਾਂਗਾ। ਉਹਨਾਂ ਲੋਕਾਂ ਦੇ ਅੰਦਰ ਰਹੋ ਜੋ ਤੁਹਾਡੇ ਅੰਦਰ ਪੋਜ਼ਿਟਿਵ ਥਿੰਕਿੰਗ ਕਰਨ, ਜੋ ਤੁਹਾਨੂੰ ਮੋਟੀਵੇਟ ਕਰਨ, ਜੋ ਤੁਹਾਡੇ ਅੰਦਰ ਆਤਮ ਵਿਸ਼ਵਾਸ ਪੈਦਾ ਕਰਨ, ਵਿਲ ਪਾਵਰ ਪੈਦਾ ਕਰਨ। ਉਹਨਾਂ ਲੋਕਾਂ ਦੇ ਅੰਦਰ ਉਹਨਾਂ ਲੋਕਾਂ ਦਾ ਸਾਥ ਕਰੋ। ਨਕਾਰਾਤਮਕ ਬੋਲਣ ਵਾਲਿਆਂ ਦਾ ਸਾਥ ਨਾ ਕਰੋ। ਕਬੀਰ ਜੀ ਕਹਿੰਦੇ ਨੇ, ਕਬੀਰ ਸਾਕਤ ਸੰਗ ਨਾ ਕੀਜੀਏ, ਦੂਰੇ ਜਾਈਏ ਭਾਗ। ਬਾਂਸਨ ਕਾਰੋ ਪਰਸੀਏ ਤੋ ਕੁਛ ਲਾਗੇ ਦਾਗ। ਕੋਈ ਨਾ ਕੋਈ ਨੈਗੇਟਿਵਿਟੀ ਤੁਹਾਡੇ ਅੰਦਰ ਆ ਜਾਏਗੀ। ਇਸ ਲਈ ਆਨੰਦਮਈ ਜ਼ਿੰਦਗੀ ਜੀਣ ਵਾਸਤੇ ਸਕਾਰਾਤਮਕ ਸੋਚੋ ਔਰ ਸਕਾਰਾਤਮਕ ਲੋਕਾਂ ਦੇ ਵਿੱਚ ਰਹੋ। ਤੇ ਜੇ ਜ਼ਿੰਦਗੀ ਵਿੱਚ ਖੁਸ਼ੀ ਚਾਹੁੰਦੇ ਹੋ ਤਾਂ ਅਗਲਾ ਪੁਆਇੰਟ ਨੋਟ ਕਰੋ, ਖੁੱਲ ਕੇ ਹੱਸੋ। ਖੁੱਲ ਕੇ ਹੱਸੋ, ਹਾ 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 ਹਾ, ਖੁੱਲ ਕੇ ਹੱਸੋ। ਜਿਹੜੇ ਲੋਕ ਹਾਸੇ ਨੂੰ ਬੇਵਕੂਫੀ ਸਮਝਦੇ ਨੇ, ਕਈ ਹੁੰਦੀਆਂ ਨੇ ਨੂੰਹਾਂ ਧੀਆਂ, ਬੇਟੀਆਂ ਬੇਟੇ, ਬੱਚੇ ਬਜ਼ੁਰਗ, ਬੜਾ ਖੁੱਲ ਕੇ ਹੱਸਦੇ ਨੇ, ਨਿੱਕੀ ਜੀ ਗੱਲ ਤੋਂ ਖੁੱਲ ਕੇ ਹੱਸਦੇ ਨੇ, ਉਹ ਕਦੇ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਹੁੰਦੇ। ਤੇ ਕਈ ਐਸੇ ਲੋਕ ਹੁੰਦੇ ਨੇ ਹਾਸਦਿਆਂ ਨੂੰ ਵੇਖ ਕੇ ਡਰਦੇ ਨਹੀਂ। ਬੜੀਆਂ ਮੈਂ ਮਾਈਆਂ ਨੂੰ ਜਾਣਨਾ, ਬਜ਼ੁਰਗਾਂ ਨੂੰ ਜਾਣਨਾ, ਜਿਹੜੇ ਲੋਕ ਇਹ ਕਹਿੰਦੇ ਨੇ ਫਲਾਣਾ ਬੰਦਾ ਤੇ ਖਿੜ ਖਿੜ ਕੇ ਹੱਸਦਾ, ਉਹ ਤੇ ਦੰਦ ਹੀ ਕੱਢਦਾ ਰਹਿੰਦਾ ਹੈ। ਬੰਦਾ ਪੁੱਛੇ ਵੀ ਹੋਰ ਤੈਨੂੰ ਵੇਖ ਕੇ ਢਾਹਾਂ ਮਾਰਨ ਲੱਗ ਜਾਏ, ਤੈਨੂੰ ਵੇਖ ਕੇ ਪਿੱਟਣ ਲੱਗ ਜਾਏ, ਫਿਰ ਠੀਕ ਹੈ ਵੀ ਹਾਏ ਮੇਰਾ ਬਾਪੂ ਕਿਉਂ ਆ ਗਿਆ, ਫਿਰ ਠੀਕ ਹੈ। ਹੱਸੋ ਖੁੱਲ ਕੇ। ਜਿਸ ਸਮਾਜ ਦੇ ਅੰਦਰ ਹੱਸਣ ਨੂੰ ਬੇਵਕੂਫੀ ਸਮਝ ਲਿਆ ਜਾਂਦਾ ਹੈ, ਉਹ ਸਮਾਜ ਨੂੰ ਕਦੇ ਕੋਈ ਸੁਖੀ ਨਹੀਂ ਕਰ ਸਕਦਾ। ਇਸ ਲਈ ਬਿਨਾਂ ਮਤਲਬ ਤੋਂ ਹੀ ਹੱਸੋ, ਠਾਕ ਕੇ ਮਾਰ ਕੇ ਹੱਸੋ। ਮੈਂ ਤੇ ਕਹਿੰਦਾ ਹੁਣ ਆਪਾਂ ਬੈਠੇ ਹਾਂ ਤੇ ਇੱਕ ਵਾਰੀ ਹੱਸ ਕੇ ਵਿਖਾਓ ਸਾਰੇ, ਖੁੱਲ ਕੇ ਹੱਸੋ, ਖੁਸ਼ ਹੋ। ਦਿਨ ਦੇ ਵਿੱਚ ਇੱਕ ਵਾਰੀ ਖੁੱਲ ਕੇ ਹੱਸੋ। ਤਾਂ ਹਾਸਾ ਆਪਣੇ ਆਪ ਦੇ ਅੰਦਰ ਇੱਕ ਥੈਰੇਪੀ ਹੈ। ਹੱਸਣ ਵਾਲੇ ਬੰਦਾ ਕਦੇ ਡਿਪਰੈਸ਼ਨ ਦੇ ਵਿੱਚ ਨਹੀਂ ਜਾਂਦਾ। ਮੁਸਕਰਾਓ, ਖੁਸ਼ ਹੋ। ਤੇ ਅਗਲਾ ਬਚਨ ਹੈ ਕਿ ਪਿਆਰ ਦੇ ਨਾਲ ਗੱਲ ਕਰੋ, ਪਿਆਰ ਨਾਲ, ਕ੍ਰੋਧ ਨਾਲ ਨਹੀਂ। ਜਿਹੜੀ ਗੱਲ ਕਿਸੇ ਨੂੰ ਕਹਿਣੀ ਹੈ ਨਾ, ਬੜੇ ਠਰੰਮੇ ਦੇ ਨਾਲ ਕਹੋ, ਬੜੇ ਠਰੰਮੇ ਨਾਲ, ਬੜੇ ਪਿਆਰ ਦੇ ਨਾਲ। ਬਾਣੀ ਵਿੱਚ ਵੀ ਗੁਰੂ ਜੀ ਨੇ ਕਿਹਾ ਹੈ, ਇੱਕ ਫਿੱਕਾ ਨਾ ਗੱਲ ਆਏ ਸਭਨਾ ਮੈਂ ਸੱਚਾ ਧਨੀ। ਪਿਆਰ ਦੇ ਨਾਲ ਗੱਲ ਕਹੋ। ਜੇ ਤੁਹਾਡੇ ਬੱਚੇ ਨੇ ਕੋਈ ਗਲਾਸੀ ਤੋੜ ਦਿੱਤੀ ਤੇ ਉਸੇ ਵੇਲੇ ਟੁੱਟ ਕੇ ਨਾ ਪੈ ਜਾਓ।
उस वेले उन्होंने कुट्टन ना बह जाओ, बच्चे विंगड़ जाणगे। वो बच्चे तो जे गिलासी टुट गई है, प्यार नाल कहो बेटा कोई गल नहीं, पासे हो जा, कच ना वज जाए, मैं चुक देना। बच्चे नूं प्यार दो, बेटा कोई गल नहीं, उस कच नूं चुग लो। ते जदों बच्चा किते कोई चंगा काम करदा होए ना, उदों उस बच्चे की प्रेज करो कि बेटे तुसी बहुत चंगे हो, तुहाडा सुभाव बड़ा चंगा है, मेरा बेटा किन्ना प्यारा है, किन्नी प्यारी हैंड राइटिंग है, मेरा बच्चा किन्नी मेहनत करदा है। ओदी इन्नी प्रेज करके फिर उन्होंने कहो बेटा अगे गिलासी तोड़ी सी ना, एवें गिलासी नहीं चुकी दी, गिलासी टुट के एक तां नुकसान हुंदा है, एक शीशा वगैरह वज जांदा है, इस तो बाद एवें नहीं करना। बच्चा कहेगा ओके पापा, फिर दोबारा वो नुकसान नहीं करेगा। क्योंकि जदों ਉਹਦੀ सिफत करोगे, प्यार नाल समझाओगे, मन जाएगा। लोग कहते ना प्रेम दे नाल भावें जहर खवा दिओ ते धक्के नाल ते मैं खीर भी नहीं खांदा। प्यार दे नाल गल करो, किसी दा दिल ना दुखे, किसी नूं ठेस ना पहुंचे। ਜਿਹੜੇ ਸ਼ਬਦ ਤੁਸੀਂ ਦੂਜਿਆਂ ਤੋਂ ਆਪਣੇ ਲਈ ਨਹੀਂ ਨਾ ਸੁਣਨਾ ਚਾਹੁੰਦੇ, ਉਹ ਸ਼ਬਦ ਕਿਸੇ ਵਾਸਤੇ ਯੂਜ਼ ਨਾ ਕਰੋ। ਜਿਹੜਾ ਵਿਹਾਰ ਦੂਜਿਆਂ ਤੋਂ ਆਪਣੇ ਵਾਸਤੇ ਨਹੀਂ ਚਾਹੁੰਦੇ, ਉਹ ਵਿਹਾਰ ਦੂਜਿਆਂ ਦੇ ਨਾਲ ਯੂਜ਼ ਨਾ ਕਰੋ। ਮਿੱਠਾ ਬੋਲੋ। ਤੇ ਲਾਸਟ ਮੈਂ ਗੱਲ ਕਹਿ ਰਿਹਾ ਹਾਂ कि अपनी खुशी वास्ते प्लैनिंग करो। ये पॉइंट नोट कर लो, अपनी खुशी वास्ते प्लैनिंग करो, प्लान बनाओ कि केड़ी चीज दे नाल तुहानू खुशी मिलती है, किथे किथे जाके खुशी मिलती है, किस दे नाल गलबात करके खुशी मिलती है। अपनी खुशी की प्लैनिंग करो। ਅਸੀਂ खुशी की कदे प्लैनिंग ही नहीं की। घूमन की प्लैनिंग करते हैं कि फलाने थां ते चलते हैं, पति पत्नी घूमन चले जाते हैं, सारा राह एक दूजे दियां लिंबां पुੱਟਦੇ ਜਾਂਦੇ ਨੇ, ਸਾਰੇ ਰਾਹ ਇੱਕ ਦੂਜੇ ਨੂੰ ਮਿਹਣੇ ਮਾਰਦੇ ਜਾਂਦੇ ਨੇ, ਤੂੰ ਵਿਆਹ ਦੇ ਵਿੱਚ ਕੀ ਕੀਤਾ ਸੀ, ਤੈਨੂੰ ਐਵੇਂ ਨਹੀਂ ਸੀ ਕਰਨਾ ਚਾਹੀਦਾ। ਜਾ ਰਹੇ ਨੇ ਬਾਹਰ ਘੁੰਮਣ ਲਈ ਤੇ ਜੁੱਤੀਓ ਜੁੱਤੀ ਹੁੰਦੇ ਜਾ ਰਹੇ ਨੇ, ਫਾਇਦਾ ਕੀ ਆਇਆ। ਇਸ ਲਈ ਖੁਸ਼ੀ ਦੀ ਪਲੈਨਿੰਗ ਕਰੋ, ਆਪਣੀ ਖੁਸ਼ੀ ਵਾਸਤੇ ਪਲੈਨਿੰਗ ਕਰੋ, ਖੁਸ਼ੀ ਵਾਸਤੇ ਬੋਲੋ ਕਿ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਕਿਵੇਂ ਰਹਿ ਸਕਦੀ ਹੈ, ਅਸੀਂ ਸ਼ਾਂਤ ਕਿਵੇਂ ਰਹਿ ਸਕਦੇ ਹਾਂ। ਸ਼ਾਂਤ ਰਹੋ, खुश रहो। जे ਅਸੀਂ ਇਹਨਾਂ ਗੱਲਾਂ ਨੂੰ ਅਪਣਾਉਂਦੇ ਹਾਂ ਤਾਂ ਮੈਂ ਗਾਰੰਟੀ ਦੇ ਨਾਲ ਕਹਿ ਸਕਦਾ, ਜੋ ਆਪ ਦੇ ਨਾਲ ਮੈਂ ਸੁਜੈਸ਼ਨ ਦਿੱਤੇ ਨੇ ਇਹ ਉਹਨੇ ਕੁ ਸਨ ਜਿੰਨੇ ਕੁ ਮੇਰੇ ਦਿਮਾਗ ਵਿੱਚ ਆਏ, ਕਿਉਂਕਿ ਮੱਤ ਹੈ ਨਾ ਆਪਣੀ ਸੀਮਤ ਮੱਤ ਹੈ ਮੇਰੀ। ਤੁਸੀਂ ਮੇਰੇ ਨਾਲੋਂ ਸਾਰੇ ਹੀ ਜ਼ਿਆਦਾ ਸਿਆਣੇ ਵੀ ਹੋ, ਪੜ੍ਹੇ ਲਿਖੇ ਵੀ ਹੋ। ਇਹਦੇ ਵਿੱਚ ਹੋਰ ਚੀਜ਼ਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਨੇ। ਇਹ ਮੇਰੇ ਕੁਝ ਸੁਜੈਸ਼ਨ ਸਨ ਤੁਹਾਨੂੰ ਇਹ ਦੱਸਣ ਲਈ ਕਿ ਆਨੰਦਮਈ ਜ਼ਿੰਦਗੀ ਅਸੀਂ ਕਿਵੇਂ ਜੀ ਸਕਦੇ ਹਾਂ। ਇਹ ਸਾਰੇ ਆਨੰਦਮਈ ਜ਼ਿੰਦਗੀ ਦੇ ਪੁਆਇੰਟ ਨੇ, ਪਾਰਟ ਨੇ, ਔਰ ਇਹ ਸੰਭਾਵਨਾਵਾਂ ਹਰ ਇਨਸਾਨ ਦੇ ਅੰਦਰ ਨੇ। ਇਹਨਾਂ ਵਿੱਚ ਮੈਂ ਇੱਕ ਵੀ ਗੱਲ ਐਸੀ ਨਹੀਂ ਕਿ ਦੁਨੀਆ ਦਾ ਤਿਆਗ ਕਰੋ, ਜੰਗਲਾਂ ਵਿੱਚ ਜਾਓ, ਮਾਲਾ ਫੇਰੋ, ਸਮਾਧੀਆਂ ਲਾਓ, ਇਹ ਕੁਝ ਵੀ ਨਹੀਂ ਕਿਹਾ। ਬਾਕੀ ਤੇ ਸਾਰੇ ਕੰਮ ਹੀ ਉਹ ਨੇ ਜਿਹੜੇ ਅਸੀਂ ਸਾਰੇ ਕਰ ਸਕਦੇ ਹਾਂ। ਗੁਰੂ ਜੀ ਨੇ ਸਾਨੂੰ ਹੀ ਕੰਮ ਦੱਸੇ ਨੇ जो आम इंसान कर सकता है। इसलिए ये जो खुशी है, आनंदमयी जीवन है, ये हर बंदे की पहुंच विच है, पकड़ विच है। हर एक दे अंदर ऐसियां संभावनावां ने कि वो सुखी और शांत रह सकता है, पॉजिटिव रह सकता है, अपनियां मंजिलां दे उत्ते जा सकता है। कोई भी ऐसी प्राप्ति नहीं जो तुसी नहीं कर सकते, हर प्राप्ति नूं तुसी कर सकते हो। इसलिए अज प्रण करो कि मैं आनंदमयी जिंदगी जीवांगा, अपने परिवार ਨੂੰ आनंदमयी जिंदगी जीवन की प्रेरणा देंगा, अपने परिवार के अंदर ऐसा माहौल पैदा करांगा, मैं अपने परिवार का एक ऐसा गोल बनावांगा और मैं आनंदमयी जिंदगी जीवांगा। अज तो लैके मेरियां चिंतावां और परेशानियां नूं मैं तिलांजलि दिंदा हां, उन्हां नूं मैं छड्डदा हां और अज तो लैके मैं खुश और प्रसन्न रहण दी प्रतिज्ञा करदा हां। प्रतिज्ञा कर रहे हो जी सारे क्लास वाले वीर भैणा? सिर हिला दो सारे। वेरी गुड, बहुत वधिया। एक मिनट ਲਈ ਤਾਂ ਮੈਂ ਆਪ ਦੇ ਨਾਲ ਕੁਝ ਸੁਜੈਸ਼ਨ ਸਾਂਝੇ ਕੀਤੇ ਸਨ, ਤਾਂ ਮੈਂ ਇੱਥੇ ਸਮਾਪਤੀ ਕਰ ਰਿਹਾ। ਤਾਂ ਹੁਣ ਜਿਹੜੇ ਵੀ ਵੀਰ ਜੀ ਨੇ ਜਾਂ ਜਿਨ੍ਹਾਂ ਨੇ ਕੋਈ ਸਵਾਲ ਕਰਨਾ ਹੋਇਆ ਉਹ ਅਨਮਿਊਟ ਹੁੰਦੇ ਜਾਣਗੇ। ਭਾਈ ਸਾਹਿਬ ਜੀ ਸਾਰਿਆਂ ਨੂੰ ਗਾਈਡ ਕਰਨਗੇ। ਤਾਂ ਤੁਹਾਡੇ ਹੁਣ ਅੱਜ ਕੀ ਵਿਊਜ਼ ਨੇ ਇਸ ਬਾਰੇ, ਔਰ ਉਸ ਤੋਂ ਬਾਅਦ ਜੋ ਵੀ ਵੀਰਾਂ ਭੈਣਾਂ ਦਾ ਕੋਈ ਸਵਾਲ ਹੋਇਆ ਉਹ ਸਵਾਲ ਵੀ ਕਰ ਪਾਣਗੇ। ਤੇ ਜੇ ਆਪਣਾ ਨਵਨੀਤ ਕੌਰ ਜੀ ਬੇਟੀ ਹੋਣ ਤਾਂ ਉਹ ਵੀ ਆਪਣੀ ਵੀਡੀਓ ਨੂੰ ਔਨ ਕਰ ਲੈਣ, ਜਿਸ ਕਰਕੇ ਪਤਾ ਲੱਗ ਜਾਏ ਕਿ ਬੇਟੀ ਤੁਸੀਂ ਹੈਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ ਭਾਈ ਸਾਹਿਬ ਜੀ। बंद हो गया।
ਹਾਂਜੀ ਭਾਈ ਸਾਹਿਬ। ਭਾਈ ਸਾਹਿਬ ਤਰਲੋਚਨ ਸਿੰਘ ਤੁਹਾਡੇ ਹੈ ਮਿਊਟ ਹੋਇਆ ਹੈ ਜੀ। ਸੌਰੀ ਜੀ, ਮੈਂ ਇਧਰੋਂ ਬੋਲੀ ਗਿਆ ਪਰ ਮੇਰੇ ਮੈਂ ਵੀਡੀਓ ਔਨ ਕਰ ਦਿੱਤੀ ਸੀ ਪਰ ਮੈਨੂੰ ਚੇਤਾ ਭੁੱਲ ਗਿਆ, ਸੌਰੀ। ਹਾਂਜੀ ਦੁਬਾਰਾ ਤੁਸੀਂ ਹਾਂਜੀ ਮੈਂ ਇਹ ਕਹਿਣਾ ਚਾਹੁੰਦਾ ਜੀ ਵੀ ਧੰਨਵਾਦ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਜਿਹੜਾ ਟੌਪਿਕ ਤੁਸੀਂ ਲੈ ਕੇ ਆਏ ਸੀਗੇ ਤੇ ਸਾਰੀ ਸੰਗਤ ਨੇ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ ਸੁਣਿਆ। ਔਰ ਮੈਂ ਦੇਖ ਰਿਹਾ ਸੀਗਾ ਵੀ ਜਿੱਥੇ ਤੁਸੀਂ ਸਮਾਈਲ ਕਰਨ ਨੂੰ ਕਹਿ ਰਹੇ ਤੇ ਸਮਾਈਲ ਕਰ ਰਹੇ ਆ, ਇਹਦਾ ਮਤਲਬ ਤੁਹਾਡੇ ਨਾਲ ਬਿਲਕੁਲ ਜੁੜੇ ਹੋਏ ਸੀਗੇ। ਹਾਂਜੀ, ਤੇ ਮੈਂ ਇਹ ਵੀ ਨੋਟ ਕਰ ਰਿਹਾ ਸੀਗਾ ਕਿ ਜਿੰਨੀਆਂ ਸੰਗਤਾਂ ਸੀਗੀਆਂ ਜਿਹੜੀਆਂ ਵੀਡੀਓ ਔਨ ਕੀਤੇ ਆ ਤੇ ਉਹਨਾਂ ਨੇ ਨੋਟਸ ਵੀ ਬਣਾਏ ਆ ਅੱਜ, ਹਾਂਜੀ, ਤੇ ਉਹਨਾਂ ਦੇ ਵਿੱਚੋਂ ਆਪਾਂ ਹੁਣੇ ਗੱਲਬਾਤ ਕਰਦੇ ਹਾਂ, ਸਾਰਿਆਂ ਨੂੰ ਪੁੱਛਾਂਗੇ। ਤੇ ਆਪ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿੰਨੇ ਵੀ ਨੋਟ ਤੁਸੀਂ ਦੱਸੇ ਆਪਣੇ ਵੱਲੋਂ, ਉਹਨਾਂ ਦੇ ਵਿੱਚੋਂ ਹੈਗੇ ਤਾਂ ਸਾਰੇ ਹੀ ਬਹੁਤ ਵਧੀਆ। ਤੇ ਚਿੰਤਾ ਨਾ ਕਰੋ, ਖੁਸ਼ ਰਹੋ, ਹੱਸ ਲਵੋ ਵਾਲਾ ਜਿਹੜਾ ਸੀਗਾ ਉਹ ਸਾਰਿਆਂ ਨੂੰ ਬਹੁਤ ਪਸੰਦ ਆਇਆ ਕਿਉਂਕਿ ਸਾਰੇ ਸਮਾਈਲ ਕਰ ਰਹੇ ਸੀ। ਤੇ ਬਾਕੀ ਇੱਕ ਜਿਹੜਾ ਮੈਨੂੰ ਬਹੁਤ ਚੰਗਾ ਲੱਗਾ ਜੀ ਉਹ ਹੈਗਾ ਜੀ, ਖੁਸ਼ ਰਹਿਣ ਲਈ ਇੰਤਜ਼ਾਰ ਕਰਨਾ ਬੰਦ ਕਰੋ। ਵੈਰੀ ਗੁੱਡ। ਬਹੁਤ ਜਾਨੀ ਵਧੀਆ ਨੋਟ ਹੈ ਜੀ, ਕਿਉਂਕਿ ਆਪਾਂ ਖੁਸ਼ ਰਹਿਣ ਲਈ ਆਪਾਂ ਕੱਲ ਦੀ ਵੇਟ ਕਰਦੇ ਰਹਿੰਦੇ ਆ ਤੇ ਕੱਲ ਨੂੰ ਵੇਟ ਕਰਨ ਦੀ ਬਜਾਏ ਜੇ ਅੱਜ ਹੀ ਖੁਸ਼ ਰਹਿ ਲਈ ਤਾਂ ਕੱਲ ਨੂੰ ਜਿਹੜਾ ਪਿੱਛਾ ਮੁੜ ਕੇ ਦੇਖਣੇ ਵਾਲਾ ਕੱਲ ਹੋਣਾ ਉਹਦੇ ਵਿੱਚ ਸਾਨੂੰ ਪੋਜ਼ਿਟਿਵ ਨਜ਼ਰ ਆਊਗਾ, ਨਹੀਂ ਤਾਂ ਪਛਤਾਵੇ ਵਾਲਾ ਹੀ ਜਿਹੜਾ ਤੁਸੀਂ ਪੁਆਇੰਟ ਦੱਸਿਆ ਸੀਗਾ ਉਹ ਹੀ ਰਹਿ ਜਾਣਾ। ਤੋ ਇਸ ਕਰਕੇ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ। ਤੇ ਹੁਣ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੀ, ਆਪਣੇ ਆਪਣੇ ਵਿਚਾਰ ਜ਼ਰੂਰ ਦਿਓ ਇਸ ਚੀਜ਼ ਬਾਰੇ। ਤੇ ਸਭ ਤੋਂ ਪਹਿਲਾਂ ਤਾਂ ਮੈਂ ਦੇਖ ਰਿਹਾ ਜੀ ਗੁਰਮੁਖ ਸਿੰਘ ਅਨਮਿਊਟ ਹੈਗੇ ਆ, ਤੇ ਜੇ ਤੁਸੀਂ ਪਹਿਲਾਂ ਸ਼ੁਰੂ ਕਰਨਾ ਤਾਂ ਜੀ ਤੁਸੀਂ ਕਰ ਦਿਓ। ਤਰਲੋਚਨ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ। ਮੈਂ ਤਾਂ ਜੀ ਅਨਮਿਊਟ ਤਾਂ ਹੋਇਆ ਤੁਹਾਨੂੰ ਦੱਸਣ ਵੀ ਤੁਹਾਡਾ ਮਿਊਟ ਹੋਇਆ, ਪਰ ਚਲੋ ਆਪਾਂ ਹੁਣ ਗੱਲ ਕਰਦੇ ਹਾਂ ਜੀ। ਹਾਂਜੀ, ਤਾਂ ਦੇਖੋ ਜੀ ਮੈਂ ਤਾਂ ਜਿਹੜੀਆਂ ਆਪਣੇ ਆਪਣੇ ਮੋਰਸੇ ਨੇ ਗੱਲਾਂ ਕੀਤੀਆਂ, ਮੋਰਸੇ ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ, ਬਹੁਤ ਸਾਰੀਆਂ ਆਪਣੇ ਗੱਲਾਂ ਵਧੀਆ ਸੋਹਣੇ ਮਨ ਨੂੰ ਲੱਗੀਆਂ, ਦਿਲ ਨੂੰ ਲੱਗੀਆਂ। ਮੈਂ ਤਾਂ ਇਹ ਕਹੂੰਗਾ ਵੀ ਇਸ ਵੇਲੇ ਮੇਰਾ ਤਾਂ ਇਹ ਆ ਵੀ ਜਿਹੜੀ ਆਪਾਂ ਹੁਣ ਕਲਾਸ ਲਾਉਣੇ ਆ, ਹਾਂਜੀ, ਜਿਹੜੀ ਤੁਸੀਂ ਪੋਜ਼ਿਟਿਵ ਥਿੰਕਿੰਗ ਦੀ ਗੱਲ ਕੀਤੀ ਸੀ, ਮੇਰਾ ਖਿਆਲ ਆ ਵੀ ਆਪਾਂ ਨੂੰ ਜਿੰਨੇ ਇਸ ਕਲਾਸ ਦੇ ਵਿੱਚ ਆਉਂਦੇ ਆ ਵੀ ਇਹਦੇ ਵਿੱਚ ਬਹੁਤ ਹੈਗੇ ਜਿਹਨਾਂ ਦੀ ਪੋਜ਼ਿਟਿਵ ਥਿੰਕਿੰਗ ਆ। ਹਾਂਜੀ, ਤੇ ਮੈਂ ਤਾਂ ਇੰਨਾ ਸੋਚਿਆ ਜੀ, ਮੈਂ ਤਾਂ ਕਿ ਆਪਣੇ ਤਰਲੋਚਨ ਸਿੰਘ ਨੂੰ ਬੜਾ ਭਾਈ ਸਮਝਦਾ ਸੀ, ਹੁਣ ਅੱਜ ਤਰਲੋਚਨ ਸਿੰਘ ਨੇ ਆਪਣੇ ਹਰਨੇਕ ਸਿੰਘ ਨੂੰ ਉਹ ਤੋਂ ਵੀ ਬੜਾ ਬਣਾਤਾ। ਹਾਂਜੀ ਹਾਂਜੀ, ਦੇਖੋ ਜੀ ਜਿੱਦਾਂ ਤੁਸੀਂ ਗੱਲ ਕੀਤੀ, ਇਹ ਆਪਾਂ ਖੁਸ਼ ਹੋ ਕੇ ਹੱਸ ਕੇ ਜਿਹੜੀਆਂ ਗੱਲਾਂ ਕਰ ਲੈਂਦੇ ਬਹੁਤ ਵਧੀਆ ਆ। ਮੈਂ ਇੱਥੇ ਗੱਲ ਹੋਰ ਨਹੀਂ ਗਾਹਾਂ ਕਰਦਾ ਜੀ। ਥੈਂਕ ਯੂ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਵਡੱਪਣ ਦੇ ਵਿੱਚ ਹੀ ਫਾਇਦਾ ਹੈ ਜੀ। ਅਸੀਂ ਵਡੱਪਣ ਉਹਨਾਂ ਨੂੰ ਏਦਾਂ ਨਹੀਂ ਵੀ ਬੁੱਢੇ ਕਰਕੇ ਕਹਿੰਦੇ ਆ, ਅਸੀਂ ਕਹਿੰਦੇ ਸਾਡੇ ਵੱਡੇ ਭਾਈ, ਬਸ ਇੰਨਾ ਹੀ ਬਹੁਤ ਹੈ ਜੀ। ਤੇ ਜੇ ਮੇਰਾ ਖਿਆਲ ਉਹ ਮੰਨਦੇ, ਮੈਂ ਉਹਨਾਂ ਦੇ ਕੋਲੇ ਆਉਣਾ ਜੀ ਗਾਹਾਂ। ਭਾਈ ਸਾਹਿਬ ਤੁਸੀਂ ਆ ਜਾਓ, ਹਰਨੇਕ ਸਿੰਘ ਜੀ ਤੁਸੀਂ ਵੀ ਆਪਣੇ ਵਿਚਾਰ ਦਿਓ, ਤੁਸੀਂ ਵੀ ਨੋਟ ਕਰਦੇ ਸੀ। ਹਾਂਜੀ ਓਕੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗਿਆਨੀ ਜੀ ਤੁਹਾਡਾ ਜਿਹੜਾ ਅੱਜ ਦਾ ਟੌਪਿਕ ਸੀ ਬਹੁਤ ਵਧੀਆ ਔਰ ਦਿਲ ਨੂੰ ਲੱਗਾ। ਹਰੇਕ ਕੱਲੀ ਵਰਡਿੰਗ ਜਿਹੜੀ ਆ ਮੈਨੂੰ ਉਹ ਛੂ ਗਈ ਆ। ਧੰਨਵਾਦ। ਤੇ ਅਸੀਂ ਇਹਦੇ ਅਗੇਂਸਟ ਬਹੁਤ ਚੱਲੇ ਆ ਕਿਉਂਕਿ ਜਦੋਂ ਦੇ ਆਏ ਆ ਛੋਟੇ ਹੁੰਦੇ ਬੜੀਆਂ ਮਿਹਨਤਾਂ ਕਰਨ ਦੀ ਕੋਸ਼ਿਸ਼ ਕੀਤੀ ਸਾਰਿਆਂ ਨੇ, ਜਿੰਨੇ ਵੀ ਸੁਣ ਰਹੇ ਹੈਗੇ ਆ। ਤੇ ਇਸ ਕਰਕੇ ਕਈਆਂ ਜਗ੍ਹਾ ਤੋਂ ਅਸੀਂ ਉਖੜ ਗਏ, ਕਈ ਜਿਹੜੀਆਂ ਤੁਸੀਂ ਦੱਸੀਆਂ ਗੱਲਾਂ ਉਹਨਾਂ ਤੋਂ ਉਖੜ ਗਏ ਹੈਗੇ ਸੀ। ਤੇ ਇਸ ਕਰਕੇ ਜਿਹੜੇ ਹਰੇਕ ਟੌਪਿਕ ਬਹੁਤ ਵਧੀਆ। ਜਿਹੜੀ ਬੈਸਟ ਤੁਸੀਂ ਜਿਹੜੀ ਗੱਲ ਕੀਤੀ ਹੈਗੀ ਆ ਕਿ ਆਨੰਦ ਵਾਲਾ ਜੀਵਨ, ਆਨੰਦਮਈ ਜੀਵਨ ਬਣਾਓ, ਠੀਕ ਆ ਜੀ। ਉਹ ਤਾਂ ਜਦੋਂ ਜਿਹੜਾ ਆਨੰਦ ਵਾਲਾ ਜੀਵਨ ਸਾਡਾ ਸੀ, ਜਿਹੜੀ ਮੇਰੀ ਥਿਊਰੀ ਕਿ ਜਦੋਂ ਅਸੀਂ ਇੰਡੀਆ ਛੱਡ ਦਿੱਤਾ ਬੱਚੇ ਹੁੰਦਿਆਂ ਨੇ, ਮੈਂ ਤਾਂ ਛੋਟਾ ਹੁੰਦਾ ਆਇਆ ਸੀ, ਤੇ ਉਸ ਤੋਂ ਬਾਅਦ ਇਹ ਆਨੰਦ ਸਾਡਾ ਘਟਣ ਹੀ ਲੱਗ ਪਿਆ ਬਲਕਿ ਵਧਣ ਦੀ ਜਗ੍ਹਾ। ਕਿਉਂਕਿ ਇੱਕ ਤਾਂ ਉੱਥੇ ਛੋਟੇ ਸੀ ਨਿਆਣੇ ਨੰਗੇ ਦੌੜੇ ਫਿਰਦੇ ਸੀ, ਜੋ ਕਿ ਖਾਈ ਗਏ ਜੋ ਹੈ ਉਹ ਸੀ ਆਨੰਦ। ਫਿਰ ਆ ਗਏ ਅਸੀਂ ਇੱਥੇ ਆਣ ਕੇ ਤੁਹਾਨੂੰ ਪਤਾ, ਤੁਸੀਂ ਵੀ ਨਵੇਂ ਆਏ ਸ਼ਾਇਦ ਪਤਾ, ਸਾਰੇ ਬੰਦਿਆਂ ਨੂੰ ਮੁਸ਼ਕਿਲਾਂ ਆਈਆਂ। ਸਟਰਗਲ ਕਰਨਾ ਬਿਲਕੁਲ। ਹਾਂਜੀ, ਹਰੇਕ ਤੇ ਸੁਣਦੀ ਗੱਲ ਆਵਾਜ਼ ਆ ਰਹੀ? ਹਾਂਜੀ, ਤੇ ਉਹਦੇ ਨਾਲ ਹਰੇਕ ਬੰਦੇ ਨੂੰ ਇੰਨੀਆਂ ਆਪਣੇ ਕੰਮ ਕਾਰਾਂ 'ਚ ਜਾਂ ਫੈਮਿਲੀ ਬਣਾਉਣ 'ਚ ਇੰਨੇ ਦੁੱਖਾਂ ਨਾਲ ਵੀ ਸਾਹਮਣਾ ਕਿ ਜਿਹੜੀ ਉਹਨਾਂ ਦੀ ਖੁਸ਼ੀ ਵਾਲੀ ਆਨੰਦ ਵਾਲੀ ਜੀਵਨ ਸੀ ਨਾ, ਉਹ ਬਹੁਤ ਮੱਠਾ ਪੈ ਗਿਆ ਸੀਗਾ। ਤੇ ਇਸ ਕਰਕੇ ਦੋ ਤਿੰਨ ਗੱਲਾਂ ਜਿਹੜੀਆਂ ਆਨੰਦ ਵਾਲਾ ਜਿਹੜੀਆਂ ਤੁਸੀਂ, ਇਹ ਤਾਂ ਇੱਕ ਥਿਊਰੀ ਹੋ ਗਈ ਜਿਹੜੀ ਮੈਂ ਆਪਣੇ ਹਿਸਾਬ ਨਾਲ। ਤੇ ਦੂਜੀ ਗੱਲ ਜਿਹੜੀ ਤੁਸੀਂ ਮਿਹਨਤ ਬਾਰੇ ਵੀ ਕਿਹਾ, ਵੀ ਕੰਮਕਾਰ ਕਰਕੇ ਬੰਦੇ ਕਈ ਵਾਰੀ ਓਵਰ ਲੋਨ ਲੈ ਲੈਂਦੇ ਹੈਗੇ ਆ।
ਤੇ ਉਹ ਵੀ ਗਲਤ ਹੈਗੀ ਗੱਲ ਕਿ ਇੰਨੇ ਉਨੀ ਕੁ ਚੀਜ਼ ਲਓ ਤੁਸੀਂ ਕਰ ਸਕਦੇ ਜਿੰਨੀ ਕੁ ਅਫੋਰਡ ਕਰ ਸਕਦੇ। ਉਹ ਵੀ ਬਹੁਤ ਵਧੀਆ ਤੁਹਾਡਾ ਸੁਜੈਸਸ਼ਨ ਸੀਗਾ। ਤੇ ਮੇਨ ਜਿਹੜਾ ਮੈਨੂੰ ਲੱਗਿਆ ਕਿ ਮੇਨ ਸਾਡਾ ਜਿਹੜਾ ਖਾਸ ਤੁਸੀਂ ਸਿਹਤ ਬਾਰੇ ਕਿਹਾ ਆਪਣੇ ਸਰੀਰਕ, ਉਹ ਮੇਰਾ ਖਿਆਲ ਹਰੇਕ ਵਾਸਤੇ ਬਹੁਤ ਚੰਗੀ ਚੀਜ਼ ਹੈਗੀ ਆ ਕਿ ਜਿਹੜਾ ਵੀ ਬੰਦਾ ਥੋੜੀ ਬੜੀ ਆਪਣੇ ਸਰੀਰ ਵਾਸਤੇ ਮਿਹਨਤ ਕਰ ਸਕਦਾ ਹੈਗਾ ਤੇ ਉਹ ਸਭ ਤੋਂ ਵਧੀਆ ਗੱਲ ਹੈਗੀ। ਉਹਦੇ ਨਾਲ ਕਈ ਬਿਮਾਰੀਆਂ ਤੋਂ ਤੁਸੀਂ ਬਚੇ ਰਹਿੰਦੇ ਆ ਤੇ ਉਹਦੇ ਨਾਲ ਤੁਹਾਡਾ ਜਿਹੜਾ ਬ੍ਰੇਨ ਬੜਾ ਐਕਟਿਵ ਰਹਿੰਦਾ ਤੇ ਪੋਜ਼ਿਟਿਵ ਵੀ ਰਹਿੰਦਾ ਤੇ ਖੁਸ਼ ਰਹਿੰਦਾ। ਹਾਂਜੀ ਹਾਂ ਖੁਸ਼ ਰਹਿੰਦਾ ਆ ਕਿਉਂਕਿ ਕਈ ਬਿਮਾਰੀਆਂ ਦਾ ਹੱਲ ਹੈਗਾ ਮਿਹਨਤ। ਸਰੀਰ ਨੂੰ ਤੁਸੀਂ ਜਿੱਦਾਂ ਕਹਿੰਦੇ ਸਵੇਰੇ ਉੱਠ ਕੇ ਜਾਓ, ਜੋ ਵੀ ਕਰੋ। ਦੂਜੀ ਗੱਲ ਆਪਣੀ ਫੈਮਿਲੀ ਦੇ ਵਿੱਚ ਜਿਹੜਾ ਤੁਸੀਂ ਕਿਹਾ ਕਿ ਆਪਣੇ ਆਪ ਨੂੰ ਸਰੈਂਡਰ ਕਰ ਦਿਓ, ਤੁਸੀਂ ਕਿਹਾ ਹਾਂਜੀ ਕਿ ਜੇ ਆਪਣੇ ਆਪ ਨੂੰ ਸਰੈਂਡਰ ਕਰ ਦਿਓ ਕਿ ਜੇ ਵੀ ਕੋਈ ਕਹਿੰਦਾ ਵੀ ਤੂੰ ਕਹੇ ਠੀਕ ਹੈ ਤੁਸੀਂ ਭਾਜੀ ਠੀਕ ਆ, ਆਪਾਂ ਜੋ ਮੇਰੇ ਚ ਗਲਤੀ ਮੈਂ ਠੀਕ ਕਰ। ਇਹ ਬੈਸਟ ਪੋਜ਼ਿਟਿਵ ਹੈਗਾ ਤੁਹਾਡੀ ਜ਼ਿੰਦਗੀ ਨੂੰ ਬਤਾਉਣ ਵਾਸਤੇ, ਅਗਰੈਸਿਵ ਜ਼ਿੰਦਗੀ ਵਾਸਤੇ। ਬਹੁਤ ਇਹ ਵੀ ਬਹੁਤ ਵਧੀਆ ਸੀ ਜੀ। ਬਾਕੀ ਸਾਰੇ ਪੁਆਇੰਟ ਬਹੁਤ ਵਧੀਆ ਜਿੰਨੇ ਕਿ ਮੈਂ ਥੋੜੇ ਬਣਾਏ ਸੀਗੇ ਮੇਨ ਸ਼ਾਰਟਕਟ ਉਹਦੇ ਤੇ ਮੈਂ ਰੱਖਿਆ। ਬਹੁਤ ਥੈਂਕ ਯੂ ਤੁਹਾਡਾ ਜੀ, ਬਹੁਤ ਵਧੀਆ ਸੀ। ਧੰਨਵਾਦ। ਬਹੁਤ ਵਧੀਆ ਜੀ, ਥੈਂਕ ਯੂ ਵੈਰੀ ਮੱਚ ਹਰਨੇਕ ਸਿੰਘ ਜੀ। ਤੇ ਮੈਂ ਹੁਣ ਚਾਹੁੰਦਾ ਆਪਣੇ ਨਰਿੰਦਰ ਸਿੰਘ ਵੀ ਅਨਮਿਊਟ ਹੈਗੇ ਆ, ਪਲੀਜ਼ ਤੁਸੀਂ ਵੀ ਆ ਜਾਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਪਹਿਲਾਂ ਦੀ ਤਰ੍ਹਾਂ ਬਹੁਤ ਹੀ ਸੱਜੇ ਢੰਗ ਨਾਲ ਤੁਸੀਂ ਇਹ ਲੈਕਚਰ ਦਿੱਤਾ ਤੇ ਬੜੇ ਮਨ ਨੂੰ ਪਾਉਣ ਵਾਲੀਆਂ ਗੱਲਾਂ ਦੱਸੀਆਂ ਹੈਗੀਆਂ। ਤੇ ਪਰ ਇਹ ਜ਼ਿੰਦਗੀ 'ਚ ਜੇ ਅਪਣਾਈਆਂ ਜਾਣ ਤਾਂ ਹੀ ਫਾਇਦਾ ਹੋ ਸਕਦਾ। ਤੇ ਜੇ ਆਪਾਂ ਸੁਣ ਕੇ ਹੁਣ ਇੱਥੋਂ ਬਾਹਰ ਨਿਕਲ ਕੇ ਤੇ ਫਿਰ ਉਹੋ ਜਿਹੇ ਇਹਦਾ ਕੋਈ ਫਾਇਦਾ ਨਹੀਂ ਹੈ। ਸੋ ਆਪਾਂ ਨੂੰ ਸਾਰਿਆਂ ਨੂੰ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਵੀ ਆਪਾਂ ਕਿਵੇਂ ਇਹ ਲਾਈਫ ਖੁਸ਼ਹਾਲ ਬਣਾਉਣੀ ਹੈਗੀ ਹੈ, ਕਿਵੇਂ ਆਨੰਦਮਈ ਜੀਵਨ ਬਤੀਤ ਕਰਨਾ ਹੈ ਅੱਗੇ ਨੂੰ। ਸੋ ਮੇਰੀ ਤਾਂ ਇਹੀ ਹੈ ਵੀ I will try to action on those points what you have mentioned. Thank you so much. ਥੈਂਕ ਯੂ ਜੀ। ਇਹ ਸਾਰਿਆਂ ਨੂੰ ਸਾਡੇ ਸਾਰਿਆਂ ਵਾਸਤੇ ਹਦਾਇਤ ਹੈਗੀ ਆ ਤੇ ਸੁਣ ਕੇ ਮੰਨ ਵੀ ਲੈਣਾ ਚਾਹੀਦਾ। ਮੰਨਣ ਦੇ ਨਾਲ ਫਿਰ ਆਪਣੀ ਜੀਵਨ ਦੇ ਵਿੱਚ ਜਿਹੜਾ ਫਰਕ ਪੈਣਾ ਉਹ ਆਪਾਂ ਨੇ ਇੰਜੋਏ ਕਰਨਾ। ਸਤਨਾਮ ਸਿੰਘ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਗਿਆਨੀ ਜੀ। ਵਾਹਿਗੁਰੂ ਜੀ ਖਾਲਸਾ ਬਹੁਤ ਹੀ ਆਪਨੇ ਸੁਚੱਜੇ ਢੰਗ ਨਾਲ ਦੱਸਿਆ ਹੈ ਆਨੰਦਮਈ ਜੀਵਨ ਕਿਸ ਤਰ੍ਹਾਂ ਜੀਣਾ ਹੈ। ਆਨੰਦਮਈ ਜੀਵਨ ਜੀਣ ਦੇ ਲਈ ਬਾਣੀ, ਕੀਰਤਨ, ਕਥਾ ਵੀ ਸੁਣ ਸਕਦੇ ਹਾਂ। ਤੇ ਕਈ ਹੈਗੇ ਆ, ਕੋਈ ਨਸ਼ੇ ਨਾਲ ਆਨੰਦਮਈ ਜੀਵਨ ਕਰਦਾ ਹੈ ਤੇ ਕੋਈ ਜਾਇਦਾਦ ਤੇ ਪੈਸੇ ਨਾਲ ਆਨੰਦਮਈ ਜੀਵਨ ਜੀਦਾ। ਪਰ ਆਪ ਨੇ ਜੋ ਦੱਸਿਆ ਹੈ ਆਨੰਦਮਈ ਜੀਵਨ ਅਤੇ ਖੁਸ਼ੀ ਦੇ 4 ਪੁਆਇੰਟ, ਸਰੀਰਕ ਸੁੱਖ, ਗਿਆਨ ਸੁੱਖ ਤੇ ਮਾਨਸਿਕ ਸੁੱਖ ਤੇ ਆਤਮਿਕ ਸੁੱਖ, ਇਹ ਚਾਰੇ ਹੀ ਬੰਦੇ ਬਿਲਕੁਲ ਇਹਦੇ ਉੱਪਰ ਉਤਰ ਆਵੇ ਤਾਂ ਸਾਰਾ ਕੁਝ ਹੀ ਮਿਲ ਜਾਂਦਾ। ਕੁਝ ਆਪ ਨੇ 16 ਪੁਆਇੰਟ ਦੱਸਿਆ, ਬਹੁਤ ਹੀ ਸੱਜੇ ਢੰਗ ਨਾਲ ਬਿਲਕੁਲ ਹੀ ਇਨਸਾਨ ਦੇ ਉੱਤੇ ਇਹ ਢੁੱਕ ਰਿਹਾ। ਕੋਈ ਕੁਐਸਚਨ ਨਹੀਂ, ਕੋਈ ਡਾਊਟ ਨਹੀਂ, ਕੋਈ ਨਹੀਂ ਜੀ, ਬਿਲਕੁਲ ਧੰਨਵਾਦ ਦੱਸਿਆ ਜੀ। ਭਾਈ ਦਪਿੰਦਰ ਸਿੰਘ ਜੀ, ਆਪ ਜੀ ਦੇ ਕੀ ਵਿਊਜ਼ ਨੇ ਔਰ ਆਪ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਅਨਮਿਊਟ ਹੋ ਕੇ ਬੇਨਤੀ ਫੁੱਲੀ ਕਰਾਂਗੇ। ਮੈਂ ਹੁਣੇ ਆਉਣ ਲੱਗਾ ਸੀਗਾ ਜੀ ਇਹਨਾਂ ਵਾਸਤੇ, ਚਲੋ ਮੈਂ ਹੁਣ ਅਨਮਿਊਟ ਕਰਤਾ। ਆਓ ਭਾਈ ਸਾਹਿਬ। ਸਮੂਹ ਸੰਗਤ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਵੱਲੋਂ ਦਿੱਤੇ ਹੋਏ ਵਿਚਾਰ ਅੱਜ ਦੇ ਦੌਰ ਵਿੱਚ ਇੰਨੇ ਇੰਪੋਰਟੈਂਟ ਨੇ। ਮੈਂ ਸੋਚ ਰਿਹਾ ਸਾਂ ਕਿ ਅੱਜ WHO ਦੀ ਜਿਹੜੀ ਅਸੀਂ ਇੱਕ ਮੰਨ ਵੀ ਲਈਏ, ਪਿੱਛੇ ਜੋ ਉਹਨਾਂ ਨੇ ਇੱਕ ਸਟੱਡੀ ਦਿੱਤੀ ਸੀ ਕਿ 2020 ਜਿਹੜਾ ਆ ਰਿਹਾ ਇਹ ਨੰਬਰ 1 ਬਿਮਾਰੀ ਹੋਏਗੀ ਜਿਹਨੂੰ ਅਸੀਂ ਡਿਪਰੈਸ਼ਨ ਕਹਿੰਦੇ ਹਾਂ। ਤੇ ਪੂਰੇ ਸੰਸਾਰ ਦੇ ਅੰਦਰ ਹਰ ਘਰ ਦੇ ਵਿੱਚ ਇਹਦਾ ਪੇਸ਼ੈਂਟ ਜਿਹੜਾ ਉਹ ਮਿਲੇਗਾ ਸਾਨੂੰ। ਔਰ ਇਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਬੰਦੇ ਦੇ ਜੀਵਨ ਦੇ ਵਿੱਚੋਂ ਖੁਸ਼ੀ ਚਲੀ ਗਈ ਹੈ ਔਰ ਇਸ ਕਰਕੇ ਉਹ ਇੰਨਾ ਨਿਰਾਸ਼ ਹੋ ਗਿਆ ਕਿ ਹਰ ਘਰ ਦੇ ਅੰਦਰ ਇਹ ਸਮੱਸਿਆ ਜਿਹੜੀ ਹੈ ਇਹ ਪਨਪ ਪਈ। ਸੋ ਅੱਜ ਦਾ ਜਿਹੜਾ ਟੌਪਿਕ ਸੀ ਗਿਆਨੀ ਜੀ ਨੇ ਲਿਆ, ਇਹ ਬਹੁਤ ਵਧੀਆ ਟੌਪਿਕ ਲਿਆ ਗਿਆ ਕਿ ਸਾਡੇ ਲਾਈਫ ਦੇ ਵਿੱਚ ਹੈਪੀਨੈਸ ਔਰ ਖੁਸ਼ੀ ਕਿਵੇਂ ਆ ਸਕਦੀ ਹੈ। ਕੁਝ ਜਿਹੜੇ ਪੁਆਇੰਟ ਇਹਨਾਂ ਨੇ ਲਏ ਵੀ ਖੁਸ਼ੀ ਸਾਡੇ ਜੀਵਨ ਦੇ ਅੰਦਰ ਹੀ ਸਾਨੂੰ ਆਪ ਹੀ ਮਹਿਸੂਸ ਅਸੀਂ ਕਰਨੀ ਹੈ। ਬਾਹਰੋਂ ਅਸੀਂ ਬਾਹਰੀ ਵਸਤਾਂ ਤੋਂ ਅਸੀਂ ਖੁਸ਼ ਨਹੀਂ ਹੋ ਸਕਦੇ। ਜਿੱਦਾਂ ਅਸੀਂ ਉਹ ਕਹਿ ਲਈਏ ਵੀ ਖੁਸ਼ੀ ਇੱਕ ਇੰਟਰਨਲ ਫਾਊਂਟੇਨ ਹੈ, ਸਾਡਾ ਇੱਕ ਅੰਦਰਲਾ ਆਂਤਰਿਕ ਫੁਹਾਰਾ ਹੈ ਜਿਹੜਾ ਸਾਨੂੰ ਪ੍ਰੇਰਦਾ ਹੈ ਕਿ ਸਾਡੀ ਜਿਹੜੀ ਖੁਸ਼ੀ ਹੈ ਉਹ ਸਾਡੇ ਅੰਦਰ ਹੈ। ਜਿਵੇਂ ਗੁਰਬਾਣੀ ਦਾ ਵਚਨ ਹੈ ਵੀ ਅੰਤਰ ਫੂਟਾ ਅੰਮ੍ਰਿਤ ਭਰਿਆ ਸ਼ਬਦਾ ਕਾਢ ਪੀਆ ਪਨਹਾਰੀ।
ਸੋ ਬਹੁਤ ਵਧੀਆ ਢੰਗ ਦੇ ਨਾਲ ਗਿਆਨੀ ਜੀ ਨੇ ਐਕਸਪਲੇਨ ਕੀਤਾ, ਕੁਝ ਬਾਕੀ ਤੇ ਨਹੀਂ ਰਹਿ ਗਿਆ। ਫਿਰ ਵੀ ਇੱਕ ਦੋ ਪੁਆਇੰਟਸ ਜਿਹੜੇ ਬਹੁਤ ਵਧੀਆ ਢੰਗ ਦੇ ਨਾਲ ਗਿਆਨੀ ਜੀ ਨੇ ਐਕਸਪਲੇਨ ਕੀਤੇ ਕਿ ਜਿਹੜੇ ਸਾਡਾ ਥਾਟ ਪ੍ਰੋਸੈਸ ਹੈ, ਜਿਵੇਂ ਸਦੀਵੀ ਖੁਸ਼ੀ ਦੀ ਗੱਲ ਕੀਤੀ ਗਿਆਨੀ ਜੀ ਨੇ, ਕਿ ਸਦਾ ਵਿਗਾਸਤਾ ਦੀ ਗੱਲ ਗੁਰਬਾਣੀ ਵੀ ਕਰਦੀ ਹੈ। ਤੇ ਸਾਈਕੈਟ੍ਰਿਕ ਤੌਰ ਦੇ ਉੱਤੇ ਜੇ ਤੁਸੀਂ ਡਾਕਟਰਸ ਨੂੰ ਪੜ੍ਹਦੇ ਸੁਣਦੇ ਆ, ਜਿਹੜੇ ਖਾਸ ਤੌਰ ਤੇ ਜਿਹੜੇ OCD ਦੇ ਪੇਸ਼ੈਂਟ ਹੁੰਦੇ ਨੇ, ਉਹਨਾਂ ਦੇ ਬਾਰੇ ਵੀ ਉਹ ਗੱਲ ਕਰਦੇ ਨੇ ਕਿ ਸਾਡਾ ਥਾਟ ਪ੍ਰੋਸੈਸ ਇੱਕ ਵਰਗਾ ਨਹੀਂ ਰਹਿੰਦਾ। ਇਹ ਦੁਖੀ ਵੀ ਹੁੰਦਾ ਹੈ ਤੇ ਇੱਕ ਖੁਸ਼ ਵੀ ਹੁੰਦਾ ਹੈ। ਇਹ ਦੁੱਖ ਦੀ ਅਵਸਥਾ ਦੇ ਵਿੱਚ ਵੀ ਰਹਿੰਦਾ ਹੈ ਤੇ ਸੁੱਖ ਦੀ ਅਵਸਥਾ ਦੇ ਵਿੱਚ ਵੀ ਰਹਿੰਦਾ ਹੈ। ਭਾਵ ਕਿ ਜਿਹੜੇ ਵਿਚਾਰ ਸਾਡੇ ਆਉਂਦੇ ਨੇ, ਇਹ ਖੁਸ਼ੀ ਵਾਲੇ ਵੀ ਹੁੰਦੇ ਨੇ ਤੇ ਦੁੱਖ ਵਾਲੇ ਵੀ ਹੁੰਦੇ ਨੇ। ਪਰ ਗੁਰਬਾਣੀ ਸਾਨੂੰ ਇਹ ਸੇਧ ਦਿੰਦੀ ਹੈ ਕਿ ਅਸੀਂ ਉਹਨਾਂ ਵਿਚਾਰਾਂ ਨੂੰ ਔਰ ਉਸ ਕੰਡੀਸ਼ਨ ਨੂੰ, ਜਿਵੇਂ ਗਿਆਨੀ ਜੀ ਨੇ ਕਰੋਨਾ ਦਾ ਇੱਕ ਬੜਾ ਵੱਡਾ ਐਗਜ਼ਾਮਪਲ ਦਿੱਤਾ, ਵੀ ਇਹ ਸਮੱਸਿਆ ਆਈ ਹੈ ਔਰ ਇਸ ਸਮੱਸਿਆ ਦੇ ਕਰਕੇ ਵੀ ਅਸੀਂ ਚਿੰਤਾਤੁਰ ਹਾਂ। ਪਰ ਜਦੋਂ ਅਸੀਂ ਗੁਰਬਾਣੀ ਦੇ ਐਂਗਲ ਨਾਲ ਇਹਨੂੰ ਵਾਚਦੇ ਹਾਂ, ਦੇਖਦੇ ਹਾਂ, ਤੇ ਸਾਨੂੰ ਪਤਾ ਲੱਗਦਾ ਵੀ ਹੁਕਮ ਰਜ਼ਾਈ ਚੱਲਣਾ, ਕਿ ਇਹ ਪ੍ਰਾਕਿਰਤਿਕ ਆਪਦਾਵਾਂ, ਬਿਮਾਰੀਆਂ, ਸਮੱਸਿਆਵਾਂ ਔਰ ਜਿਹੜੀਆਂ ਟ੍ਰੈਜੇਡੀਜ਼ ਹੁੰਦੀਆਂ ਨੇ, ਇਹ ਬੰਦੇ ਨੂੰ ਪਰੇਸ਼ਾਨ ਤੇ ਕਰਦੀਆਂ ਨੇ, ਪਰ ਇਹ ਆਉਂਦੀਆਂ ਰਹਿਣਗੀਆਂ। ਇਹ ਨਹੀਂ ਕਿ ਗੜੇ ਪਏ ਤੇ ਖਤਮ ਹੋ ਜਾਣਗੇ, ਬੰਦ ਹੋ ਜਾਣਗੇ, ਬਸ ਉਹਨਾਂ ਦੇ ਉੱਤੇ ਗੜੇ ਪੈਂਦੇ ਰਹਿਣਗੇ ਮੌਸਮ ਦੇ ਕਰਕੇ। ਸੋ ਉਸ ਸਿਚੁਏਸ਼ਨ ਨੂੰ ਅਸੀਂ ਕਿੱਦਾਂ ਹੈਂਡਲ ਕਰਨਾ ਹੈ, ਇਹ ਸਾਨੂੰ ਗੁਰਬਾਣੀ ਸਮਝਾਉਂਦੀ ਹੈ। ਇਹ ਬਹੁਤ ਵਧੀਆ ਇੱਕ ਗਿਆਨੀ ਜੀ ਨੇ ਟੌਪਿਕ ਜਿਹੜਾ ਹੈ ਇਹ ਛੋਇਆ ਸੀਗਾ, ਜਿਹੜਾ ਸਦੀਵੀ ਸਦਾ ਵਿਗਾਸਤਾ ਦਾ ਟੌਪਿਕ ਸੀ। ਤੇ ਇੱਕ ਗਿਆਨੀ ਜੀ ਨੇ ਗਿਲਟ ਦੇ ਬਾਰੇ ਗੱਲ ਕੀਤੀ, ਬਹੁਤ ਵਧੀਆ ਗੱਲ, ਕਿ ਬਿਨਾਂ ਪਛਤਾਵੇ ਤੋਂ ਜ਼ਿੰਦਗੀ ਜਿਉਣੀ ਅਸੀਂ ਸ਼ੁਰੂ ਕਰਨੀ ਸਾਨੂੰ ਚਾਹੀਦੀ ਹੈ। ਕਿ ਜੋ ਕੁਝ ਸਾਡੇ ਪਾਸਟ ਵਿੱਚ ਵਰਤਿਆ, ਵਾਪਰਿਆ, ਉਹਦਾ ਸਾਨੂੰ ਗਿਲਟ ਨਾ ਹੋਏ ਔਰ ਉਸ ਤੋਂ ਅੱਗੇ ਅਸੀਂ ਮੂਵ ਔਨ ਕਰੀਏ, ਕਿ ਅਸੀਂ ਅੱਜ ਤੋਂ ਉਸ ਘਟਨਾ ਤੋਂ ਸਿੱਧ ਲੈ ਕੇ ਅਸੀਂ ਆਪਣਾ ਅਗਲਾ ਜੀਵਨ ਜਿਹੜਾ ਹੈ ਉਹ ਕਿਸ ਢੰਗ ਦੇ ਨਾਲ ਬਤੀਤ ਕਰਨਾ ਹੈ। ਤੇ ਇੱਕ ਮੈਂ ਅੱਜ ਹੀ ਇੱਕ ਨੋਟ ਪੜ੍ਹਦਾ ਸੀਗਾ, ਉਹਦੇ ਵਿੱਚ ਗਿਲਟ ਦੇ ਬਾਰੇ ਉਹਨਾਂ ਨੇ ਗੱਲ ਕੀਤੀ। ਉਹ ਕਹਿੰਦੇ ਵੀ ਇੱਕ ਧਾਰਮਿਕ ਗਿਲਟ ਵੀ ਹੁੰਦੀ ਹੈ ਬੰਦੇ ਨੂੰ, ਕਿ ਅਸੀਂ ਮੰਨਤ ਮੰਗ ਲੈਂਦੇ ਹਾਂ, ਕੋਈ ਗੁਰਦੁਆਰੇ ਗਏ ਜਾਂ ਕਿਸੇ ਮੰਦਿਰ ਗਏ, ਧਾਰਮਿਕ ਸਥਾਨ ਤੇ ਗਏ ਤੇ ਮੰਨਤ ਮੰਗ ਲਈ ਵੀ ਜੇ ਮੇਰੀ ਇਹ ਚੀਜ਼ ਪੂਰੀ ਹੋ ਗਈ ਤੇ ਮੈਂ ਇੰਨਾ ਜਿਹੜਾ ਹੈ ਉਹ ਪਾਠ ਕਰਾਵਾਂਗਾ, ਰੁਮਾਲਾ ਭੇਟਾ ਕਰਾਂਗਾ, ਜਾਂ ਇੰਨੀ ਮਾਇਆ ਭੇਟਾ ਕਰਾਂਗਾ, ਜਾਂ ਲੰਗਰ ਜਿਹੜਾ ਹੈ ਉਹ ਆਪਣੇ ਵੱਲੋਂ ਸੁੱਖ ਲੈਂਦੇ। ਪਰ ਜੋ ਸੁੱਖ ਪੂਰੀ ਨਾ ਹੋਵੇ ਜਾਂ ਉਹ ਮੰਨਤ ਅਸੀਂ ਪੂਰੀ ਨਾ ਕਰ ਪਾਈ, ਤੇ ਸਾਡੇ ਮਨ ਵਿੱਚ ਇੱਕ ਗਿਲਟ ਆ ਜਾਂਦਾ। ਇਸ ਨੂੰ ਵੀ ਬਿਮਾਰੀ ਦੇ ਰੂਪ ਦੇ ਅੰਦਰ ਮੰਨਿਆ ਗਿਆ ਹੈ। ਇਸ ਨੂੰ ਵੀ ਇੱਕ ਬਿਮਾਰੀ ਦੀ ਵੰਨਗੀ ਮੰਨਿਆ ਜਾਂਦਾ ਹੈ, ਕਿ ਜਦੋਂ ਬੰਦਾ ਉਸ ਗਿਲਟ ਦੇ ਅੰਦਰ ਰਹਿੰਦਾ ਹੈ, ਇਹ ਧਾਰਮਿਕ ਤੌਰ ਤੇ ਇੱਕ ਗਿਲਟ ਇੱਕ ਵੰਨਗੀ ਮੰਨੀ ਜਾਂਦੀ ਹੈ। ਸੋ ਇਹ ਵੀ ਪੁਆਇੰਟ ਇੱਕ ਬਹੁਤ ਵਧੀਆ ਗਿਆਨੀ ਜੀ ਨੇ ਸਾਨੂੰ ਸਮਝਾਇਆ, ਕਿ ਅਸੀਂ ਗਿਲਟ ਦੇ ਵਿੱਚ ਨਹੀਂ ਪੈਣਾ। ਤੀਜੀ ਗੱਲ ਜਿਹੜੀ ਟਾਈਮ ਦੀ ਵਰਤੋਂ, ਕਿ ਵਕਤ ਵਿਚਾਰਿਆ ਸੋ ਬੰਦਾ ਹੋਏ, ਟਾਈਮ ਇਜ਼ ਮਨੀ। ਸਾਰੇ ਖਾਸ ਤੌਰ ਤੇ ਜਿਹੜੇ ਈਸਾਈ ਲੋਕ ਨੇ, ਜਿਹੜੇ ਕ੍ਰਿਸਚੀਅਨਟੀ ਹੈ, ਇਹ ਕਹਿੰਦੇ ਨੇ ਕਿ ਅਸੀਂ ਇਸ ਟਾਈਮ ਨੂੰ ਸਾਂਭਿਆ ਤਾਂ ਹੀ ਅਸੀਂ ਵੈਲਥ ਦੇ ਤੌਰ ਦੇ ਉੱਤੇ ਅੱਜ ਸਾਡਾ ਜਿਹੜਾ ਅਸੀਂ ਵੈਸਟ ਨੂੰ ਇੰਨਾ ਅੱਗੇ ਵੇਖਦੇ ਹਾਂ ਔਰ ਆਰਥਿਕ ਤੌਰ ਤੇ ਸਾਡੇ ਤੋਂ ਬਹੁਤ ਅੱਗੇ ਮੰਨੇ ਜਾਂਦੇ ਨੇ। ਉਹ ਕਹਿੰਦੇ ਨੇ ਅਸੀਂ ਧਰਮ ਦੇ ਅੰਦਰ ਇਸ ਨੂੰ ਐਡ ਆਨ ਕਰ ਦਿੱਤਾ ਕਿ ਟਾਈਮ ਇਜ਼ ਮਨੀ। ਖਾਸ ਤੌਰ ਤੇ ਜਿੱਥੇ ਪ੍ਰੋਟੈਸਟੈਂਟ ਗਏ ਜਾਂ ਕੈਥੋਲਿਕਸ ਦਾ ਜਿਹੜਾ ਇਹਨਾਂ ਦਾ ਚੱਲਿਆ ਆ ਰਿਹਾ, ਇਹ ਵੀ ਇੱਕ ਪੁਆਇੰਟ ਬਹੁਤ ਵਧੀਆ। ਔਰ ਤੇ ਲਾਸਟ ਵਿੱਚ ਮੈਂ ਪੁਆਇੰਟ ਅਪ ਕਰਦਾ ਕਿਉਂਕਿ ਸਮਾਂ ਘੱਟ ਹੈ, ਤੇ ਇਹਦੇ ਵਿੱਚ ਭਾਈ ਸਾਹਿਬ ਨੇ ਇੱਕ ਬਹੁਤ ਵਧੀਆ ਗਿਆਨੀ ਜੀ ਨੇ ਇੱਕ ਜਿਹੜਾ ਪੁਆਇੰਟ ਲਿਆ ਸੀ ਕਿ ਅਸੀਂ ਨੈਗੇਟਿਵ ਲੋਕਾਂ ਤੋਂ ਦੂਰ ਰਹਿਣਾ ਹੈ, ਕਿਉਂਕਿ ਨੈਗੇਟਿਵ ਲੋਕ ਨੇ ਸਾਨੂੰ ਆਪਣੇ ਨਾਲ ਜੋੜ ਕੇ ਆਪਣੇ ਵਰਗੇ ਨੈਗੇਟਿਵ ਬਣਾ ਲੈਂਦੇ ਨੇ। ਉਸ ਹਰਡ ਮੈਂਟੈਲਿਟੀ ਤੋਂ ਉੱਤੇ ਉੱਠ ਕੇ, ਜਿੱਦਾਂ ਨੀਤਸ਼ੇ ਕਹਿੰਦਾ ਕਿ ਇੱਕ ਸੁਪਰ ਹਿਊਮਨ ਅਸੀਂ ਬਣ ਸਕਦੇ ਹਾਂ, ਪਰ ਉਸ ਹਰਡ ਮੈਂਟੈਲਿਟੀ ਦੇ ਵਿੱਚੋਂ ਨਿਕਲ ਕੇ ਸਾਨੂੰ ਉਸ ਐਸੀ ਸੰਗਤ ਕਰਨੀ ਚਾਹੀਦੀ ਹੈ, ਅਸੀਂ ਐਸੇ ਗਿਆਨਵਾਨ ਬੰਦਿਆਂ ਦੇ ਨਾਲ ਜੁੜਨਾ ਚਾਹੀਦਾ ਤਾਂ ਕਿ ਸਾਡੇ ਬੌਧਿਕ ਤੌਰ ਤੇ ਸਾਡਾ ਵਿਕਾਸ ਹੋ ਸਕੇ ਔਰ ਅਸੀਂ ਇਸ ਰੂਪ ਦੇ ਅੰਦਰ ਖੁਸ਼ੀ ਨੂੰ, ਆਨੰਦ ਨੂੰ, ਹੈਪੀਨੈਸ ਨੂੰ ਮਹਿਸੂਸ ਕਰ ਸਕੀਏ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ। ਤੇ ਸਾਡੇ ਨਾਲ ਹੁਣ ਹੈਗੇ ਆ ਐਨ ਸਿੰਘ। ਮੈਂ ਆਪ ਜੀ ਨਾਲ ਪਹਿਲਾਂ ਗੱਲ ਕਰ ਰਿਹਾ ਸੀ, ਤੁਸੀਂ ਆ ਜਾਓ ਜੀ, ਤੁਸੀਂ ਅਨਮਿਊਟਡ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਯਾਨੀ ਜੀ ਤੁਹਾਡੀ ਸਾਰੀ ਗੱਲਾਂ ਸਾਰਿਆਂ ਨੇ ਅੱਗੋਂ ਰਿਪੀਟ ਕੀਤੀਆਂ, ਆਲ ਆਫ them ਵੈਰੀ ਨਾਈਸ, ਬਹੁਤ ਚੰਗਾ ਲੱਗਿਆ ਹੈ। ਪਰ ਇੱਕ ਗੱਲ ਜਿਹੜੀ ਪਛਤਾਵੇ ਵਾਲੀ ਹੁਣ ਇਹਨਾਂ ਨੇ ਵੀ ਕੀਤੀ ਹੈ, ਉਹ ਐਕਚੁਅਲੀ ਲਾਈਫ ਵਿੱਚੋਂ ਜਾਂਦਾ ਹੀ ਨਹੀਂ ਹੈਗਾ। ਜੇ ਅਸੀਂ ਕੋਈ ਚੀਜ਼ ਨੂੰ ਪਿੱਛੋਂ ਫੜ ਲੈਂਦੇ ਹਾਂ ਕਿ ਅਸੀਂ ਇਹ ਲਾਈਫ ਵਿੱਚ ਕੰਮ ਨਹੀਂ ਕੀਤਾ, ਉਹ ਕਿਵੇਂ ਦੂਰ ਕੀਤਾ ਜਾਏ? ਉਹ ਪੁਆਇੰਟ ਜਿਹੜਾ ਜਾਂਦਾ ਹੀ ਨਹੀਂ ਦਿਮਾਗ ਵਿੱਚੋਂ।
ਹਾਂਜੀ, ਉਹਦੇ ਵਾਸਤੇ ਅਸੀਂ ਇਹ ਗੱਲ ਕਰ ਸਕਦੇ ਹਾਂ ਵੀ ਕਈ ਵਾਰੀ ਐਸੇ ਕੁਝ ਗਲਤੀਆਂ ਸਾਡੇ ਕੋਲ ਹੋ ਜਾਂਦੀਆਂ ਨੇ, ਜਿਹੜਾ ਕੰਮ ਕਰਨਾ ਸੀ ਅਸੀਂ ਉਹ ਨਹੀਂ ਕੀਤਾ ਹੁੰਦਾ, ਔਰ ਕਈ ਵਾਰੀ ਅਸੀਂ ਕੰਮ ਕਰ ਦਿੰਦੇ ਹਾਂ ਤੇ ਉਹ ਨਹੀਂ ਸੀ ਕਰਨਾ ਹੁੰਦਾ। ਤਾਂ ਸਾਨੂੰ ਉਹਦੇ ਤੋਂ ਸਿੱਖਿਆ ਲੈਣ ਦੀ ਜ਼ਰੂਰਤ ਹੁੰਦੀ ਹੈ, ਔਰ ਉਹਦੇ ਤੋਂ ਸਿੱਖਿਆ ਲੈ ਕੇ ਉਸ ਗਲਤੀ ਨੂੰ ਵਰਤਮਾਨ ਦੇ ਵਿੱਚ ਸੁਧਾਰ ਲੈਣਾ ਹੁੰਦਾ ਹੈ, ਔਰ ਇਹ ਕਹਿਣਾ ਹੁੰਦਾ ਹੈ ਕਿ ਮੈਂ ਆਪਣੇ ਆਪ ਨੂੰ ਮੁਆਫ ਕਰਦਾ ਵਾਂ, ਕਿ ਉਹ ਮੇਰੀ ਗਲਤੀ ਸੀ, ਮੈਂ ਆਪਣੇ ਆਪ ਨੂੰ ਮੁਆਫ ਕਰਦਾ, ਅੱਗੋਂ ਤੋਂ ਮੈਂ ਗਲਤੀ ਨਹੀਂ ਕਰਾਂਗਾ। ਤਾਂ ਇਸ ਤਰ੍ਹਾਂ ਸਾਡੀ ਜ਼ਿੰਦਗੀ 'ਚ ਉਹ ਚੀਜ਼ ਨਿਕਲ ਸਕਦੀ ਹੈ। ਨਹੀਂ, ਲੇਕਿਨ ਜਿਵੇਂ ਅਸੀਂ ਜਵਾਨੀ ਦੇ ਵਿੱਚ ਆਪਣਾ ਜਿਸਲੇ ਪੜ੍ਹਾਈ ਨਹੀਂ ਕੀਤੀ ਜਿੰਨੀ ਅਸੀਂ ਚਾਹੁੰਦੇ ਸੀਗੇ, ਕੋਈ ਫਾਈਨੈਂਸ਼ੀਅਲ ਕੰਡੀਸ਼ਨ ਸੀ, ਹੁਣ ਅਸੀਂ ਪਛਤਾਨੇ ਉਹ ਨਹੀਂ ਕੀਤੀ ਤੇ। ਹਾਂਜੀ, ਉਹਦੇ ਵਿੱਚ ਵੀਰ ਜੀ ਇਸ ਤਰ੍ਹਾਂ ਹੁੰਦਾ ਕਿ ਇਹਨੂੰ ਕਹਿੰਦੇ ਨੇ ਸਿਚੁਏਸ਼ਨ ਮੈਨੇਜਮੈਂਟ, ਕਿ ਜਿਵੇਂ ਹੁਣ ਜਿਹੜੀ ਚੀਜ਼ ਨਿਕਲ ਚੁੱਕੀ ਹੈ, ਦੋ ਚੀਜ਼ਾਂ ਹੁੰਦੀਆਂ ਨੇ। ਇੱਕ ਤਾਂ ਹੁੰਦਾ ਕਿ ਅਸੀਂ ਆਪਣੀ ਤਾਕਤ ਦੇ ਨਾਲ ਉਸ ਸਿਚੁਏਸ਼ਨ ਨੂੰ ਬਦਲ ਦਈਏ, ਤੇ ਕੁਝ ਐਸੀਆਂ ਸਿਚੁਏਸ਼ਨ ਨੇ ਕਿ ਉਹਨਾਂ ਨੂੰ ਅਸੀਂ ਬਦਲ ਨਹੀਂ ਸਕਦੇ। ਤਾਂ ਫਿਰ ਉਹਦੇ ਵਾਸਤੇ ਇਹ ਚੀਜ਼ ਹੁੰਦੀ ਹੈ ਕਿ ਅਸੀਂ ਆਪ ਉਸ ਸਿਚੁਏਸ਼ਨ ਮੁਤਾਬਕ ਬਦਲ ਜਾਈਏ। ਫਾਰ ਐਗਜ਼ਾਮਪਲ, ਹੁਣ ਤੁਸੀਂ ਜਾਂ ਮੈਂ ਪੜ੍ਹਨਾ ਚਾਹੁੰਦੇ ਸੀ, ਹਾਂਜੀ, ਪਰ ਅਸੀਂ ਨਹੀਂ ਪੜ੍ਹ ਸਕੇ। ਤਾਂ ਹੁਣ ਮੈਂ ਮੈਟ੍ਰਿਕ ਕੀਤੀ, ਤਾਂ ਜੇ ਮੈਂ ਹੁਣ +2 ਜਾਂ ਅੱਗੇ ਪੜ੍ਹਨਾ ਚਾਹਾਂ ਤਾਂ ਮੈਂ ਹੁਣ ਨਹੀਂ ਪੜ੍ਹ ਪਾਉਂਦਾ। ਤਾਂ ਮੈਨੂੰ ਉਸ ਸਿਚੁਏਸ਼ਨ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਵੀ ਠੀਕ ਹੈ, ਨਹੀਂ ਪੜ੍ਹਿਆ ਗਿਆ ਕੋਈ ਨਾ, ਹੁਣ ਮੈਂ ਜਿਹੜੀ ਹੋਰ ਸਟੱਡੀ ਕਰਨੀ ਤਾਂ ਮੈਂ ਹੋਰ ਕਿਤਾਬਾਂ ਲੈ ਕੇ ਪੜ੍ਹ ਲੈਂਦਾ ਵਾਂ, ਕਿਉਂਕਿ ਉਹ ਮੈਂ ਸਿਚੁਏਸ਼ਨ ਨੂੰ ਬਦਲ ਨਹੀਂ ਸਕਦਾ। ਅੱਜ ਮੈਂ ਹੁਣ ਸੰਨ 76 ਵਿੱਚ ਮੈਟ੍ਰਿਕ ਕੀਤੀ ਤੇ ਅੱਜ ਮੈਂ ਹੁਣ ਸੰਨ 76 ਵਿੱਚ ਵਾਪਸ ਜਾ ਹੀ ਨਹੀਂ ਸਕਦਾ, ਇੰਪੋਸੀਬਲ ਹੈ। ਤਾਂ ਇਹਨੂੰ ਮਤਲਬ ਫਿਰ ਮੈਨੂੰ ਹਾਲਾਤ ਮੁਤਾਬਕ ਬਦਲ ਕੇ ਮੈਨੂੰ ਹੁਣ ਆਪਣੇ ਗਿਆਨ ਵਿੱਚ ਵਾਧਾ ਕਰਨ ਵਾਸਤੇ ਕਿਤਾਬਾਂ ਵਗੈਰਾ ਲਿਆਉਣੀਆਂ ਚਾਹੀਦੀਆਂ ਨੇ, ਪੜ੍ਹਨਾ ਚਾਹੀਦਾ, ਜਿਵੇਂ ਕਿ ਮੈਂ ਟਰਾਈ ਕਰ ਵੀ ਦਿਆਂ, ਐਵੇਂ ਦੂਜਿਆਂ ਨੂੰ ਵੀ ਕਰਨਾ ਚਾਹੀਦਾ। ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ, ਮੰਨ ਲਓ ਕਿ ਫਾਈਨੈਂਸ਼ਲੀ ਸਾਡੇ ਕੋਲ ਨਾ ਇੱਕ ਹੈ ਸੀ ਬੰਦਾ ਸ਼ਾਹੂਕਾਰ, ਤੇ ਉਹਦੇ ਕੋਲ ਇੱਕ ਵਾਰੀ ਮੈਂ ਗੱਲ ਕੀਤੀ ਤੇ ਉਹ ਬੰਦਾ ਡਿਪਰੈਸ਼ਨ ਨਾਲ ਵਿਚਾਰਾ ਉਹਦੀ ਮੌਤ ਹੋ ਗਈ। ਕਹਿਣ ਲੱਗਾ ਵੀ ਗਿਆਨੀ ਜੀ ਸਾਡੇ ਛੋਟੇ ਮੁੰਡੇ ਨੇ ਬਹੁਤ ਵੱਡਾ ਨੁਕਸਾਨ ਕੀਤਾ। ਮੈਂ ਕਿਹਾ ਕੀ ਗੱਲ? ਆਂਦਾ ਅੱਜ ਤੋਂ 10 ਸਾਲ ਪਹਿਲਾਂ ਨਾ, ਇਹ ਜਿਹੜੀ ਮੈਂ ਗੱਲ ਕਰ ਰਿਹਾ ਇਹ ਵੀ 25 ਸਾਲ ਪਹਿਲਾਂ ਦੀ, ਤੇ ਉਦੋਂ ਦੀ ਗੱਲ ਹੈ। ਕਹਿੰਦਾ ਅੱਜ ਤੋਂ 10 ਸਾਲ ਪਹਿਲਾਂ ਇੱਥੇ ਇੱਕ ਸ਼ੈਲਰ ਵਿਕਦਾ ਸੀ 10-12 ਲੱਖ ਦਾ, ਤੇ ਕਹਿੰਦਾ ਇੰਨਾ ਸਸਤਾ ਸ਼ੈਲਰ ਮਿਲਦਾ ਸੀ ਤੇ ਮੈਂ ਆਪਣੇ ਮੁੰਡੇ ਨੂੰ ਕਿਹਾ ਵੀ ਅਸੀਂ ਲੈ ਲਈਏ, ਤੇ ਕਹਿੰਦਾ ਸਾਡੇ ਕੋਲ ਪੈਸੇ ਵੀ ਹੈ ਨਹੀਂ ਸੀ ਲੈਣ ਵਾਸਤੇ। ਤੇ ਮੇਰੇ ਮੁੰਡੇ ਨੇ ਕਹਿਤਾ ਪੈਸੇ ਤੇ ਹੈ ਨਹੀਂ ਤੇ ਲੈਣਾ ਕਿੱਥੇ? ਤੇ ਕਹਿੰਦਾ ਉਹ ਸਾਡੇ ਰਿਸ਼ਤੇਦਾਰ ਨੇ ਸ਼ੈਲਰ ਖਰੀਦ ਲਿਆ ਤੇ ਸਾਲ ਬਾਅਦ ਹੀ ਉਹਨੇ 25 ਲੱਖ ਰੁਪਏ ਦਾ ਵੇਚਿਆ, ਤੇ ਇਹ ਮੇਰੇ ਮੁੰਡੇ ਨੇ ਮੈਨੂੰ 14 ਲੱਖ ਦਾ ਘਾਟਾ ਪਵਾਤਾ, ਤੇ ਉਹ ਇਸੇ ਪਛਤਾਵੇ ਦੇ ਵਿੱਚ ਹੀ ਮਰ ਗਿਆ। ਹੁਣ ਦੇਖੋ, ਨਾ ਤੇ ਸ਼ੈਲਰ ਖਰੀਦਿਆ ਨਾ ਵੇਚਿਆ, ਕਿਸੇ ਨੇ ਖਰੀਦਿਆ ਕਿਸੇ ਨੇ ਵੇਚਿਆ, ਤੇ ਉਹ ਕਹਿੰਦਾ ਮੈਨੂੰ ਘਾਟਾ ਪਵਾਤਾ, ਤੇ ਉਹ ਇਸ ਪਛਤਾਵੇ ਵਿੱਚ ਮਰ ਗਿਆ। ਇਸ ਲਈ ਸਾਨੂੰ ਇਹ ਸੋਚਣਾ ਚਾਹੀਦਾ ਵੀ ਜੇ ਉਹ ਸ਼ੈਲਰ ਅਸੀਂ ਨਹੀਂ ਸੀ ਖਰੀਦ ਸਕਦੇ, ਉਹ ਸ਼ੈਲਰ ਤਾਂ ਵਿਕ ਚੁੱਕਾ ਹੈ, ਟਾਈਮ ਜਾ ਚੁੱਕਾ ਹੈ। ਹੁਣ ਮੈਂ ਫਾਈਨੈਂਸ਼ੀਅਲੀ ਤੌਰ ਤੇ ਐਟ ਦੀ ਸਪੋਰਟ ਹੁਣ ਮੈਂ ਕੀ ਕਰ ਸਕਦਾ ਵਾਂ, ਇਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਉਸ ਪਛਤਾਵੇ ਤੋਂ ਬਚ ਸਕਦੇ ਹਾਂ, ਹੋਰ ਕੋਈ ਸਮੱਸਿਆ ਦਾ ਇਹਦਾ ਹੱਲ ਨਹੀਂ ਹੈ। ਤੇ ਜੇ ਉਹ ਚੀਜ਼ ਬਾਰ-ਬਾਰ ਮੇਰੇ ਅੰਦਰ ਗੂੰਜ ਰਹੀ ਹੈ ਨਾ, ਬਾਈ ਦੀ ਵੇ, ਕਈ ਵਾਰੀ ਐਸਾ ਹੁੰਦਾ ਕਿ ਕੋਈ ਚੀਜ਼ ਸਾਡੀ ਸਬਕੌਂਸ਼ੀਅਸ ਮਾਈਂਡ ਅੰਦਰ ਚਲੀ ਜਾਂਦੀ ਹੈ, ਤਾਂ ਉਹਦੇ ਵਾਸਤੇ ਸਾਨੂੰ ਆਪਣੇ ਵਾਸਤੇ ਇੱਕ ਨਾ ਵਰਡਿੰਗ ਤਿਆਰ ਕਰਨ ਦੀ ਜ਼ਰੂਰਤ ਹੈ। ਉਹ ਵਰਡਿੰਗ ਆਪਣੀ ਸਮੱਸਿਆ ਮੁਤਾਬਕ ਬਣਾਈ ਜਾ ਸਕਦੀ ਹੈ। ਜਿਵੇਂ ਕਿ ਮੈਂ ਇੱਕ ਵਰਡਿੰਗ ਆਪਣੇ ਵਾਸਤੇ ਬਣਾਈ ਤੇ ਮੈਂ ਉਹਨੂੰ ਰਿਪੀਟ ਕਰਨਾ ਹੁੰਦਾ ਵਾ ਕਿ ਸਵੇਰੇ ਉੱਠ ਕੇ ਮੈਂ ਕਹਿੰਦਾ ਕਿ ਵਾਹਿਗੁਰੂ ਨੇ ਮੈਨੂੰ ਖੁਸ਼ੀਆਂ ਭਰੀ ਜ਼ਿੰਦਗੀ ਬਖਸ਼ੀ ਹੈ, ਮੇਰੀ ਸਿਹਤ ਬੜੀ ਵਧੀਆ ਹੈ, ਮੈਂ ਹਰ ਕੰਮ ਕਰ ਸਕਦਾ ਵਾਂ, ਮੈਂ ਆਪਣਾ ਕੰਮ ਆਪ ਸਵਾਰਦਾ, ਮੈਂ ਟਾਈਮ ਦਾ ਪਾਬੰਦ ਹਾਂ, ਮੇਰੀ ਯਾਦਦਾਸ਼ਤ ਠੀਕ ਹੈ, ਮੈਂ ਆਪਣੇ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਤੋਂ ਸੰਤੁਸ਼ਟ ਹਾਂ, ਮੈਂ ਖੁਸ਼ ਹਾਂ, ਮੈਂ ਪ੍ਰਸੰਨ ਹਾਂ, ਮੈਂ ਰਿਲੈਕਸ ਹਾਂ, ਮੇਰੇ ਚਿਹਰੇ ਤੇ ਨੂਰ ਹੈ, ਮੇਰੀਆਂ ਅੱਖਾਂ ਵਿੱਚ ਚਮਕ ਹੈ, ਮੇਰੇ ਬੁੱਲਾਂ ਤੇ ਮੁਸਕਰਾਹਟ ਹੈ, ਔਰ ਮੇਰੀ ਜ਼ਿੰਦਗੀ ਠੀਕ ਰਾਹਾਂ ਤੇ ਜਾ ਰਹੀ ਹੈ। ਇਹਨਾਂ ਚੀਜ਼ਾਂ ਨੂੰ 20-25 ਵਾਰੀ ਦਿਨ ਦੇ ਵਿੱਚ ਰਿਪੀਟ ਕਰੋ, ਰਿਪੀਟ ਵੀ ਕਰੋ ਔਰ ਫੀਲਿੰਗਸ ਵੀ ਲਵੋ। ਜਿਵੇਂ ਮੈਂ ਹੁਣ ਕਹਾਂ ਮੇਰੇ ਬੁੱਲਾਂ ਤੇ ਮੁਸਕਰਾਹਟ, ਤਾਂ ਇਹ ਤਾਂ ਮੁਸਕਰਾਹਟ ਨਹੀਂ ਹੈ ਨਾ, ਮੈਂ ਬੋਲ ਕੁਛ ਹੋ ਰਿਹਾ, ਕਹਿ ਕੁਛ ਹੋ ਰਿਹਾ, ਤਾਂ ਮੈਂ ਬੋਲਾਂ ਮੇਰੇ ਬੁੱਲਾਂ ਤੇ ਮੁਸਕਰਾਹਟ ਹੈ, ਅੰਦਰ ਵੀ ਫੀਲਿੰਗ ਹੋਏ, ਬੁੱਲਾਂ ਤੇ ਮੁਸਕਰਾਹਟ ਵੀ ਹੋਏ। ਇਸ ਜਿਹੜੀਆਂ ਇਹ ਗੱਲਾਂ ਨੇ ਪੋਜ਼ਿਟਿਵ, ਇਹਨਾਂ ਨੂੰ ਦਿਨ ਵਿੱਚ 20-25 ਵਾਰੀ ਰਿਪੀਟ ਕਰੋ ਲਗਾਤਾਰ, ਔਰ 20-25 ਦਿਨ ਤੱਕ ਕਰੋ। ਤੇ ਜੇ ਵਿੱਚ ਇੱਕ ਦਿਨ ਦਾ ਨਾਗਾ ਪੈ ਜਾਏ ਤੇ ਉਸ ਦਿਨ ਤੋਂ 25 ਦਿਨ ਲਗਾਤਾਰ ਕਰਨੀਆਂ ਨੇ। 25 ਦਿਨ ਬਾਅਦ ਤੁਸੀਂ ਇਹੋ ਜਿਹੇ ਹੋ ਜਾਓਗੇ। 20-25 ਦਿਨ ਮੈਂ ਤਾਂ ਕਹਿ ਰਿਹਾ ਕਿਉਂਕਿ ਜਿਹੜੀ ਚੀਜ਼ ਅਸੀਂ 21-22 ਵਾਰੀ ਰਿਪੀਟ ਕਰਦੇ ਹਾਂ ਨਾ, ਉਹ ਚੀਜ਼ ਸਾਡੇ ਸਬਕੌਂਸ਼ੀਅਸ ਮਾਈਂਡ ਅੰਦਰ ਚਲੀ ਜਾਂਦੀ ਹੈ, ਤੇ ਸਾਡੇ ਸਬਕੌਂਸ਼ੀਅਸ ਮਾਈਂਡ ਤੋਂ ਕੌਂਸ਼ੀਅਸ ਮਾਈਂਡ ਨੂੰ ਉਸ ਸਿਗਨਲ ਮਿਲਦੇ ਰਹਿੰਦੇ ਨੇ, ਅਸੀਂ ਉਸੇ ਤਰ੍ਹਾਂ ਹੀ ਹੋ ਜਾਂਦੇ ਹਾਂ। ਜਿਵੇਂ ਦੇਖੋ, ਅਸੀਂ ਸਾਰੇ 60 ਦੇ ਕਰੀਬ ਬਹੁਤ ਤੇ ਵੀਰ ਪੈਣਾ ਵਾ, ਤਾਂ ਮੇਰੇ ਖਿਆਲ ਸਾਨੂੰ ਸਾਰਿਆਂ ਨੂੰ ਜਿਹੜੇ ਇੰਡੀਆ ਤੋਂ ਅਸੀਂ ਆਏ ਆ ਨਾ,
10 ਤੱਕ ਪਹਾੜੇ ਸਾਰਿਆਂ ਨੂੰ ਯਾਦ ਹੋਣੇ ਨੇ। ਯੂ ਆਰ ਰਾਈਟ। ਯਾਦ ਨੇ ਨਾ, ਹੁਣ ਦੇਖੋ ਅਸੀਂ ਕਦੀ ਪਹਾੜੇ ਪੜ੍ਹੇ ਨਹੀਂ, ਹਾਂਜੀ, ਪਰ ਉਹ ਪਹਾੜੇ ਕਿਉਂ ਯਾਦ ਨੇ? ਕਿਉਂਕਿ ਅਸੀਂ ਇੰਨੀ ਵਾਰੀ ਰਿਪੀਟ ਕੀਤੇ ਕਿ ਉਹ ਪਹਾੜੇ ਸਾਨੂੰ ਯਾਦ ਹੋ ਗਏ। ਦੇਖੋ ਮੈਂ ਹੁਣ ਨਾ ਇੰਗਲਿਸ਼ ਨਹੀਂ ਬੋਲ ਸਕਦਾ, ਬਿਲਕੁਲ ਵੀ ਮੈਨੂੰ ਇੰਗਲਿਸ਼ ਸਮਝ ਨਹੀਂ ਆਉਂਦੀ, ਨਾ ਮੈਂ ਬੋਲ ਸਕਦਾ, ਲੇਕਿਨ ਮੈਨੂੰ ਇੱਕ 6ਵੀਂ ਦੇ ਵਿੱਚ ਐਪਲੀਕੇਸ਼ਨ ਯਾਦ ਕੀਤੀ ਸੀ, ਉਹ ਮੈਨੂੰ ਹਾਲੇ ਵੀ ਯਾਦ ਹੈ, ਉਹ ਮੈਨੂੰ ਹਾਲੇ ਵੀ ਯਾਦ ਹੈ। ਅੱਛਾ ਜੀ। ਤੇ ਉਹ ਕਿਉਂ ਯਾਦ ਹੈ? ਕਿਉਂਕਿ ਇੰਨੀ ਵਾਰੀ ਰਿਪੀਟ ਕੀਤੀ ਕਿ ਮੇਰੇ ਉਹ ਸਬਕੌਂਸ਼ੀਅਸ ਦੇ ਅੰਦਰ ਚਲੀ ਗਈ। I am sick so I cannot come to school, please leave me 2 days only, your obediently people, Morris in class 6 roll number 11। ਓਹ ਵੈਰੀ ਗੁੱਡ। ਇੰਨੀ ਵਾਰੀ ਰਿਪੀਟ ਕੀਤੀ ਵੀ ਅੱਜ ਵੀ ਯਾਦ ਹੈ। ਤਾਂ ਜਦੋਂ ਅਸੀਂ ਬਾਰ-ਬਾਰ ਇਹਨਾਂ ਚੀਜ਼ਾਂ ਨੂੰ ਰਿਪੀਟ ਕਰਾਂਗੇ ਕਿ ਮੇਰੇ ਚਿਹਰੇ ਤੇ ਨੂਰ, ਮੇਰੇ ਬੁੱਲਾਂ ਤੇ ਮੁਸਕਰਾਹਟ, ਮੇਰੀਆਂ ਅੱਖਾਂ ਵਿੱਚ ਚਮਕ, ਮੇਰੇ ਅੰਦਰ ਹਰ ਚੀਜ਼ ਦੀ, ਹਰ ਕੰਮ ਕਰਨ ਦੀ ਤਾਕਤ ਹੈ, ਮੈਂ ਖੁਸ਼ ਹਾਂ, ਮੈਂ ਪ੍ਰਸੰਨ ਹਾਂ, ਮੈਂ ਸੰਤੁਸ਼ਟ ਹਾਂ, ਮੈਂ ਹੁਣ ਵੀ ਹਰ ਕੰਮ ਕਰ ਸਕਣਾ, ਮੇਰੀ ਜ਼ਿੰਦਗੀ ਠੀਕ ਰਾਹਾਂ ਤੇ ਜਾ ਰਹੀ ਹੈ, ਮੈਂ ਖੁਸ਼ ਹਾਂ, ਮੈਂ ਪ੍ਰਸੰਨ ਹਾਂ, ਮੈਂ ਸੰਤੁਸ਼ਟ ਹਾਂ। ਇਹਨਾਂ ਚੀਜ਼ਾਂ ਨੂੰ ਫੀਲਿੰਗ ਲਓ ਅੰਦਰ, ਬੋਲਾਂ ਰਾਹੀਂ ਬੋਲੋ ਔਰ ਐਕਸ਼ਨ ਐਵੇਂ ਦਾ ਕਰੋ। ਇਹਨੂੰ ਕਹਿੰਦੇ ਨੇ ਮਨ, ਬਚਨ ਔਰ ਕਰਮ। ਇਹਨੂੰ ਕਹਿੰਦੇ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਇਹਨੂੰ ਕਹਿੰਦੇ ਨੇ ਜੇ ਹੀ ਸੁਰਤ ਤੇ ਹੈ ਰਾਜਾਏ। ਇਹਨੂੰ ਕਹਿੰਦੇ ਨੇ ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਇਹਨੂੰ ਕਹਿੰਦੇ ਨੇ ਜੇ ਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਤਾਂ ਇਹ ਹੈਗਾ ਵੀ ਇਹ ਜੇ ਪੋਜ਼ਿਟਿਵ ਬੀਜ ਤੁਸੀਂ ਬੀਜ ਲੋਗੇ ਤਾਂ ਜਿਹੜਾ ਭੂਤਕਾਲ ਦਾ ਪਛਤਾਵਾ ਖਤਮ ਹੋ ਜਾਏਗਾ ਔਰ ਤੁਹਾਡੀ ਵਰਤਮਾਨ ਜਿਹੜੀ ਜ਼ਿੰਦਗੀ ਹੈ ਉਹ ਬਿਲਕੁਲ ਸੁਖੀ ਔਰ ਸ਼ਾਂਤ ਹੋ ਜਾਏਗੀ। ਇਹ ਮੇਰੀ ਗਾਰੰਟੀ ਹੈ। ਓਕੇ, ਥੈਂਕ ਯੂ ਵਿਜੇ। ਥੈਂਕ ਯੂ ਸੋ ਮਚ। ਮਿਹਰਬਾਨੀ ਜੀ। ਤੁਸੀਂ ਗਿਆਨੀ ਜੀ ਕਹਿ ਨਹੀਂ ਸਕਦੇ ਮੈਨੂੰ ਇੰਗਲਿਸ਼ ਨਹੀਂ ਆਉਂਦੀ, ਕਿਉਂਕਿ ਬਹੁਤ ਇੰਗਲਿਸ਼ ਬੋਲੀ ਅੱਜ ਤੁਸੀਂ। ਤੁਹਾਡੇ ਬਹੁਤ ਬਹੁਤ ਧੰਨਵਾਦ। ਸਾਡੇ ਕੋਲ 2 ਸਰੋਤੇ ਹੋ ਰਿਹਾ ਜੀ। ਏਸੀ ਸਾਹਿਬ ਤੁਸੀਂ ਵੀ ਅਨਮਿਊਟਡ ਹੋ, ਜੇ ਕੋਈ ਗੱਲ ਕਰਨੀ ਤੁਸੀਂ ਆ ਜਾਓ ਪਲੀਜ਼। ਹਾਂਜੀ, ਮੇਰੇ ਖਿਆਲ ਗਿਆਨੀ ਹੁਣੀ ਬਹੁਤਾ ਤਾਂ ਜਵਾਬ ਜਰਮਨ ਵਾਲਿਆਂ ਵੀ ਵਿੱਚ ਜਵਾਬ ਦੇ ਦਿੱਤਾ ਵਾ। ਮੇਰੀ ਗੱਲ ਇਹ ਸੀ ਜਿਹੜੀ ਗਿਲਟ ਤੇ ਪਛਤਾਵੇ ਦੀ ਹੈ ਨਾ, ਇਹਨੂੰ ਡਿਸਕ੍ਰਾਈਬ ਕਰਨਾ ਬੜਾ ਔਖਾ ਜਿਹਾ ਹੈ ਕਿ ਵੀ ਮੇਰੇ ਬਚਪਨ ਦੇ ਵਿੱਚ ਨਾ ਫਰਜ਼ ਕਰ ਲਓ, ਹਾਂਜੀ, ਕੋਈ ਗਲਤੀ ਹੋ ਗਈ ਜਾਂ ਤੁਸੀਂ ਕੁਛ ਕਹਿਤਾ, ਚਲੋ 5 ਜਾਂ 6 ਸਾਲ ਦੀ ਉਮਰ ਦੀ ਗੱਲ ਹੈ ਇਹ। ਤੇ ਉਸ ਤੋਂ ਬਾਅਦ ਮੈਂ ਇੱਥੇ ਆ ਗਿਆ, 60 ਸਾਲ ਮੈਨੂੰ ਇੱਥੇ ਆਏ ਨੂੰ ਹੋ ਗਏ ਆ। ਤੇ ਚਲੋ ਮੇਰੀ ਜ਼ਿੰਦਗੀ ਕਾਫੀ ਫਾਸਟ ਰਹੀ, ਯਾਨੀ ਕਿ ਨਾ ਉਸ ਗੱਲ ਵੱਲ ਧਿਆਨ ਨਹੀਂ ਜਾਂਦਾ। ਜਿਹੜੀ ਉਹ ਜਦੋਂ ਦੀ ਇਨਸਾਨ ਇਕੱਲਾ ਹੋ ਜਾਂਦਾ ਕਿ ਨਾ, ਇਕੱਲਾ ਬਹਿੰਦਾ ਆ ਜਾਂ ਕਿ ਹੋਰ ਕੰਮਕਾਰ ਚ ਨਹੀਂ ਬਿਜ਼ੀ ਹੈਗਾ, ਮੈਂ ਉਹ ਸਮਝਦਾ ਹੈ ਤਾਂ ਸਭ ਕੁਝ ਕੌਨਸ਼ੀਅਸ ਮਾਈਂਡ ਦੀ ਗੱਲ ਆ। ਉਸ ਚੀਜ਼ ਵੱਲ ਫਿਰ ਤੁਹਾਡਾ ਖਿਆਲ ਆ ਜਾਂਦਾ ਕਿ ਵੀ ਮੈਨੂੰ ਇਹ ਗੱਲ ਕਿਸੇ ਨੂੰ ਕਹਿਣੀ ਨਹੀਂ ਚਾਹੀਦੀ ਸੀ। ਉਦਾਂ ਮੈਨੂੰ ਕਦੇ ਕੋਈ ਪਛਤਾਵਾ ਨਹੀਂ ਹੈ ਇੱਥੇ, ਚਲੋ ਜੋ ਵੀ ਕਰਦੇ ਰਹੇ ਕਿ ਨਾ, ਮੈਂ ਕਦੇ ਵੀ ਪਛਤਾਵੇ ਵੱਲ ਨਹੀਂ ਜਾਂਦਾ। ਪਰ ਇੱਕ ਗੱਲ ਹੈ ਜਿਹੜੀ 5 ਜਾਂ 6 ਸਾਲ ਦੀ ਉਮਰ ਮੇਰੇ ਤੋਂ ਹੋ ਗਈ, ਉਹਦਾ ਮੈਨੂੰ ਕਦੇ ਜਿਹੜੀ ਖਿਆਲ ਮੈਨੂੰ ਆ ਜਾਂਦਾ, ਉਹਨੂੰ ਦਿਮਾਗ ਚੋਂ ਕਿੱਦਾਂ ਉਹ ਕੱਢੀ ਜਾਵੇ। ਉਹ ਗੱਲ ਬਹੁਤੀ ਵੀ ਨਹੀਂ ਸੀਗੀ, ਪਰ ਉਹ ਮੇਰੇ ਦਿਮਾਗ 'ਚ ਬੈਠੀ ਹੈ। ਹਾਂਜੀ, ਉਹਦੇ ਵਾਸਤੇ ਨਾ ਵੀਰ ਜੀ ਇੱਕੋ ਹੀ ਚੀਜ਼ ਹੈ। ਦੇਖੋ ਤੁਸੀਂ ਨਾ, ਜਿਵੇਂ ਮੈਂ ਮੰਨ ਲਓ ਕੋਈ ਗਲਤੀ ਕੀਤੀ ਤੇ ਤੁਸੀਂ ਮੇਰੇ ਸਾਹਮਣੇ ਹੋ ਤੇ ਮੈਂ ਤੁਹਾਡੇ ਤੋਂ ਕਹਿੰਦਾ ਵੀ ਵੀਰ ਜੀ ਮੇਰੇ ਤੋਂ ਨਾ ਗਲਤੀ ਹੋ ਗਈ ਤੇ ਮੈਨੂੰ ਮੁਆਫ ਕਰ ਦਿਓ, ਤੇ ਰੀਅਲੀ ਮੈਂ ਮੁਆਫੀ ਮੰਗ ਰਿਹਾ, ਮੈਨੂੰ ਮੁਆਫ ਕਰ ਦਿਓ। ਤੁਸੀਂ ਮੈਨੂੰ ਮੁਆਫ ਕਰ ਦਿੱਤਾ, ਫਿਰ ਵੀ ਮੇਰੇ ਮਨ ਦੇ ਵਿੱਚ ਗੱਲ ਰਹੇਗੀ ਕਿ ਕਿਉਂ ਕਹੀ, ਲੇਕਿਨ ਤੁਸੀਂ ਮੈਨੂੰ ਮੁਆਫ ਕਰ ਦਿੱਤਾ ਤੇ ਅਸੀਂ ਦੋਵੇਂ ਵੀਰ ਭਰਾ ਮਿਲਣ ਲੱਗ ਪਏ ਉਸੇ ਤਰ੍ਹਾਂ ਨੋਰਮਲ। ਮਤਲਬ ਹੁਣ ਮੰਨ ਲਓ ਕਿ 5-6 ਸਾਲ ਦੀ ਉਮਰ ਵਿੱਚ ਤੁਸੀਂ ਜਾਂ ਮੈਂ ਕਿਸੇ ਨੂੰ ਕੋਈ ਚੰਗਾ ਮਾੜਾ ਕੋਈ ਵੀ ਬਚਨ ਕਹਿ ਦਿੱਤਾ ਤੇ ਅੱਜ ਉਹ ਬੰਦਾ ਮੇਰੇ ਕੋਲ ਨਹੀਂ, ਜਾਂ ਉਹਦੀ ਡੈਥ ਹੋ ਗਈ ਹੈ, ਜਾਂ ਉਹਨੂੰ ਮੈਂ ਲੱਭ ਨਹੀਂ ਸਕਦਾ, ਤਾਂ ਉਹਦੇ ਵਾਸਤੇ ਇੱਕੋ ਹੀ ਫਾਰਮੂਲਾ ਹੈ। ਹੁਣ ਤੁਸੀਂ ਆਪਣੇ ਆਪ ਨੂੰ ਮੁਆਫ ਕਰੋ ਕਿ ਮੈਂ ਆਪਣੇ ਆਪ ਨੂੰ ਆਪਣੀ ਗਲਤੀ ਦੀ ਮੁਆਫੀ ਮੰਗਣਾ ਔਰ ਮੈਂ ਆਪਣੇ ਆਪ ਨੂੰ ਮੁਆਫ ਕਰ ਦਿੱਤਾ। ਮੈਂ ਆਪਣੇ ਆਪ ਨੂੰ ਮੁਆਫ ਕਰ ਦਿੱਤਾ। ਤਾਂ ਜਦੋਂ ਤੁਸੀਂ ਆਪਣੇ ਆਪ ਨੂੰ ਮੁਆਫ ਕਰ ਦਿਓਗੇ ਤੇ ਅੰਦਰ ਫੀਲਿੰਗ ਇਹ ਲੈਣੀ ਹੈ ਕਿ ਮੈਂ ਮੁਆਫ ਕਰਤਾ, ਇਸ ਤੋਂ ਬਾਅਦ ਫਿਰ ਗਲਤੀ ਮੁਆਫ ਹੋ ਗਈ। ਉਹਦੇ ਵਿੱਚੋਂ ਨਿਕਲਣ ਵਾਸਤੇ ਇਹ ਫਾਰਮੂਲਾ, ਹੋਰ ਫਾਰਮੂਲਾ ਨਹੀਂ ਹੈ। ਤੇ ਉਹਦੇ ਵਾਸਤੇ ਫਿਰ ਇਹ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ ਕਿ ਮੈਂ ਸੱਚੇ ਰਾਹਾਂ ਤੇ ਜਾ ਰਿਹਾ, ਮੇਰਾ ਜੀਵਨ ਬੜਾ ਪਿਆਰਾ ਹੈ ਔਰ ਮੈਂ ਹੈਲਪਫੁਲ ਹਾਂ, ਮੈਂ ਸਭ ਦਾ ਮਾਨ ਸਤਿਕਾਰ ਕਰਨਾ ਵਾ, ਹਰ ਥਾਂ ਤੋਂ ਮੈਨੂੰ ਮਾਨ ਸਤਿਕਾਰ ਮਿਲਦਾ ਹੈ। ਇਹੋ ਜਿਹੀ ਕੋਈ ਵਰਡਿੰਗ ਆਪਣੇ ਵਾਸਤੇ ਬਣਾ ਕੇ ਤੇ
20-25 ਵਾਰੀ ਆਪਣੇ ਰਿਪੀਟ ਕਰੋ 20-25 ਦਿਨ ਤੱਕ, ਔਰ ਨਾਲ ਇਹ ਕਹੋ ਕਿ ਮੈਂ ਆਪਣੇ ਆਪ ਨੂੰ ਮੁਆਫ ਕਰਤਾ ਹੈ, ਔਰ ਫੀਲਿੰਗ ਵੀ ਲਓ ਕਿ ਮੈਂ ਮੁਆਫ ਕਰ ਦਿੱਤਾ ਹੈ, ਸ਼ਬਦੀ ਨਹੀਂ। ਜਿਵੇਂ ਮੈਂ ਤੁਹਾਡੇ ਤੋਂ ਮੁਆਫੀ ਮੰਗੀ ਕਿ ਤੁਸੀਂ ਮੈਨੂੰ ਮੁਆਫ ਕਰਤਾ, ਤੇ ਹੁਣ ਮੇਰੇ ਤੋਂ ਕਈ ਐਸੀਆਂ ਗਲਤੀਆਂ ਹੋਈਆਂ ਨੇ ਜਿਹੜੀਆਂ ਮੈਂ ਮੁਆਫੀ ਨਹੀਂ ਮੰਗ ਸਕਦਾ, ਹੁਣ ਉਹਨਾਂ ਲੋਕਾਂ ਤੋਂ ਨਹੀਂ ਹੈ, ਤਾਂ ਮੈਨੂੰ ਕਹਿਣਾ ਚਾਹੀਦਾ ਮੈਂ ਆਪਣੇ ਆਪ ਨੂੰ ਮੁਆਫ ਕਰਤਾ, ਅੱਗੇ ਤੋਂ ਇਹੋ ਜਿਹੀ ਗਲਤੀ ਨਹੀਂ ਕਰਾਂਗਾ, ਤਾਂ ਤੁਸੀਂ ਇਹਦੇ ਵਿੱਚੋਂ ਸੌਖੇ ਢੰਗ ਨਾਲ ਨਿਕਲ ਜਾਓ। ਮਿਹਰਬਾਨੀ ਜੀ। ਸਾਡੇ ਕੋਲ 2 ਸਰੋਤੇ ਹੈ ਜੀ ਜਿਹੜੇ ਅਨਮਿਊਟਡ ਹੈ, ਮੈਂ ਉਹਨਾਂ ਕੋਲ ਵਾਰੀ-ਵਾਰੀ ਆਉਣਾ, ਫਿਰ ਆਪਾਂ ਦੇਖਦੇ ਹਾਂ। ਦਵਿੰਦਰ ਸਿੰਘ ਤੂਰ, ਤੁਸੀਂ ਅਨਮਿਊਟਡ ਹੋ, ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬਸ ਗਿਆਨੀ ਜੀ, ਕਿਸੇ ਵੀ ਚੀਜ਼ ਦੀ ਭੁੱਖ ਨਹੀਂ ਰਹੀ, ਇੰਨਾ ਹੀ ਸਾਨੂੰ ਪਚ ਜਾਵੇ ਨਾ, ਅਸੀਂ ਸ਼ਹਿਨਸ਼ਾਹ। ਧੰਨਵਾਦ 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 ਧੰਨਵਾਦ। ਮਿਹਰਬਾਨੀ ਜੀ। ਸਤਿੰਦਰ ਸਿੰਘ ਜੀ, ਤੁਸੀਂ ਵੀ ਅਨਮਿਊਟਡ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਅੱਜ ਜੋ ਸਭ ਅੰਕਲ ਜੀ ਸਾਰਿਆਂ ਨਾਲ ਡਿਸਕਸ਼ਨ ਜਿਹੜੀ ਹੋਈ ਉਸ ਤੋਂ ਬਾਅਦ ਜੋ ਮੈਂ ਆਪਣੇ ਵਾਸਤੇ ਨਾ ਮੈਂ ਇੱਕ ਅਫਰਮੇਸ਼ਨ ਰੱਖੀ ਹੈ, ਹਾਂਜੀ, ਜਿਹੜੀ ਮੈਂ ਰੋਜ਼ ਸਵੇਰੇ ਉੱਠ ਕੇ ਬੋਲਣਾ। ਹਾਂ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਚਾਹੇ ਉਹ ਮੇਰੇ ਵਾਸਤੇ ਹੋਏ, ਚਾਹੇ ਮੇਰੇ ਪਰਿਵਾਰ ਵਾਸਤੇ ਹੋਏ, ਚਾਹੇ ਮੇਰੇ ਸਮਾਜ ਵਾਸਤੇ ਹੋਵੇ। ਤੇ ਮੈਂ ਆਪਣੇ ਆਪ ਨੂੰ ਦੂਸਰੀ ਚੀਜ਼ ਇਹ ਹਮੇਸ਼ਾ ਰੋਜ਼ ਕਹਿਣਾ ਕਿ ਬਈ ਮੈਂ ਆਈ ਐਮ ਦ ਕ੍ਰੀਏਟਰ ਇਨ ਹਿਊਮਨ ਫਾਰਮ। ਮੈਂ ਹੀ ਸਿਰਜਣਹਾਰ ਹਾਂ ਮਨੁੱਖੀ ਜਾਮੇ ਵਿੱਚ। ਤੇ ਜੋ ਕੁਝ ਮੈਂ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ, ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ ਬੋਇਆ, ਤੇ ਜਦ ਤੱਕ ਮੈਂ ਆਪਣੇ ਆਪ ਨੂੰ ਪ੍ਰੇਮ ਨਹੀਂ ਕਰਾਂਗਾ ਤਾਂ ਤੱਕ ਮੈਂ ਕੁਝ ਅੱਛਾ ਨਾ ਸੋਚ ਸਕਾਂਗਾ, ਨਾ ਕਰ ਸਕਾਂਗਾ, ਨਾ ਖੁਸ਼ ਰਹਿ ਸਕਾਂਗਾ, ਨਾ ਕੁਝ ਬੋਲ ਸਕਾਂਗਾ, ਨਾ ਮਿੱਠਾ ਬੋਲ ਸਕਾਂਗਾ। ਕਿ ਮੈਂ ਤੁਹਾਡੇ ਜਿਹੜੇ ਪੁਆਇੰਟਸ ਭਾਈ ਸਾਹਿਬ ਜੀ ਨੋਟ ਕੀਤੇ ਨੇ, ਮੇਰੇ ਕੋਲ ਤਾਂ 21 ਹੋ ਗਏ ਨੇ ਟੋਟਲ। ਬਹੁਤ ਮਜ਼ਾ ਆਇਆ ਭਾਈ ਸਾਹਿਬ ਜੀ, ਬਹੁਤ ਹੀ ਐਨਲਾਈਟਨਿੰਗ ਸੀਗਾ। ਥੈਂਕ ਯੂ ਵੈਰੀ ਮਚ ਭਾਈ ਸਾਹਿਬ ਜੀ, ਥੈਂਕ ਯੂ। ਹਾਂਜੀ, ਇਹਦੇ ਵਾਸਤੇ ਨਾ ਜਿਵੇਂ ਤੁਸੀਂ ਕਿਹਾ, ਤੇ ਹਰ ਇਨਸਾਨ ਨੂੰ ਆਪਣੇ ਆਪ ਦੇ ਨਾਲ ਪ੍ਰੇਮ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਜੇ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਤੇ ਆਪਣੇ ਆਪ ਨਾਲ ਪ੍ਰੇਮ ਕਰਨਾ ਸ਼ੁਰੂ ਕਰੋ। ਜਿਹੜਾ ਬੰਦਾ ਆਪਣੇ ਆਪ ਨਾਲ ਪ੍ਰੇਮ ਨਹੀਂ ਕਰਦਾ, ਉਹ ਦੂਜਿਆਂ ਨਾਲ ਵੀ ਨਹੀਂ ਕਰ ਪਾਏਗਾ, ਰੱਬ ਨਾਲ ਵੀ ਨਹੀਂ ਕਰ ਪਾਏਗਾ। ਹੁਣ ਦੇਖੋ, ਆਪਣੇ ਆਪ ਨਾਲ ਪ੍ਰੇਮ ਕਰਨ ਦਾ ਮਤਲਬ ਜੋ ਇਨਸਾਨੀ ਕੁਆਲਿਟੀਜ਼ ਨੇ ਉਹਨਾਂ ਦੇ ਨਾਲ ਪਿਆਰ ਕਰੋ, ਕਿ ਮੈਂ ਸੱਚਾ ਇਨਸਾਨ ਆ, ਮੈਂ ਪਿਆਰ ਮੁਹੱਬਤ ਵਾਲਾ ਵਾਂ, ਮੇਰੇ ਅੰਦਰ ਸੇਵਾ ਭਾਵ ਹੈ, ਮੈਂ ਰੱਬ ਦੀ ਸਪੈਸ਼ਲ ਕ੍ਰੀਏਸ਼ਨ ਆ। ਜਿਵੇਂ ਵੀਰ ਜੀ ਕਹਿ ਰਹੇ ਸਨ ਕਿ ਮੈਂ ਹੀ ਕ੍ਰੀਏਟਰ ਹਾਂ, ਮੈਂ ਹੀ ਇਸ ਸਮਾਜ ਨੂੰ ਚੰਗਾ ਬਣਾਉਣਾ ਹੈ। ਇਹ ਚੀਜ਼ਾਂ ਆਪਣੇ ਆਪ ਨਾਲ ਕਹੋ, ਫੀਲ ਕਰੋ, ਆਪਣੇ ਆਪ ਨਾਲ ਪਿਆਰ ਕਰੋ। ਜਿਵੇਂ ਦੇ ਤੁਸੀਂ ਹੋ ਉਸੇ ਤਰ੍ਹਾਂ ਦਾ ਆਪਣੇ ਆਪ ਨੂੰ ਪ੍ਰਵਾਨ ਕਰੋ। ਜਿਵੇਂ ਦੇ ਤੁਹਾਡੇ ਨੈਣ ਨਕਸ਼ ਨੇ, ਜਿੰਨੀ ਤੁਹਾਡੀ ਪੜ੍ਹਾਈ ਹੈ, ਜਿੰਨਾ ਤੁਹਾਡਾ ਕਾਰੋਬਾਰ ਹੈ, ਉਹਦੇ ਨਾਲ ਪਿਆਰ ਕਰੋ, ਉਹਨੂੰ ਪ੍ਰਵਾਨ ਕਰੋ ਤੇ ਅੱਗੇ ਵਿਕਾਸਸ਼ੀਲ ਬਣੇ ਰਹੋ। ਧੰਨਵਾਦ। ਮਿਹਰਬਾਨੀ ਜੀ। ਹੁਣ ਜਿੰਨੇ ਸਾਡੇ ਕੋਲ ਅਨਮਿਊਟਡ ਸੀਗੇ ਅਸੀਂ ਲੈ ਲਿਆ ਜੀ, ਟਾਈਮ ਵੀ ਕਾਫੀ ਹੋ ਗਿਆ। ਸਾਰੇ ਸਰੋਤਿਆਂ ਨੇ ਬਹੁਤ ਬਹੁਤ ਵਧੀਆ ਅੱਜ ਵਿਚਾਰ ਦਿੱਤੇ ਆ, ਤੇ ਇਸੇ ਤਰ੍ਹਾਂ ਆਪਾਂ ਫਿਰ ਕੱਲ ਨੂੰ ਵੀ ਇਸੇ ਤਰ੍ਹਾਂ ਆਵਾਂਗੇ ਜੀ। ਯਾਨੀ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੇ ਆਪਣੇ ਦੀਪਿੰਦਰ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੇ ਇਸੇ ਤਰ੍ਹਾਂ ਆਪਾਂ ਕੱਲ ਨੂੰ ਮਿਲਾਂਗੇ ਨਵੇਂ ਟੌਪਿਕ ਤੇ ਆ ਕੇ। ਹੁਣ ਬੁਲਾਈਏ ਫਤਿਹ। ਕੱਲ ਵਾਸਤੇ 1 ਮਿੰਟ ਵੀਰ ਜੀ, ਕੱਲ ਵਾਸਤੇ ਨਾ ਇੱਕ ਤਾਂ ਕਿਹੜਾ ਤੁਸੀਂ ਟੌਪਿਕ ਰੱਖਣਾ ਚਾਹੋਗੇ, ਟੌਪਿਕ ਦੱਸ ਦਿਓ। ਤੇ ਇੱਕ ਮੈਂ ਤੁਹਾਨੂੰ ਵੀ ਔਰ ਸਾਰੀ ਸੰਗਤ ਦੇ ਚਰਨਾਂ ਵਿੱਚ ਵੀ ਬੇਨਤੀ ਕਰਾਂਗਾ ਕਿ ਇੱਕ ਅੱਧਾ ਦਿਨ ਦਾ ਟਾਈਮ ਜਿਹੜਾ ਨਾ ਭਾਈ ਦੀਪਿੰਦਰ ਸਿੰਘ ਨੂੰ ਵੀ ਆਪਾਂ ਦੇਵਾਂਗੇ ਕਲਾਸ ਵਿੱਚ, ਜਿਸ ਕਰਕੇ ਇਹਨਾਂ ਦੇ ਵਿਚਾਰ ਵੀ ਸੁਣ ਸਕਾਂਗੇ। ਔਰ ਕੱਲ ਦਾ ਟੌਪਿਕ ਕੀ ਰੱਖਣਾ ਹੈ, ਉਹਦੇ ਵਿੱਚ 2-3 ਟੌਪਿਕ ਨੇ। ਇੱਕ ਤਾਂ ਅਸੀਂ ਆਪਣੇ ਬੱਚਿਆਂ ਦੀ ਪਾਲਣਾ ਕਿਵੇਂ ਕਰੀਏ, ਤੇ ਦੂਜਾ ਹੈਗਾ ਕਿ ਚਿੰਤਾ ਰੋਗ, ਅਸੀਂ ਡਿਪਰੈਸ਼ਨ ਵਗੈਰਾ ਤੋਂ, ਚਿੰਤਾ ਰੋਗ ਤੋਂ, ਕੀ ਚਿੰਤਾ ਰੋਗ ਹੈ ਔਰ ਚਿੰਤਾ ਰੋਗ ਤੋਂ ਕਿਵੇਂ ਬਚੀਏ। ਔਰ ਇੱਕ ਸਾਡੇ ਕੋਲ ਟੌਪਿਕ ਅਸੀਂ ਲੈ ਸਕਦੇ ਹਾਂ ਫੈਮਿਲੀ ਰਿਲੇਸ਼ਨਸ਼ਿਪ ਵਾਲਾ। ਤਾਂ ਇਹਨਾਂ ਦੇ ਵਿੱਚੋਂ ਜੇ ਤੁਸੀਂ ਜਿਹੜਾ ਕਹੋਗੇ ਉਹ ਟੌਪਿਕ ਲੈ ਲਵਾਂਗੇ। ਠੀਕ ਹੈ ਜੀ। ਕੋਈ ਸੰਗਤ ਨੇ ਇਸ ਵੇਲੇ ਕੁਝ ਸੁਝਾਅ ਦੇਣਾ ਹੋਵੇ ਇਹਨਾਂ 3 ਟੌਪਿਕਾਂ ਦੇ ਵਿੱਚ, ਉਹ ਦੇ ਸਕਦਾ ਆ, ਤੇ ਅਨਮਿਊਟ ਹੋ ਕੇ ਦੱਸ ਦਿਓ। ਜੇ ਨਹੀਂ ਤਾਂ ਫਿਰ ਅਸੀਂ ਇਹਨਾਂ 3 ਦੇ ਵਿੱਚੋਂ ਡਿਸਾਈਡ ਕਰਕੇ ਅਸੀਂ ਕੱਲ ਨੂੰ ਲੈ ਕੇ ਆ ਜਾਵਾਂਗੇ ਜੀ। ਠੀਕ ਹੈ। ਅਨਮਿਊਟ ਕੋਈ ਨਹੀਂ ਹੋਇਆ ਜੀ, ਇਹਦਾ ਮਤਲਬ ਸਾਡੇ ਤੇ ਰਹਿਣ ਦਿੱਤਾ, ਇਸ ਕਰਕੇ ਅਸੀਂ ਫਿਰ ਕੱਲ ਨੂੰ ਲੈ ਕੇ ਆਵਾਂਗੇ ਜੀ। ਮੇਰੇ ਵੱਲੋਂ ਬੋਲਦਿਆਂ ਕੋਈ ਗਲਤੀ ਹੋ ਗਈ ਹੈ ਤੇ ਸਾਰੀਆਂ ਸੰਗਤਾਂ ਤੋਂ ਮੁਆਫੀ। ਮੇਰੇ ਵੱਲੋਂ ਫਤਿਹ ਤੁਹਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।